मित्र प्यारे हाल मुरीदा दा कहना। गुरु नानक पद पंकज बंदन पद पंकज बंदन सिमरौ अंगद दुख निकंदन गुर अमरदास हृदय हृदय नित त्यागो श्री गुरु रामदास गुण गुर अर्जन विघ्नन के नासक विघ्नन हर गोविंद शुभ सुमत पर का श्री हर राय नमो कार जोरी नमो कार श्री हर कृष्ण नाम बहोरी गुर तेग बहादुर परम परम कृपाला श्री गुरु गोविंद सिंह करो तरा पर पुन पुन सीसा जी पुन पुन बंदों बार बार जगदी एक अंकार सतगुरु तेह प्रसाद सच होय। वाहिगुरु जी की फतेह है विघ्न विनाशन वाहिगुरु जी की फतेह है विघ्न विनाशन सोए। किते उरार सो झल वड़े किते पार झल माहे ऐसे ऐसे जतन सो सिंह सु आगे जाहे। वाहिगुरु जी का खालसा वाहिगुरु जी की फतेह। जुग हो जुग अटल चवर छतर तख्त के मालिक दीन दुनिया के वाली सतगुरु धन धन श्री गुरु ग्रंथ साहिब सच्चे पातशाह जी दे पावन पवित्र चरना कवलां पास हाजरियां भर रही गुरु स्वरूप गुरु खालसा साध संगत जी आप जी सरबत गुरसिख संगतां वडभागी हो। लड़ीवार प्राचीन पंथ प्रकाश की कथा विचार सरवण करन वास्ते संध्या दे दीवाना विच सतगुरु सच्चे पातशाह दे पावन मुबारक चरना कवलां पास जुड़ बैठे हो। कल दे दीवाना विच आप जी ने सरवण कीता सी जदों लखपत राय नूं पता लग्या कि ਸਿੰਘਾਂ ने ਜਸਪਤ ਰਾਏ ਨੂੰ ਮਾਰ ਦਿੱਤਾ ਹੈ। ਏਮਨਾਬਾਦ ਨਗਰ ਸਿੰਘਾਂ ਨੇ ਲੁੱਟ ਲਿਆ। ਇਹ ਲਾਹੌਰ ਦੇ ਨਵਾਬ ਸ਼ਾਹ ਨਿਵਾਜ ਦੇ ਕੋਲ ਜਾ ਕੇ ਪੱਗ ਲਾ ਕੇ ਉਹਦੇ ਪੈਰਾਂ ਵਿੱਚ ਸੁੱਟ ਕੇ ਕਹਿੰਦਾ ਜਦੋਂ ਸਿੰਘਾਂ ਨੂੰ ਖਤਮ ਕਰ ਦਿਆਂਗਾ ਗਾਲ ਦਿਆਂਗਾ ਇਹ ਪੱਗ ਫਿਰ ਸਿਰ ਤੇ ਬੰਨਾਂਗਾ। ਨਵਾਬ ਅੱਗੇ ਸਿੰਘਾਂ ਦਾ ਵੈਰੀ ਸੀ। ਸ਼ਾਹ ਨਵਾਜ ਨੇ ਆਖਿਆ ਜਿੰਨਾ ਵੀ ਖਰਚਾ ਹੋਵੇਗਾ ਫੌਜ ਦਾ ਮੈਂ ਤੈਨੂੰ ਦਿਆਂਗਾ। ਇਹਨੂੰ ਫੌਜ ਦਾ ਮੁਖਤਿਆਰ ਬਣਾ ਦਿੱਤਾ। ਉਪਰੰਤ ਸਾਰੇ ਇਲਾਕਿਆਂ ਵਿੱਚ ਸ਼ਾਹ ਨਵਾਜ ਨੇ ਚਿੱਠੀਆਂ ਭੇਜ ਦਿੱਤੀਆਂ ਵੀ ਸਾਰੇ ਮੇਰੇ ਦੀਵਾਨ ਲਖਪਤ ਰਾਏ ਦੀ ਮਦਦ ਕਰੋ। ਲਖਪਤ ਰਾਏ ਸਿੰਘਾਂ ਦੇ ਵੈਰ ਪੈ ਗਿਆ।
ਸਾਰਾ ਮੁਲਖਈਆ ਇਕੱਠਾ ਹੁੰਦਾ ਵੇਖ ਕੇ ਗੁਰੂ ਖਾਲਸੇ ਨੇ ਗੁਰਮਤਾ ਕੀਤਾ ਕਿ ਲੜਾਈ ਦੇ 2.5 ਫੱਟ ਹੁੰਦੇ ਨੇ। ਆਪਾਂ 1 ਫੱਟ ਲੜਾਈ ਲੜਨੀ ਹੈ, ਤੁਰਕਾਂ ਨੂੰ ਮਿਲਣਾ ਹੈ, ਭਾਵ ਜੰਗ ਕਰਨਾ ਹੈ, ਫਿਰ ਭੱਜਣਾ ਹੈ, ਫਿਰ ਮੁੜਨਾ ਹੈ, ਯਾਨੀ ਕਿ ਤੁਰਦੇ ਤੁਰਦੇ ਹੀ ਜੰਗ ਕਰਨਾ, ਲੜਾਈ ਕਰਨੀ ਹੈ। ਇਸ ਤਰ੍ਹਾਂ ਸਿੰਘਾਂ ਦੇ ਨਾਲ ਲਖਪਤ ਰਾਏ ਦੀ ਲੜਾਈ ਆਰੰਭ ਹੋ ਗਈ। ਸਿੰਘ ਜੰਗ ਕਰਦਿਆਂ ਕਰਦਿਆਂ ਝੱਲਾਂ ਦੇ ਵਿੱਚ ਜਾ ਵੜੇ। ਲਖਪਤ ਰਾਏ ਦਾ ਪਹਿਲਾ ਹਰਿਆਵਲ ਦਸਤਾ ਸਿੰਘਾਂ ਦਾ ਦਾ ਲੱਗਿਆ ਤੇ ਸਿੰਘਾਂ ਨੇ ਉਹ ਦਸਤਾ ਮਾਰ ਦਿੱਤਾ। ਇਹਨੇ ਫੌਜ ਦੀ ਜਿਹੜੀ ਤਦਬੀਰ ਸੀ ਉਲਟ ਕਰ ਲਈ। ਮੂਹਰੇ ਤੋਪਾਂ ਲਾ ਦਿੱਤੀਆਂ ਘੋੜਿਆਂ ਵਾਲੀਆਂ, ਫਿਰ ਬੰਦੂਕਾਂ, ਫਿਰ ਛੋਟੀਆਂ ਤੋਪਾਂ, ਫਿਰ ਪੈਦਲ ਫੌਜ ਤੇ ਖਾਸ ਫੌਜ ਦਾ ਦਸਤਾ ਜਿਹੜਾ ਆਪਣੇ ਨਾਲ ਰੱਖ ਕੇ ਤੇ ਡਰਦਾ ਮਾਰਾ ਸਭ ਤੋਂ ਪਿੱਛੇ ਲਖਪਤ ਰਾਏ ਆਪ ਚੱਲ ਪਿਆ। ਹੁਣ ਜਦੋਂ ਤੋਪਾਂ ਚੱਲੀਆਂ ਤੇ ਸਿੰਘਾਂ ਦੀ ਬੇਵਸੀ ਹੋ ਗਈ। ਜਿਹੜੇ ਸਿੰਘ ਸਨ ਉਹ ਝੱਲਾਂ ਵਿੱਚ ਜਾ ਵੜੇ। ਇਹਨੇ ਬੇਲਦਾਰ ਸੱਦ ਕੇ ਝਾੜੀਆਂ ਵੱਢ ਦਿੱਤੀਆਂ। ਜਿੱਥੇ ਗੂੜੀਆਂ ਬਹੁਤੀਆਂ ਝਾੜੀਆਂ ਸਨ ਸੰਘਣੀਆਂ, ਉਹਨੂੰ ਅੱਗ ਲਵਾ ਦਿੱਤੀ। ਰਸਤਾ ਸਿੱਧਾ ਕਰਕੇ ਤੋਪਾਂ ਦਾ ਮੂੰਹ ਉਸੇ ਪਾਸੇ ਕਰਕੇ ਸੇਧ ਬਣਾ ਕੇ ਸਿੰਘਾਂ 'ਤੇ ਹੱਲਾ ਕਰ ਦਿੱਤਾ। ਬੜਾ ਔਖਾ ਸਮਾਂ ਸਿੰਘਾਂ ਲਈ ਆ ਬਣਿਆ। ਇਸ ਤਰ੍ਹਾਂ ਸਿੰਘ ਲੜਦੇ ਲੜਦੇ ਰਾਵੀ ਦੇ ਕੋਲ ਜਾ ਪਹੁੰਚੇ। ਤੋ ਗਹਿ ਗੱਚ ਜੰਗ ਸਿੰਘਾਂ ਦਾ ਤੇ ਲਖਪਤ ਰਾਏ ਦਾ ਹੋਇਆ। ਸੋ ਆਓ ਅਗਲੇ ਪ੍ਰਕਰਨ ਸਰਵਣ ਕਰੀਏ। ਮਨ ਬਿਰਤੀਆਂ ਇਕਾਗਰ ਕਰਨ ਵਾਸਤੇ ਸਰਬੱਤ ਸੰਗਤਾਂ ਜਪੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਦੋਂ ਸਿੰਘ ਲੜਦੇ ਲੜਦੇ ਰਾਵੀ ਦੇ ਕੋਲ ਪਹੁੰਚ ਗਏ ਤੇ ਰਾਵੀ ਦੇ ਨਾਲ ਨਾਲ ਜਿਹੜੀਆਂ ਝੱਲਾਂ ਸਨ ਉਹਨਾਂ ਦੇ ਵਿੱਚ ਤੁਰਨ ਲੱਗ ਪਏ। ਰਾਵੀ ਦੇ ਕੰਢੇ ਕੰਢੇ ਕਦੇ ਤਾਂ ਸਿੰਘ ਰਾਵੀ ਦੇ ਉਰਲੇ ਪਾਸੇ ਤੁਰਕਾਂ ਨਾਲ ਜੰਗ ਕਰਦੇ ਨੇ ਤੇ ਕਦੇ ਰਾਵੀ ਦਰਿਆ ਪਾਰ ਕਰਕੇ ਪਰਲੇ ਪਾਸੇ ਹੋ ਜਾਂਦੇ ਨੇ। ਕਦੀ ਇੱਧਰ ਕਦੀ ਉੱਧਰ, ਕਦੀ ਇੱਧਰ ਕਦੀ ਉੱਧਰ, ਇਸ ਤਰ੍ਹਾਂ ਆਰ ਪਾਰ ਹੋ ਕੇ ਤੁਰਕਾਂ ਦੇ ਨਾਲ ਜੰਗ ਕਰਦੇ ਹਨ। ਇਹੋ ਜਿਹੇ ਯਤਨ ਕਰਕੇ ਸਿੰਘ ਲਗਾਤਾਰ ਅੱਗੇ ਤੁਰਦੇ ਜਾ ਰਹੇ ਨੇ। ਝਾੜੀਆਂ 'ਚ ਵੜਨਾ ਸੀ, ਕਦੀ ਇੱਧਰ ਕਦੀ ਪਰਲੇ ਪਾਸੇ, ਕਦੀ ਉਰਾਰ ਕਦੀ ਪਾਰ। ਇਸ ਤਰੀਕੇ ਨਾਲ ਤੁਰਕਾਂ ਤੋਂ ਬਚਦੇ ਹੋਏ ਅੱਗੇ ਵਧਦੇ ਹਨ। ਇਸ ਤਰ੍ਹਾਂ ਤੁਰਦਿਆਂ ਤੁਰਦਿਆਂ ਅੱਗੇ ਜਿਹੜਾ ਰਾਵੀ ਦਰਿਆ ਸੀ ਤਾਰੂ ਹੋ ਗਿਆ, ਭਾਵ ਬਹੁਤਾ ਡੂੰਘਾ ਹੋ ਗਿਆ, ਵਿਖਮ ਹੋ ਗਿਆ ਹੈ। ਫਿਰ ਸਿੰਘ ਉੱਥੋਂ ਹੀ ਰਾਵੀ ਨੂੰ ਪਾਰ ਕਰ ਗਏ। ਰਾਵੀ ਤੋਂ ਪਰਲੇ ਪਾਸੇ ਚਲੇ ਗਏ ਹਨ। ਇਸ ਤਰ੍ਹਾਂ ਪਰਲੇ ਪਾਸੇ ਸਿੰਘ ਮੂਹਰੇ ਮੂਹਰੇ ਜਾਂਦੇ ਹਨ ਤੇ ਪਿੱਛੇ ਪਿੱਛੇ ਤੁਰਕਾਂ ਦੀ ਫੌਜ ਵੀ ਆ ਰਹੀ ਹੈ। ਅੱਗੇ ਸਿੰਘ ਜਾਂਦੇ ਨੇ, ਜਿੱਧਰ ਜਿੱਧਰ ਸਿੰਘ ਜਾ ਰਹੇ ਨੇ ਉਧਰ ਉਧਰ ਤੁਰਕਾਂ ਦੀ ਫੌਜ ਸਿੰਘਾਂ ਦੇ ਪਿੱਛੇ ਆ ਰਹੀ ਹੈ। ਸਿੰਘਾਂ ਨੂੰ ਡੇਰਾ ਕਰਨ ਦਾ ਮੌਕਾ, ਸਮਾਂ ਤੇ ਥਾਂ ਨਹੀਂ ਮਿਲਦੀ। ਹਾਂ ਵੀ ਚਾਹੀਦੀ ਹੈ, ਪਰ ਮੌਕਾ ਵੀ ਤਾਂ ਚਾਹੀਦਾ ਨਾ, ਵੀ ਕਿਸੇ ਮੌਕੇ ਟਿਕ ਕੇ ਆਰਾਮ ਕਰ ਲੈਣ ਤੇ ਡੇਰਾ ਕਰ ਲੈਣ। ਉਹਨਾਂ ਨੂੰ ਡੇਰਾ ਕਰਨ ਵਾਸਤੇ ਨਾ ਸਮਾਂ ਮਿਲਦਾ ਤੇ ਨਾ ਥਾਂ ਮਿਲਦੀ ਹੈ। ਕਿਤੇ ਰਾਤ ਤੁਰਦੇ ਰਹਿੰਦੇ ਨੇ, ਕਿਤੇ ਦਿਨੇ ਤੁਰਦੇ ਰਹਿੰਦੇ। ਦਿਨੇ ਜਿਹੜੇ ਤੁਰਕ ਸਾਨੂੰ ਟਿਕਣ ਨਹੀਂ ਦਿੰਦੇ। ਰਾਤ ਹੁੰਦੀ ਤੇ ਸਿੰਘਾਂ ਦਾ ਯਤਨ ਹੁੰਦਾ ਸੀ ਵੀ ਤੁਰਕ ਟਿਕ ਕੇ ਬਹਿ ਗਏ ਵੀ ਆਪਾਂ ਅੱਗੇ ਤੁਰ ਪਈਏ, ਵੀ ਚੰਗੀ ਜੀ ਜਗ੍ਹਾ ਲੱਭ ਲਈਏ ਜਿੱਥੇ ਅਸੀਂ ਸੇਫ ਹੋਈਏ, ਹਮਲਾ ਨਾ ਹੋ ਸਕੇ। ਪਰ ਰਾਤ ਵੀ ਜਿਹੜਾ ਲਖਪਤ ਰਾਏ ਸੀ ਉਹ ਸਿੰਘਾਂ ਨੂੰ ਟਿਕਣ ਨਹੀਂ ਦਿੰਦਾ। ਇਹੋ ਜਿਹਾ ਔਖਾ ਸਮਾਂ ਆ ਗਿਆ ਵੀ ਸਿੰਘਾਂ ਦੇ ਪੱਲੇ ਕੁਝ ਨਾ ਰਹਿਆ। ਹੁਣ ਸਿੰਘਾਂ ਦੇ ਕੋਲ ਭਾਰ ਬਰਦਾਰੀ ਨਹੀਂ ਰਹੀ। ਉਹਨਾਂ ਦੇ ਕੋਲ ਨਾ ਤਾਂ ਰਸਤਾਂ ਬਸਤਾਂ ਸਨ, ਨਾ ਕੁਝ ਖਾਣ ਵਾਸਤੇ ਸੀ, ਨਾ ਬਹੁਤੇ ਸ਼ਸਤਰ ਸਨ, ਨਾ ਘੋੜਿਆਂ ਵਾਸਤੇ ਦਾਣਾ ਪੱਠਾ ਸੀਗਾ।
ਹੁਣ ਰਸਤਾਂ ਬਸਤਾਂ ਬਿਨਾਂ ਸ਼ਸਤਰਾਂ ਤੋਂ ਬਿਨਾਂ ਸਿੰਘ ਕਰ ਵੀ ਕੀ ਸਕਦੇ ਸਨ। ਇਹੋ ਜੀ ਔਖੀ ਘੜੀ ਔਖਾ ਸਮਾਂ ਆ ਗਿਆ। ਗੋਲੀ ਦਾਰੂ ਪਹੁੰਚੇ ਨਹੀਂ। ਹੁਣ ਜਿਸ ਜਗ੍ਹਾ ਤੇ ਸਿੰਘ ਫਿਰਦੇ ਪਏ ਸਨ ਉਥੇ ਗੋਲੀ ਦਾਰੂ ਸਿੱਕਾ ਵੀ ਨਹੀਂ ਸੀ ਪਹੁੰਚ ਸਕਦਾ। ਬੰਦੂਕਾਂ ਸਨ ਪਰ ਬੰਦੂਕਾਂ ਦੇ ਵਿੱਚ ਪਾਉਣ ਵਾਸਤੇ ਗੋਲੀਆਂ ਚਾਹੀਦੀਆਂ ਸੀ, ਸਿੱਕਾ ਬਰੂਦ ਆਦਿਕ ਵੀ ਚਾਹੀਦਾ ਸੀ। ਹੁਣ ਸਿੱਕਾ ਬਰੂਦ ਵੀ ਸਿੰਘਾਂ ਦਾ ਖਤਮ ਹੋ ਚੁੱਕਾ ਹੈ। ਦਾਰੂ ਸਿੱਕੇ ਤੋਂ ਬਿਨਾਂ ਗੋਲੀਆਂ ਵੀ ਨਹੀਂ ਚੱਲਦੀਆਂ। ਸਿੰਘ ਸੁਕਾਇਆ ਲੜਾਈ। ਹੁਣ ਸਿੰਘ ਕਿਹਨਾਂ ਦੇ ਨਾਲ ਕਿਸ ਤਰ੍ਹਾਂ ਲੜਾਈ ਕਰਨ, ਜਦੋਂ ਹਥਿਆਰ ਹੀ ਸਿੰਘਾਂ ਦੇ ਪਾਸ ਨਹੀਂ ਰਹੇ ਤੇ ਲੜਾਈ ਕਰਨਾ ਸਿੰਘਾਂ ਵਾਸਤੇ ਬੜੀ ਕਠਿਨ ਹੋ ਗਈ ਹੈ। ਹੁਣ ਉਹਨਾਂ ਕੋਲ ਸ਼ਸਤਰ ਰਹਿ ਗਏ, ਸਿੰਘਾਂ ਦੇ ਕੋਲ ਤਲਵਾਰਾਂ ਰਹਿ ਗਈਆਂ, ਨੇਜੇ ਰਹਿ ਗਏ, ਕਮਾਨ ਤੀਰ ਆਦਿਕ ਰਹਿ ਗਏ। ਜਿਹੜੇ ਸ਼ਸਤਰ ਸਨ ਲੜਾਈ ਕਰਦਿਆਂ ਕਰਦਿਆਂ ਸ਼ਸਤਰ ਖੁੰਡੇ ਹੋ ਗਏ ਹਨ। ਦਿਨ ਰਾਤ ਲਗਾਤਾਰ ਤੁਰਦੇ ਜਾ ਰਹੇ ਨੇ, ਸਿੰਘ ਸੁੱਤੇ ਨਹੀਂ, ਸਿੰਘਾਂ ਆਰਾਮ ਨਹੀਂ ਕੀਤਾ। ਜਿਹੜੀਆਂ ਕਮਾਨਾਂ ਸਨ ਉਹ ਲਗਾਤਾਰ ਚਲਾ ਰਹੇ ਸਨ, ਤੀਰ ਛੱਡ ਰਹੇ ਸਨ ਕਮਾਨਾਂ ਵਿੱਚੋਂ, ਤੇ ਚਲਦੀਆਂ ਚਲਦੀਆਂ ਸਿੰਘਾਂ ਦੀਆਂ ਕਮਾਨਾਂ ਵੀ ਜਿਹੜੀਆਂ ਉਹ ਟੁੱਟ ਗਈਆਂ। ਹੁਣ ਤੀਰ ਵੀ ਮੁੱਕ ਗਏ। ਭੱਥੇ ਦੇ ਵਿੱਚ ਕਿੰਨੇ ਕੁ ਤੀਰ ਹੁੰਦੇ ਨੇ, ਜਿਹੜਾ ਖਜ਼ਾਨਾ ਤੀਰਾਂ ਦਾ ਹੋਰ ਜੋੜਿਆ ਹੋਇਆ ਸੀ ਉਹ ਵੀ ਹੁਣ ਸਿੰਘਾਂ ਦੇ ਕੋਲ ਖਤਮ ਹੋ ਗਿਆ ਤੇ ਦੁਬਾਰਾ ਸਿੰਘਾਂ ਨੂੰ ਭੱਥੇ ਭਰਨ ਵਾਸਤੇ ਤੀਰ ਨਾ ਮਿਲੇ। ਜਿਹੜੇ ਨੇਜੇ ਸਨ, ਬਰਛੇ, ਭਾਲੇ ਆਦਿਕ, ਹੁਣ ਉਹ ਜਦੋਂ ਤੁਰਕਾਂ ਦੇ ਸਰੀਰ ਵਿੱਚ ਮਾਰਦੇ ਨੇ ਨਾ, ਜਿਹੜਾ ਮੂਹਰਲਾ ਲੋਹੇ ਵਾਲਾ ਫਲ ਹੁੰਦਾ ਉਹ ਟੁੱਟ ਗਿਆ ਤੁਰਕਾਂ ਦੇ ਸਰੀਰ ਦੇ ਵਿੱਚ ਹੀ। ਇਉਂ ਕਹਿ ਲਓ ਵੀ ਅੱਧੇ ਕ ਡੰਡੇ ਜਿਹੜੇ ਉਹ ਸਿੰਘਾਂ ਦੇ ਹੱਥ ਦੇ ਵਿੱਚ ਰਹਿ ਗਏ। ਹੁਣ ਜੰਗਲ ਦਾ ਇਲਾਕਾ ਸੀ, ਜੰਗਲ ਦੇ ਇਲਾਕੇ ਦੇ ਵਿੱਚ ਉਹਨਾਂ ਨੂੰ ਘੜਨ ਵਾਲਾ ਵੀ ਕੋਈ ਨਹੀਂ ਮਿਲਦਾ ਵੀ ਕੋਈ ਫਲ ਬਣਾ ਕੇ ਸਿੰਘਾਂ ਨੂੰ ਦੇ ਦਏ। ਹੁਣ ਘੋੜਿਆਂ ਨੂੰ ਦਾਣੇ ਆਦਿਕ ਚਾਹੀਦਾ ਹੈ, ਪੱਠੇ ਚਾਹੀਦੇ ਨੇ। ਬਿਨਾਂ ਦਾਣਿਆਂ ਤੋਂ ਬਿਨਾਂ ਪੱਠਿਆਂ ਤੋਂ ਘੋੜੇ ਵੀ ਮਾੜੇ ਹੋ ਗਏ, ਕਮਜ਼ੋਰ ਹੋ ਗਏ ਹਨ। ਸਿੰਘਾਂ ਦੇ ਸਰੀਰ ਉੱਪਰ ਬਸਤਰ ਕੋਈ ਨਹੀਂ ਤੇ ਬਿਨਾਂ ਬਸਤਰਾਂ ਤੋਂ ਧੁੱਪ ਬੜੀ ਪੈਂਦੀ ਸੀ, ਉਹ ਸਰੀਰ ਨੂੰ ਸਾੜਦੀ ਹੈ। ਨਾ ਆਟਾ ਮਿਲਦਾ ਤੇ ਨਾ ਦਾਣਾ ਪ੍ਰਾਪਤ ਹੁੰਦਾ ਹੈ। ਆਟਾ ਦਾਣਾ ਮਿਲਣਾ ਤਾਂ ਦੂਰ ਦੀ ਗੱਲ ਹੈ, ਛਕਣ ਵਾਸਤੇ ਜਲ ਵੀ ਪ੍ਰਾਪਤ ਨਹੀਂ ਹੁੰਦਾ, ਪਾਣੀ ਵੀ ਪੀਣ ਨੂੰ ਨਹੀਂ ਮਿਲਦਾ। ਸਿਆਣੇ ਕਹਿੰਦੇ ਨੇ ਵੀ ਅੱਧੀ ਮੌਤ ਮੁਸਾਫਰੀ। ਮੁਸਾਫਰੀ ਦਾ ਭਾਵ ਵੀ ਜਿਵੇਂ ਪੁਰਾਣੇ ਸਮੇਂ ਵਿੱਚ ਲੋਕ ਯਾਤਰਾ ਕਰਨ ਵਾਸਤੇ ਨਿਕਲਦੇ ਸਨ, ਭੁੱਖ ਪਿਆਸ ਆਦਿਕ ਸਹਿਣੀ ਪੈਂਦੀ ਸੀ ਉਹਨਾਂ ਨੂੰ। ਇੱਕ ਤਾਂ ਸਫ਼ਰ ਕਰਨਾ ਹੁੰਦਾ ਸੀ, ਗਰਮੀ ਪੈਂਦੀ ਸੀ, ਪਿਆਸ ਲੱਗਦੀ ਸੀ। ਮੁਸਾਫਰੀ ਕਰਨੀ ਇਹ ਅੱਧੀ ਮੌਤ ਮੰਨੀ ਜਾਂਦੀ ਹੈ। ਇਸੇ ਪ੍ਰਕਾਰ ਸਾਰੀ ਮੌਤ ਸੋ ਭੁੱਖ ਤੇ ਭੁੱਖ ਸਾਰੀ ਮੌਤ ਮੰਨੀ ਜਾਂਦੀ ਹੈ। ਇੱਕ ਪਾਸੇ ਹੁਣ ਸਿੰਘ ਯਾਤਰਾ ਕਰ ਰਹੇ ਨੇ, ਦੂਜੇ ਪਾਸੇ ਸਿੰਘਾਂ ਨੂੰ ਪਿਆਸ ਵੀ ਲੱਗੀ ਹੋਈ, ਧੁੱਪ ਵੀ ਕੜਾਕੇ ਦੀ ਪੈਂਦੀ ਹੈ, ਤੇ ਤੀਜੇ ਪਾਸੇ ਇਹੋ ਜਿਹੇ ਹਾਲਾਤ ਬਣ ਗਏ ਵੀ ਸਿੰਘਾਂ ਨੂੰ ਭੁੱਖ ਲੱਗੀ ਹੋਈ ਹੈ। ਇਹ ਸਾਰਾ ਕੁਝ ਜਿਹੜਾ ਹੈ ਸਿੰਘਾਂ ਦੇ ਉੱਤੇ ਆਪ ਬਣਿਆ ਜਿੰਨਾ ਕੁਝ ਹੈ। ਇਸ ਕਰਕੇ ਸਿਆਣੇ ਕਹਿੰਦੇ ਵੀ ਅੱਧੀ ਮੌਤ ਮੁਸਾਫਰੀ ਸਾਰੀ ਮੌਤ ਸੋ ਭੁੱਖ। ਅੱਧੀ ਮੌਤ ਮੁਸਾਫਰੀ ਹੈ ਤੇ ਸਾਰੀ ਮੌਤ ਭੁੱਖ ਮੰਨੀ ਜਾਂਦੀ ਹੈ, ਤੇ ਸਿੰਘਾਂ ਤੇ ਦੋਨੇ ਆਣ ਪਈਆਂ ਹਨ। ਉਥੇ ਰਾਵੀ ਦੇ ਕੰਢੇ ਤੇ ਇਹ ਦੋਨੇ ਸਿੰਘਾਂ ਨੂੰ ਆ ਮਿਲੀਆਂ। ਕਿਹੜੀ ਮੁਸਾਫਰੀ ਤੇ ਭੁੱਖ, ਦੋਨੇ ਟੱਕਰ ਗਈਆਂ ਸਿੰਘਾਂ ਨੂੰ। ਇਹੋ ਜਿਹਾ ਖਾਲਸੇ ਦੇ ਉੱਪਰ ਦੁੱਖ ਆ ਪਹੁੰਚਿਆ ਹੈ। ਇਸ ਤਰ੍ਹਾਂ ਸਿੰਘਾਂ ਨੇ ਬਹੁਤੇ ਦੁੱਖ ਦੀ ਪ੍ਰਾਪਤੀ ਕੀਤੀ ਹੈ। ਚਲਦਿਆਂ ਚਲਦਿਆਂ ਸਿੰਘਾਂ ਨੇ ਗੁਰਮਤਾ ਕੀਤਾ ਵੀ ਆਪਾਂ ਅੱਗੇ ਪਹਾੜੀ ਇਲਾਕੇ ਵਿੱਚ ਜਿੱਥੇ ਹਿੰਦੂਆਂ ਦੇ ਪਿੰਡ ਆਉਣਗੇ ਨਾ, ਨਗਰ ਕਸਬੇ ਆਉਣਗੇ, ਵੀ ਆਪਾਂ ਉਹਨਾਂ ਦੇ ਕੋਲ ਚੱਲਦੇ ਹਾਂ, ਵੀ ਆਪਾਂ ਉਹਨਾਂ ਦਾ ਆਸਰਾ ਲੈ ਲੈਂਦੇ ਹਾਂ। ਇਸ ਤਰ੍ਹਾਂ ਵਿਚਾਰ ਕਰਕੇ ਸਿੰਘ ਪਹਾੜਾਂ ਦੀਆਂ ਜਿਹੜੀਆਂ ਝੱਲਾਂ ਸਨ ਉਹਨਾਂ ਵਿੱਚ ਜਾ ਵੜੇ। ਸੋਚਦੇ ਨੇ ਵੀ ਚਲੋ ਇੱਥੇ ਹਿੰਦੂ ਭਰਾ ਰਹਿੰਦੇ ਨੇ, ਵੀ ਸਾਡਾ ਪੱਖ ਕਰਨਗੇ ਜਦੋਂ ਅਸੀਂ ਉਹਨਾਂ ਦੇ ਪਾਸ ਜਾਵਾਂਗੇ। ਗਰੀਬਾਂ ਦਾ ਭਲਾ ਕਰਨ ਵਾਸਤੇ ਤੇ ਤੁਰਕਾਂ ਦਾ ਨਾਸ਼ ਕਰਨ ਵਾਸਤੇ।
ਕਾਰਨ ਇਹਨਾਂ ਕਾਰਨਾਂ ਕਰਕੇ ਸਤਿਗੁਰੂ ਕਲਗੀਧਰ ਜੀ ਨੇ ਖਾਲਸਾ ਸੰਸਾਰ ਵਿੱਚ ਪ੍ਰਗਟ ਕੀਤਾ ਹੈ। ਮੈਂ ਜਾਣਿਓ ਇਹ ਤੁਰਕਨ ਭਾਈ। ਪਰ ਖਾਲਸੇ ਨੇ ਨਹੀਂ ਜਾਣਿਆ ਵੀ ਇਹ ਤੁਰਕਾਂ ਦੇ ਹੀ ਭਰਾ ਨੇ। ਉਹ ਵੀ ਰਲ ਗਏ ਸਨ ਨਾ ਤੁਰਕਾਂ ਦੇ ਨਾਲ। ਨਵਾਬ ਸ਼ਾਹ ਨਵਾਜ਼ ਨੇ ਚਿੱਠੀਆਂ ਪਾ ਦਿੱਤੀਆਂ ਵੀ ਮੇਰਾ ਲਖਪਤ ਰਾਏ ਦੀਵਾਨ ਆ ਰਿਹਾ, ਤੁਸੀਂ ਮਦਦ ਕਰੋ ਇਹਨਾਂ ਦੀ। ਹੁਣ ਸਿੰਘ ਤਾਂ ਸੋਚਦੇ ਰਹੇ ਵੀ ਚਲੋ ਸਾਡੀ ਮਦਦ ਕਰਨਗੇ, ਵੀ ਅਸੀਂ ਉਹਨਾਂ ਕੋਲ ਜਾਵਾਂਗੇ। ਪਰ ਸਿੰਘਾਂ ਨੂੰ ਨਹੀਂ ਸੀ ਪਤਾ ਵੀ ਉਹ ਪਹਿਲਾਂ ਹੀ ਸਿੰਘਾਂ ਦੇ ਵਿਰੋਧੀ ਹੋ ਚੁੱਕੇ ਨੇ, ਸਿੰਘਾਂ ਦੇ ਖਿਲਾਫ ਹੋ ਚੁੱਕੇ ਹਨ। ਹਮਰੇ ਸੰਗ ਬਹੁ ਕਰੈ ਬੁਰਾਈ। ਸਿੰਘਾਂ ਨੂੰ ਨਹੀਂ ਸੀ ਪਤਾ ਕਿ ਉਹ ਸਾਡੇ ਨਾਲ ਬੁਰਾਈ ਕਰਨਗੇ, ਸਾਡਾ ਮਾੜਾ ਕਰਨਗੇ। ਜੇ ਬੰਦੇ ਸੋ ਦਗਾ ਕਮਾਈ। ਇਹਨਾਂ ਲੋਕਾਂ ਨੇ ਤਾਂ ਬਾਬਾ ਬੰਦਾ ਸਿੰਘ ਬਹਾਦਰ ਨਾਲ ਵੀ ਦਗਾ ਕੀਤਾ, ਧੋਖਾ ਕਮਾਇਆ ਹੈ। ਸਤਿਓ ਬੰਦਾ ਘੁਮ ਕੇ ਤਾਈ। ਜਦੋਂ ਇੱਥੋਂ ਦੇ ਪਹਾੜੀ ਤੁਰਕ ਆਦਿਕ ਇਹਨਾਂ ਨੂੰ ਤੰਗ ਕਰਦੇ ਸਨ, ਇਹਨਾਂ ਲੋਕਾਂ ਨੂੰ, ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਚਿੱਠੀਆਂ ਪਾ ਕੇ ਸੱਦਿਆ ਸੀ ਵੀ ਸਾਡੇ ਇਲਾਕੇ ਵਿੱਚ ਵੀ ਆਓ ਤੇ ਸਾਡੀ ਮਦਦ ਕਰੋ। ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਾੜੀ ਇਲਾਕੇ ਮਾਰੇ ਦੁਸ਼ਟਾਂ ਦਾ ਸੌਦਾ ਲਾਇਆ ਤੇ ਇੱਥੇ ਜਿਹੜੀਆਂ ਜ਼ਮੀਨਾਂ ਸਨ ਲੋਕਾਂ ਦੀਆਂ, ਲੋਕਾਂ ਨੂੰ ਦਿੱਤੀਆਂ ਵੀ ਤੁਸੀਂ ਆਪਣਾ ਹਲ ਵਾਹੋ ਤੇ ਖਾਓ। ਪਹਿਲਾਂ ਜ਼ਮੀਨ ਸਰਕਾਰ ਦੀ, ਹੁਕਮਰਾਨਾਂ ਦੀ, ਚੌਧਰੀਆਂ ਦੀ, ਵਾਹੁੰਦੇ ਗਰੀਬ ਲੋਕ ਸਨ ਤੇ ਖਾਂਦੇ ਤੁਰਕ ਸਨ। ਜ਼ਮੀਨ ਵੀ ਉਹਨਾਂ ਦੀ ਹੁੰਦੀ ਸੀ ਤੇ ਕਬਜ਼ਾ ਕਿਹਨਾਂ ਨੇ ਕਰ ਲਿਆ? ਸਰਕਾਰ ਨੇ। ਵਾਹੁਣਾ ਵੀ ਜ਼ਿਮੀਂਦਾਰਾਂ ਨੇ ਜ਼ਮੀਨ ਨੂੰ ਤੇ ਖਾਣਾ ਤੁਰਕਾਂ ਦੇ, ਉਹਨਾਂ ਨੂੰ ਖਾਣ ਨੂੰ ਕੁਝ ਨਹੀਂ ਸਨ ਦਿੰਦੇ। ਤੇ ਬਾਬਾ ਬੰਦਾ ਸਿੰਘ ਬਹਾਦਰ ਆਏ, ਜਿਹਦੀ ਜ਼ਮੀਨ ਜੋ ਵਾਹੇਗਾ ਉਹੀ ਖਾਏਗਾ। ਉਹਨਾਂ ਨੇ ਨਾ ਗਰੀਬਾਂ ਦੀਆਂ ਜ਼ਮੀਨਾਂ ਲੈ ਕੇ ਦਿੱਤੀਆਂ। ਅੱਜ ਉਹੀ ਲੋਕ ਖਾਲਸੇ ਦੇ ਵਿਰੋਧੀ ਹੋ ਗਏ, ਜਿਨ੍ਹਾਂ ਦੀ ਮਦਦ ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤੀ ਹੈ। ਜਬ ਬੰਦੇ ਨੇ ਤੁਰਕ ਸੁ ਮਾਰੇ। ਇਸ ਤਰ੍ਹਾਂ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਤੁਰਕਾਂ ਨੂੰ ਮਾਰ ਦਿੱਤਾ, ਕਰਾਈ ਬੰਦੇ ਕੀ ਇਨ ਫਿਰ ਹਾਰੇ। ਫਿਰ ਇਹਨਾਂ ਨੇ ਹਾਰ ਕਰਵਾਈ ਸੀ ਬੰਦਾ ਸਿੰਘ ਬਹਾਦਰ ਦੀ, ਪਹਾੜੀ ਲੋਕਾਂ ਨੇ। ਇਹ ਵਿਰੋਧੀ ਹੋ ਗਏ ਤੇ ਵਿਰੋਧੀ ਹੋ ਕਰਕੇ ਤੁਰਕਾਂ ਦੇ ਨਾਲ ਲੜ ਗਏ, ਉਹਨਾਂ ਦੀ ਮਦਦ ਕਰਨ ਲੱਗ ਪਏ ਹਨ। ਦੋਹਰਾ ਸਿੰਘਨ ਸਮਝਿਓ ਨਾਹੀਓ ਦਗੇਬਾਜ਼ ਇਹ ਆਦ। ਸਿੰਘਾਂ ਨੇ ਗੱਲ ਨਾ ਸਮਝੀ ਵੀ ਇਹ ਤਾਂ ਸ਼ੁਰੂ ਤੋਂ ਦਗੇਬਾਜ਼ ਹੀ ਨੇ, ਵੀ ਇਹਨਾਂ ਨੇ ਦਗੇਬਾਜ਼ੀ ਕਮਾਈ ਖਾਲਸੇ ਨਾਲ। ਬੰਦਈ ਸਿੰਘ ਇਨ ਫੜਦਏ ਰੱਖੀ ਨਾ ਸਿੰਘਨ ਯਾਦ। ਜਿਹੜੇ ਬੰਦਈ ਸਿੰਘ ਸਨ ਇਹਨਾਂ ਨੇ ਗ੍ਰਿਫਤਾਰ ਕਰਾ ਕੇ ਤੇ ਬਾਦਸ਼ਾਹ ਦੇ ਹਵਾਲੇ ਕਰ ਦਿੱਤੇ ਸਨ। ਇਹਨਾਂ ਨੇ ਸਿੰਘਾਂ ਦੇ ਨਾਲ ਕੋਈ ਭਲਾ ਚੰਗਾ ਨਹੀਂ ਕਮਾਇਆ, ਦਗਾ ਹੀ ਕਮਾਇਆ। ਇਹ ਗੱਲ ਸਿੰਘਾਂ ਨੇ ਯਾਦ ਨਾ ਰੱਖੀ ਤੇ ਔਖੇ ਵੇਲੇ ਸਿੰਘਾਂ ਸੋਚਿਆ ਵੀ ਚਲੋ ਆਪਾਂ ਪਹਾੜੀ ਇਲਾਕੇ ਵਿੱਚ ਚੱਲਦੇ ਹਾਂ ਤੇ ਜਿੱਥੇ ਹਿੰਦੂ ਨੇ ਤੇ ਉਹਨਾਂ ਦੇ ਨਾਲ ਜਾ ਕੇ ਬਹਿ ਕੇ ਆਪਾਂ ਵਿਚਾਰ ਕਰ ਲੈਂਦੇ ਹਾਂ। ਜੋ ਪਈ ਬਾਲ ਬਸੌਲੀ ਸਿੰਘ ਸੁ ਤੁਰੇ। ਇਸ ਤਰ੍ਹਾਂ ਬਸੌਲੀ ਨਗਰ ਪੈਂਦਾ, ਸਿੰਘ ਚਲਦੇ ਚਲਦੇ ਬਸੌਲੀ ਨਗਰ ਵੱਲ ਚੱਲ ਪਏ। ਅੱਗੇ ਬਸੌਲੀ ਬਹੁ ਪਰਬਤੀ ਜੁੜੇ। ਹੁਣ ਜਦੋਂ ਬਸੌਲੀ ਨਗਰ ਵਿੱਚ ਸਿੰਘ ਪਹੁੰਚੇ ਨੇ ਤੇ ਉੱਥੇ ਬਹੁਤ ਸਾਰੇ ਪਰਬਤੀ ਪਹਿਲਾਂ ਹੀ ਖਲੋਤੇ ਹੋਏ ਸਨ, ਕਿਉਂਕਿ ਸ਼ਾਹ ਨਵਾਜ਼ ਨੇ ਚਿੱਠੀਆਂ ਪਾਈਆਂ ਸਨ ਉਹਨਾਂ ਨੂੰ ਕਿ ਤੁਸੀਂ ਇੱਥੇ ਲਖਪਤ ਰਾਏ ਦੀ ਮਦਦ ਕਰਨੀ ਹੈ। ਚਿੱਠੀਆਂ ਤਾਂ ਪਹਿਲਾਂ ਹੀ ਪਹੁੰਚੀਆਂ ਹੋਈਆਂ ਸਨ ਤੇ ਜਦੋਂ ਬਸੌਲੀ ਨਗਰ ਦੇ ਵਿੱਚ ਸਿੰਘ ਪਹੁੰਚੇ ਤੇ ਪਰਬਤੀ ਪਹਿਲਾਂ ਹੀ ਖੜੇ ਸਨ ਉੱਥੇ। ਸਿੰਘ ਸਮਝੀ ਹਮ ਵੱਲ ਕਰੇ। ਸਿੰਘ ਇਹ ਸੋਚਦੇ ਰਹੇ ਵੀ ਇਹ ਸਾਡਾ ਪੱਖ ਕਰਨਗੇ, ਚਲੋ ਸਾਡੀ ਮਦਦ ਕਰਨਗੇ। ਕਈ ਸਿੰਘ ਜਾ ਕਿਨ ਮੋਰਲੇ। ਤੇ ਕਈ ਸਿੰਘ ਜਿਹੜੇ ਸਨ ਉਹ ਜਥੇ ਵਿੱਚੋਂ ਨਿਕਲ ਕੇ ਤੇ ਉਹ ਪਰਬਤੀਆਂ ਦੇ ਕੋਲ ਚਲੇ ਗਏ ਵੀ ਚਲੋ ਇਹ ਸਾਡੇ ਭਰਾ ਹੀ ਨੇ, ਵੀ ਸਾਡੀ ਮਦਦ ਕਰ ਦੇਣਗੇ। ਤਬ ਦਿਨ ਤੁਰਤ ਸੁਦੀਨੇ ਮਾਰ। ਪਰ ਉਹਨਾਂ ਨੇ ਕੀ ਕੀਤਾ ਵੀ ਉਹ ਸਿੰਘ ਕਤਲ ਕਰ ਦਿੱਤੇ। ਜਿੰਨੇ ਵੀ ਸਿੰਘ ਪਰਬਤੀਆਂ ਦੇ ਕੋਲ ਗਏ ਇਹਨਾਂ ਨੇ ਸਾਰੇ ਸਿੰਘਾਂ ਨੂੰ ਮਾਰ ਦਿੱਤਾ। ਕਈ ਪਰਕਾਏ ਤੁਰਕਨ ਵਾਰ। ਔਰ ਕਈ ਸਿੰਘ ਇਹਨਾਂ ਨੇ ਤੁਰਕਾਂ ਦੇ ਕੋਲ ਪਕੜਾ ਦਿੱਤੇ, ਤੁਰਕਾਂ ਦੇ ਹਵਾਲੇ ਕਰ ਦਿੱਤੇ। ਕਈ ਆਪ ਮਾਰ ਦਿੱਤੇ ਤੇ ਕਈ ਫੌਜ ਦੇ ਹਵਾਲੇ ਕਰ ਦਿੱਤੇ, ਉਹਨਾਂ ਨੂੰ ਗ੍ਰਿਫਤਾਰ ਕਰਵਾ ਦਿੱਤਾ। ਤੁਰਕਨ ਸੋ ਦੀਨੇ ਮਾਰੀ। ਜਿਹੜੇ ਸਿੰਘ ਤੁਰਕਾਂ ਨੂੰ ਗ੍ਰਿਫਤਾਰ ਕਰਾਏ ਗਏ ਤੇ ਤੁਰਕਾਂ ਨੇ ਤੁਰੰਤ ਹੀ ਉਹਨਾਂ ਸਿੰਘਾਂ ਨੂੰ ਕਤਲ ਕਰ ਦਿੱਤਾ, ਸ਼ਹੀਦ ਕਰ ਦਿੱਤਾ। ਸਿੰਘਨ ਰਾਤ ਬਿਗਨ ਪਈ ਭਾਰੀ। ਹੁਣ ਸਿੰਘਾਂ ਦੇ ਉੱਪਰ ਇਹ ਭਾਰੀ ਸਮਾਂ ਆ ਗਿਆ, ਭਾਰੀ ਰਾਤ ਆ ਗਈ। ਇਹੋ ਜਿਹਾ ਦੁੱਖ ਸੰਕਟ ਸਿੰਘਾਂ ਤੇ ਆ ਗਿਆ। ਹੁਣ ਸਮਝ ਨਹੀਂ ਆਉਂਦੀ ਵੀ ਕਰੀਏ ਤੇ ਕਰੀਏ ਕੀ। ਦੋਹਰਾ ਪੜੋਲ ਬਟੂਹੇ ਭਾਂਤ ਇੱਕ ਸਿੰਘ ਫਸੇ ਜੋ ਜਾਏ। ਇਸ ਤਰ੍ਹਾਂ ਪੜੋਲ ਤੇ ਕਟੂਹੇ ਦੇ ਇਲਾਕੇ ਦੇ ਵਿੱਚ ਨਗਰ ਸਨ। ਇਹਨਾਂ ਨਗਰਾਂ ਦੇ ਵਿੱਚ ਸਿੰਘ ਜਾ ਕੇ ਫਸ ਗਏ। ਲੀਲੇ ਲੂਟ ਉਹ ਕੂਟ ਕਰ ਨੱਠੇ ਸੋ ਫਿਰ ਪਛਤਾਏ। ਸਾਧ ਸੰਗਤ ਜੀ ਜਿਹੜੇ ਸਿੰਘ ਸਨ ਉਹਨਾਂ ਨੂੰ ਨਗਰ ਵਾਲਿਆਂ ਨੇ ਲੁੱਟ-ਕੁੱਟ ਲਿਆ, ਕਈ ਸਿੰਘ ਸ਼ਹੀਦ ਕਰ ਦਿੱਤੇ। ਉਥੋਂ ਫਿਰ ਸਿੰਘ ਪਛਤਾ ਕੇ ਨੱਠ ਗਏ, ਪਿੱਛੇ ਜਾ ਨਹੀਂ ਸਨ ਸਕਦੇ। ਲਖਪਤ ਰਾਏ ਸਾਰਾ ਮੁਲਖਈਆ ਲੈ ਕੇ ਆਉਂਦਾ ਸੀ,
ਅੱਗੇ ਜਾਣਾ ਸਿੰਘਾਂ ਲਈ ਕਠਿਨ ਹੋ ਰਿਹਾ ਸੀ। ਇਸ ਕਰਕੇ ਉਹ ਇਹਨਾਂ ਇਲਾਕਿਆਂ ਦੇ ਵਿੱਚ ਚਲੇ ਗਏ ਵੀ ਲੋਕ ਮਦਦ ਕਰਨਗੇ, ਪਰ ਉਥੋਂ ਦੇ ਲੋਕ ਵੀ ਸਿੰਘਾਂ ਦੇ ਵੈਰੀ ਨਿਕਲ ਆਏ। ਜੋ ਪਈ ਸਿੰਘ ਤਲੇ ਪਹਾੜ ਟਕਾਇਆ। ਫਿਰ ਸਿੰਘਾਂ ਨੇ ਸੋਚਿਆ ਵੀ ਇਸ ਤਰ੍ਹਾਂ ਕਰਦੇ ਆ ਵੀ ਆਪਾਂ ਪਹਾੜਾਂ ਤੇ ਜਾ ਚੜ੍ਹਦੇ ਆ, ਵੀ ਚਲੋ ਜਦੋਂ ਪਹਾੜਾਂ ਤੇ ਜਾਵਾਂਗੇ ਤੇ ਉੱਥੇ ਸਾਡੀ ਮਦਦ ਹੋਏਗੀ, ਉੱਥੇ ਲੁਕ ਛਿਪ ਜਾਵਾਂਗੇ, ਗੁਫਾਵਾਂ ਵਿੱਚ ਵੜ ਜਾਵਾਂਗੇ। ਸਿੰਘਾਂ ਨੇ ਇਸ ਤਰ੍ਹਾਂ ਪਹਾੜਾਂ ਦਾ ਊਟ ਆਸਰਾ ਤੱਕਿਆ ਹੈ। ਮੇਰਾ ਤਿਸੋ ਵੱਲ ਚਲਾਇਆ। ਆਪਣਾ ਡੇਰਾ ਸਿੰਘਾਂ ਨੇ ਪਹਾੜਾਂ ਦੇ ਵੱਲ ਤੋਰ ਲਿਆ। ਅੱਗੇ ਕੁੜਿਓ ਲਖਿਓ ਪਹਾੜ। ਪਰ ਸਾਧ ਸੰਗਤ ਜੀ, ਜਦੋਂ ਪਹਾੜਾਂ ਵੱਲ ਵੇਖਿਆ ਸਿੰਘਾਂ ਨੇ, ਅੱਗੇ ਪਹਾੜ ਵੀ ਜਿਹੜੇ ਸਨ ਉਹ ਪਹਾੜੀਆਂ ਦੇ ਨਾਲ ਭਰੇ ਹੋਏ ਹਨ। ਖੜੇ ਖੜੇ ਥੇ ਸ਼ਸਤਰ ਨਾਲ। ਉਥੇ ਪਹਾੜ ਜਿਹੜੇ ਸਨ ਉਹਨਾਂ ਦੇ ਉੱਪਰ ਪਹਾੜੀ ਖੜੇ ਸ਼ਸਤਰਾਂ ਦੇ ਨਾਲ, ਉਹਨਾਂ ਨੇ ਸ਼ਸਤਰ ਧਾਰਨ ਕੀਤੇ ਹੋਏ ਸਨ। ਉਹ ਤਾਂ ਸਿੰਘਾਂ ਦੀ ਉਡੀਕ ਵਿੱਚ ਸਨ ਵੀ ਸਿੰਘ ਕਦੋਂ ਆਉਣ ਤੇ ਉਹਨਾਂ ਨੂੰ ਮਾਰ ਦਈਏ। ਹੁਣ ਸਿੰਘ ਪਹਾੜਾਂ ਤੇ ਚੜ੍ਹਨਾ ਚਾਹੁੰਦੇ, ਪਹਾੜ ਤੇ ਪਹਿਲਾਂ ਪਹਾੜੀ ਖੜੇ ਹਨ। ਦੋਹਰਾ ਸਾਥ ਪਹਾੜ ਪਹਾੜੀਏ ਲਏ ਨਵਾਬ ਬੁਲਾਏ। ਕਿਉਂਕਿ ਨਵਾਬ ਸ਼ਾਹ ਨਵਾਜ਼ ਨੇ ਲਖਪਤ ਰਾਏ ਦੀ ਮਦਦ ਕਰਨ ਵਾਸਤੇ ਇਹਨਾਂ ਪਹਾੜੀਆਂ ਨੂੰ ਪਹਿਲਾਂ ਹੀ ਆਪਣੇ ਨਾਲ ਰਲਾ ਲਿਆ ਹੈ। ਉੱਪਰ ਪਹਾੜ ਸੁ ਆਖੜੇ ਦੇਖ ਸਿੰਘ ਸੰਸਾ ਆਏ। ਇਹ ਪਹਾੜੀਏ ਜਦੋਂ ਪਹਾੜ ਤੇ ਖੜ ਗਏ ਨਾ ਤੇ ਸਿੰਘਾਂ ਨੇ ਵੇਖ ਲਿਆ, ਤੇ ਸਿੰਘਾਂ ਦੇ ਮਨ ਵਿੱਚ ਸ਼ੰਕਾ ਪੈ ਗਈ ਵੀ ਇਹ ਸਾਡੇ ਭਲੇ ਵਾਸਤੇ ਨਹੀਂ ਖੜੇ, ਇਹ ਤਾਂ ਸਾਡੀ ਉਡੀਕ ਕਰਦੇ ਨੇ ਵੀ ਕਦੋਂ ਸਿੰਘ ਆਵਣ ਤੇ ਸਿੰਘਾਂ ਨੂੰ ਮਾਰ ਦਈਏ। ਚੌਪਈ ਫਿਰ ਖਾਲਸੇ ਪਿੱਛਾ ਟਕਾਇਆ। ਫਿਰ ਖਾਲਸੇ ਨੇ ਗੁਰਮਤਾ ਕੀਤਾ ਵੀ ਆਪਾਂ ਪਿਛਾਂ ਨੂੰ ਮੁੜੀਏ, ਹੁਣ ਵੀ ਅੱਗੇ ਤਾਂ ਜਾ ਨਹੀਂ ਸਕਦੇ, ਵੀ ਇੱਕ ਪਹਾੜ ਤੇ ਚੜ੍ਹਨਾ, ਇੱਕ ਉੱਪਰ ਜਿਹੜੇ ਹਨ ਪਹਾੜੀ ਖੜੇ ਨੇ। ਕੁਦਰਤੀ ਹੈ ਵੀ ਜਿਹੜੀ ਫੌਜ ਥੱਲੇ ਹੋਵੇ ਉਹਨੂੰ ਮਾਰ ਜ਼ਿਆਦਾ ਪੈਂਦੀ ਹੈ, ਜਿਹੜੇ ਉੱਪਰ ਖਲੋਣ ਉਹਨਾਂ ਨੂੰ ਮਾਰ ਘੱਟ ਪੈਂਦੀ ਹੈ। ਇਸ ਕਰਕੇ ਸਿੰਘਾਂ ਨੇ ਪਿਛਾਂ ਨੂੰ ਰੁਖ ਕਰ ਲਿਆ ਵੀ ਪਿਛਾਂ ਨੂੰ ਮੁੜ ਜਾਈਏ। ਤੁਰਕ ਫੌਜ ਸੋ ਜੰਗ ਮਚਾਇਆ। ਹੁਣ ਪਿੱਛੇ ਤੁਰਕਾਂ ਦੀ ਫੌਜ ਚੜੀ ਹੋਈ ਸੀ, ਅਖੀਰ ਸਿੰਘਾਂ ਨੂੰ ਉਹਨਾਂ ਨਾਲ ਜੰਗ ਕਰਨਾ ਪਿਆ। ਪੁੱਠੀ ਸਿੱਧੀ ਖੁੰਡੀ ਤਲਵਾਰ। ਸਿੰਘਾਂ ਕੋਲ ਜਿਹੋ ਜੀ ਪੁੱਠੀ ਸਿੱਧੀ ਖੁੰਡੀ ਤਲਵਾਰ ਸੀ, ਉਹਦੇ ਨਾਲ ਹੀ ਉਹ ਜੰਗ ਕਰਨ ਲੱਗ ਪਏ। ਬਲ ਸੋ ਹੋ ਜਾਏ ਪਾਰ। ਇੰਨੇ ਬਲ ਦੇ ਨਾਲ ਤੁਰਕਾਂ ਨੂੰ ਤਲਵਾਰ ਮਾਰਦੇ ਕਿ ਉਹਨਾਂ ਦੇ ਆਰ ਪਾਰ ਕੱਢ ਦਿੰਦੇ ਹਨ। ਇੱਕ ਫਲ ਨੇਜੋ ਰਹੇ ਜੂ ਬੀਜ। ਸਾਧ ਸੰਗਤ ਜੀ, ਜਦੋਂ ਨੇਜਾ ਮਾਰਿਆ ਤੁਰਕਾਂ ਦੇ ਤੇ ਉਹ ਫਲ ਜਿਹੜਾ ਟੁੱਟ ਕੇ ਤੁਰਕਾਂ ਦੇ ਸਰੀਰ ਵਿੱਚ ਰਹਿ ਗਿਆ। ਮਾਰ ਹੈ ਸਿਰ ਤੈ ਛੜ ਕੋ ਖੀਚ। ਹੁਣ ਬਰਛੇ ਨੇਜੇ ਦਾ ਡੰਡਾ ਹੀ ਰਹਿ ਗਿਆ ਨਾ ਸਿੰਘਾਂ ਕੋਲ, ਜਿਹੜੀ ਛੜ ਹੁੰਦੀ ਆ ਉਹੀ ਤੁਰਕਾਂ ਦੇ ਸਿਰ ਤੇ ਮਾਰਦੇ ਤੇ ਤੁਰਕ ਪਾਰ ਬੁਲਾ ਦਿੰਦੇ ਹਨ। ਟੁੱਟੀ ਕਮਾਨ ਸਿਰ ਮਾਰ ਹੈ ਕਾਨ। ਫਿਰ ਕਮਾਨਾਂ ਜਿਹੜੀਆਂ ਸਨ ਉਹ ਟੁੱਟ ਗਈਆਂ ਤੇ ਟੁੱਟੀਆਂ ਕਮਾਨਾਂ ਹੀ ਲੈ ਕੇ ਉਹ ਤੁਰਕਾਂ ਦੇ ਸਿਰ ਤੇ ਮਾਰਦੇ ਹਨ। ਸੀਸ ਸੁ ਫੋੜ ਹੈ ਬਲੀ ਜਵਾਨ। ਵੱਡੇ ਵੱਡੇ ਬਲੀ ਜਵਾਨ ਜਿਹੜੇ ਤੁਰਕ ਸਨ, ਕਮਾਨਾਂ ਦੇ ਨਾਲ ਹੀ ਉਹਨਾਂ ਦੇ ਸਿਰ ਭੰਨ ਦਿੰਦੇ ਹਨ। ਲੈ ਲੱਖੂ ਜੋ ਪਾਵੇ ਕਹੀਂ। ਸਿੰਘਾਂ ਨੇ ਸੋਚਿਆ ਵੀ ਲੱਖੂ ਲੱਭੋ ਕਿੱਥੇ ਆ, ਜਸਪਤ ਰਾਏ ਦਾ ਭਰਾ, ਇਹਨੂੰ ਮਾਰੀਏ ਤੇ ਮੁਸੀਬਤ ਸਾਰੀ ਟਲ ਜਾਏਗੀ। ਹੁਣ ਸਿੰਘ ਲਖਪਤ ਰਾਏ ਨੂੰ ਲੱਭਦੇ ਹਨ ਵੀ ਕਿਤੇ ਉਹ ਪ੍ਰਾਪਤ ਹੋ ਜਾਏ, ਲੱਭ ਜਾਏ। ਰਹਿ ਪਿੱਛੇ ਸੋ ਲੱਭੇ ਨਹੀਂ। ਹੁਣ ਉਹ ਰਹਿੰਦਾ ਸੀ ਸਾਰਿਆਂ ਤੋਂ ਪਿੱਛੇ। ਮੂਹਰੇ ਉਹਨੇ ਫੌਜ ਕੀਤੀ ਹੋਈ ਸੀ ਘੋੜਿਆਂ ਵਾਲੀ, ਜਿਹੜੀਆਂ ਤੋਪਾਂ ਦੀ ਫੌਜ ਸੀ ਉਹ ਸੀ। ਫਿਰ ਹੱਥ ਨਾਲ ਚਲਾਉਣ ਵਾਲੀਆਂ, ਹਾਥੀ ਤੇ ਰੱਖ ਕੇ ਚਲਾਉਣ ਵਾਲੀਆਂ ਬੰਦੂਕਾਂ। ਉਸ ਤੋਂ ਬਾਅਦ ਜੰਬੂਰੇ ਸਨ। ਫਿਰ ਪਿਆਦੀ ਫੌਜ ਸੀ। ਉਸ ਤੋਂ ਪਿੱਛੇ ਕਿਤੇ ਆਪ ਸੀਗਾ, ਉਹ ਲੁਕ ਕੇ ਬੈਠਾ ਹੋਇਆ ਡਰਦਾ ਮਾਰਾ ਸਿੰਘਾਂ ਤੋਂ। ਹੁਣ ਉਹ ਲਖਪਤ ਰਾਏ ਸਿੰਘਾਂ ਨੂੰ ਲੱਭਦਾ ਨਹੀਂ ਹੈ। ਬਲੀ ਸਿੰਘ ਜੋ ਸ਼ਸਤਰ ਮਾਰੇ। ਇਧਰ ਜਿਹੜੇ ਬਲੀ ਤਾਕਤਵਰ ਸਿੰਘ ਨੇ ਉਹ ਤੁਰਕਾਂ ਦੇ ਸਿਰ ਤੇ ਸ਼ਸਤਰ ਮਾਰਦੇ ਹਨ। ਤੁਰਕ ਸਮੁੰਡੀਆਂ ਕਾਟ ਵਿਡਾਰੇ। ਮਾਰ ਕੇ ਸ਼ਸਤਰ ਉਹਨਾਂ ਦੀ ਮੁੰਡੀ ਲਾ ਕੇ ਧਰਤੀ ਤੇ ਸੁੱਟ ਦਿੰਦੇ। ਦੋਹਰਾ ਫੇਰ ਫਿਰੇ ਵੱਲ ਨਹਿ ਚੱਲੇ ਤੋਪ ਜੰਬੂਰਨ ਨਾਲ। ਸਿੰਘਾਂ ਨੇ ਹੌਸਲਾ ਕਰਕੇ ਇੱਕ ਵਾਰ ਤਾਂ ਜੰਗ ਸ਼ੁਰੂ ਕਰ ਲਿਆ, ਪਰ ਤੋਪਾਂ ਜੰਬੂਰਿਆਂ ਦੇ ਸਾਹਮਣੇ ਵਸ ਨਾ ਚੱਲਿਆ ਸਿੰਘਾਂ ਦਾ। ਉਥੋਂ ਫਿਰ ਸਿੰਘਾਂ ਨੇ ਆਪਣਾ ਪਿਛਾਂ ਨੂੰ ਰੁਖ ਕਰ ਲਿਆ ਹੈ। ਕਿਉ ਤਬਹਿ ਦਰਿਆਉ ਤਿਨ ਹੋਈਏ ਜਿਮ ਤਿਮ ਪਾਰ। ਸਿੰਘਾਂ ਨੇ ਫਿਰ ਦਰਿਆ ਦਾ ਆਸਰਾ ਤੱਕਿਆ। ਸਿੰਘ ਕਹਿੰਦੇ ਵੀ ਜਿਵੇਂ ਕਿਵੇਂ ਹੋ ਸਕੇ ਤੇ ਦਰਿਆ ਪਾਰ ਕਰ ਲਈਏ। ਹੁਣ ਕੰਮ ਤਾਂ ਇਹੀ ਚੱਲ ਰਿਹਾ ਸੀ ਨਾ ਸ਼ੁਰੂ ਤੋਂ, ਕਦੀ ਇੱਧਰ ਆ ਗਏ, ਕਈ ਉੱਧਰ ਚਲੇ ਗਏ, ਕਈ ਇੱਧਰ ਕਦੀ ਉੱਧਰ, ਤੇ ਤੁਰਕ ਵੀ ਮਗਰ ਹੀ ਸਾਰੇ ਸਿੰਘਾਂ ਦੇ। ਹੁਣ ਉੱਥੇ ਜਦੋਂ ਸਿੰਘ ਫਸ ਗਏ ਇੱਕ ਜਗ੍ਹਾ ਤੇ, ਸਿੰਘ ਕਹਿੰਦੇ ਵੀ ਦਰਿਆ ਪਾਰ ਕਰ ਲਈਏ ਇੱਕ ਵਾਰੀ, ਤੇ ਜੇ ਦਰਿਆ ਪਾਰ ਕਰ ਲਵਾਂਗੇ ਫਿਰ ਸੌਖੇ ਹੋ ਜਾਵਾਂਗੇ। ਜੋ ਪਈ ਜਾਏ ਖੜੇ ਦਰਿਆਏ ਕਿਨਾਰੇ। ਸਾਰੇ ਸਿੰਘ ਜਾ ਕੇ ਦਰਿਆ ਦੇ ਕਿਨਾਰੇ ਖਲੋ ਗਏ। ਦਰਿਆਏ ਸੁ ਲਹਿਰਨ ਮਾਰੇ।
ਅੱਗੇ ਦਰਿਆ ਜਿਹੜਾ ਸੀ ਠਾਠਾਂ ਮਾਰਦਾ, ਉਹਦੇ ਵਿੱਚ ਪਾਣੀ ਵੱਡੀਆਂ ਵੱਡੀਆਂ ਲਹਿਰਾਂ ਉੱਠ ਰਹੀਆਂ ਸਨ। ਫੂਕੇ ਫੂਕੇ ਚੱਕ ਚੱਕ ਡੰਡ, ਇਸੇ ਪ੍ਰਕਾਰ ਸਾਧ ਸੰਗਤ ਜੀ ਕਹਿੰਦੇ ਵੀ ਛੂੰਕਦਾ ਹੋਇਆ, ਫਨ ਚੱਕਦਾ ਹੋਇਆ ਦਰਿਆ ਡੰਡਾ ਰੌਲੀ ਪਾਉਂਦਾ ਉੱਥੋਂ ਲੰਘ ਰਿਹਾ ਹੈ। ਘੁੰਮਣ ਘੇਰਨ ਧਿਆਨ ਪ੍ਰਚੰਡ, ਵੱਡੀਆਂ ਵੱਡੀਆਂ ਘੁੰਮਣ ਘੇਰੀਆਂ ਪਾਣੀ ਦੇ ਵਿੱਚ ਪੈ ਰਹੀਆਂ ਨੇ, ਤੇ ਸਿੰਘਾਂ ਨੇ ਜਦੋਂ ਵੇਖਿਆ ਵੀ ਇਹ ਵੀ ਹੁਣ ਮੁਸੀਬਤ ਆ ਗਈ, ਤੁਰਕ ਵੀ ਪਹਾੜੀ ਵੀ ਹਿੰਦੂ ਵੀ ਵੈਰੀ ਬਣ ਗਏ, ਉਧਰ ਦਰਿਆ ਚੜਿਆ ਹੋਇਆ ਸੀ ਤੇ ਸਿੰਘਾਂ ਵਾਸਤੇ ਨਵੀਂ ਮੁਸੀਬਤ ਬਣ ਗਈ ਹੈ। ਬਹੁਤ ਜ਼ੋਰ ਸੋ ਗਾਜਤ ਆਵੇ, ਦਰਿਆ ਜਿਹੜਾ ਉਹਦਾ ਪਾਣੀ ਬੜੇ ਜ਼ੋਰ ਦੇ ਨਾਲ ਗੱਜਦਾ ਆਉਂਦਾ ਸੀ, ਕਿਉਂ ਪਹਾੜੀ ਇਲਾਕਾ ਹੈ ਨਾ, ਦਰਿਆਵਾਂ ਦਾ ਪਾਣੀ ਸਾਰਾ ਤਕਰੀਬਨ ਗਲੇਸ਼ੀਅਰ ਪਿੰਗਲ ਪਿੰਗਲ ਕੇ ਉਹ ਪਹਾੜੀ ਇਲਾਕੇ ਵਿੱਚੋਂ ਆਉਂਦਾ ਹੈ। ਸਾਰਾ ਸਾਲ ਸਰਦੀਆਂ ਵਿੱਚ ਪਾਈ ਹੋਈ ਬਰਫ਼ ਫਿਰ ਹੌਲੀ 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 ਖੁਰਦੀ ਹੈ, ਗਲੇਸ਼ੀਅਰ ਦਾ ਪਾਣੀ ਦਰਿਆਵਾਂ ਦੇ ਵਿੱਚ ਵਗਦਾ ਹੈ। ਹੁਣ ਉੱਥੋਂ ਦਾ ਪਾਣੀ ਨਿਕਲਦਾ ਤੇ ਇੰਨੀ ਤੇਜ਼ੀ ਨਾਲ ਉੱਥੇ ਦਰਿਆ ਨਿਕਲਦਾ ਸੀ, ਮੰਨੋ ਵੀ ਗੱਜਦਾ ਹੀ ਆਉਂਦਾ ਹੈ। ਬਹੁਤ ਬ੍ਰਿਸ਼ਨ ਕੀ ਜੜਾਂ ਪੁਟਾਵੇ, ਪਾਣੀ ਦੀ ਸਪੀਡ ਇੰਨੀ, ਰਫ਼ਤਾਰ ਇੰਨੀ ਸੀ ਕਿ ਜਿਹੜੀਆਂ ਦਰਖਤਾਂ ਦੀਆਂ ਜੜ੍ਹਾਂ ਨੇ ਨਾ, ਜੜ੍ਹਾਂ ਦੇ ਸਮੇਤ ਹੀ ਦਰਖਤਾਂ ਨੂੰ ਪੁੱਟ-ਪੁੱਟ ਕੇ ਨਾਲ ਰੁੜੀ ਜਾ ਰਿਹਾ ਹੈ। ਮੂਹਾ ਪੁਸ਼ਕੀ ਕੌਣ ਚਲਾਵੇ, ਉਥੇ ਹੁਣ ਆਮ ਪੁਰਸ਼ਾਂ ਦੀ ਤਾਕਤ, ਉਹਨਾਂ ਦਾ ਬਲ ਕਿਵੇਂ ਚੱਲ ਸਕਦਾ ਹੈ। ਤੋੜਤ ਸਿੱਲਾ ਪੱਥਰ ਕੀ ਆਵੇ, ਉਹ ਦਰਿਆ ਦਾ ਪਾਣੀ ਤਾਂ ਵੱਡੀਆਂ ਵੱਡੀਆਂ ਪੱਥਰ ਦੀਆਂ ਸਿਲਾਂ ਜਿਹੜੀਆਂ ਨੇ ਉਹਨਾਂ ਨੂੰ ਵੀ ਤੋੜਦਾ ਆਉਂਦਾ ਹੈ, ਤੇ ਜਿੱਥੇ ਪਾਣੀ ਪੱਥਰ ਦੀ ਸਿਲਾ ਭੰਦਾ ਪਿਆ ਤੇ ਉੱਥੇ ਇੱਕ ਆਮ ਬੰਦਾ ਵਿਚਾਰਾ ਪਾਣੀ ਦੇ ਸਾਹਮਣੇ ਕੀ ਕਰ ਸਕਦਾ ਹੈ। ਦੋਹਰਾ ਕਹਿਓ ਉਹਾਂ ਖੜ ਖਾਲਸੇ ਕੋ ਯਹਾਂ ਲਿਆਵੇ ਖਾਹੋ, ਖਾਲਸਾ ਉੱਥੇ ਖਲੋ ਗਿਆ ਦਰਿਆ ਦੇ ਕੰਢੇ ਤੇ, ਸਿੰਘੋ ਕੋਈ ਹੈ ਤੁਹਾਡੇ ਵਿੱਚ ਯੋਧਾ ਜਿਹੜਾ ਜਾ ਕੇ ਦਰਿਆ ਦੇ ਪਾਣੀ ਦਾ ਥਾਹ ਲੈ ਕੇ ਆਵੇ ਵੀ ਕਿੰਨਾ ਕੁ ਡੂੰਘਾ ਹੈ, ਵੀ ਜੇ ਦਰਿਆ ਪਾਰ ਕਰਨਾ ਹੈ ਤੇ ਇਹ ਨਾ ਹੋਵੇ ਵੀ ਸਾਰੇ ਹੀ ਵੜ ਜਾਈਏ ਤੇ ਸਾਰੇ ਹੀ ਰੁੜ ਜਾਈਏ, ਵੀ ਕੋਈ ਇਹੋ ਜੀ ਜਗ੍ਹਾ ਹੈ ਜਿੱਥੇ ਪਾਣੀ ਥੋੜਾ ਹੋਵੇ ਤੇ ਆਪਾਂ ਦਰਿਆ ਨੂੰ ਪਾਰ ਕਰ ਸਕੀਏ। ਜਾਂਗੇ ਪਾਛੇ ਸਭ ਲੰਘੇ ਐਸ ਬਤਾਵੇ ਰਾਹੋ, ਕੋਈ ਪਹਿਲਾਂ ਵਿੱਚ ਦਰਿਆ 'ਚ ਵੜ ਕੇ ਨਾ ਤੇ ਆਪ ਜਾਏ ਤੇ ਰਾਹ ਦੱਸੇ ਵੀ ਆਹ ਰਾਹ ਠੀਕ ਹੈ ਲੰਘਣ ਵਾਸਤੇ, ਤੇ ਫਿਰ ਉਹਨਾਂ ਦੇ ਬਾਅਦ ਸਾਰੀ ਫੌਜ ਉਸ ਸਿੰਘ ਦੇ ਪਿੱਛੇ ਪਿੱਛੇ ਦਰਿਆ ਪਾਰ ਕਰ ਲਵੇਗੀ। ਚੋਪਈ ਰਹਿਤ ਸਿੰਘ ਥੇ ਡੱਲੇਵਾਲ, ਡੱਲੇਵਾਲ ਇੱਕ ਨਗਰ ਜੇ, ਡੱਲੇਵਾਲ ਦੇ ਨਗਰ ਦੇ ਬਹੁਤ ਸਾਰੇ ਸਿੰਘ ਜਿਹੜੇ ਉਹ ਪੰਥ ਦੇ ਵਿੱਚ ਰਹਿੰਦੇ ਸਨ, ਬੜਾ ਵੱਡੇ ਭਾਗਾਂ ਵਾਲਾ ਇਹ ਨਗਰ ਹੈ, ਇਹਨੂੰ ਡੱਲ ਪਿੰਡ ਵੀ ਕਹਿੰਦੇ ਨੇ, ਡੱਲੇਵਾਲ ਇਹ ਪਿੰਡ। 72 ਬ੍ਰਹਮ ਗਿਆਨੀ ਹੋਏ ਇਸ ਨਗਰ ਵਿੱਚ ਗੁਰੂ ਸਾਹਿਬ ਦੇ ਸਮੇਂ, ਤੇ ਜਿਨ੍ਹਾਂ ਦੇ ਵਿੱਚੋਂ ਭਾਈ ਪਾਰੋ ਜੁਲਕਾ ਜੀ ਮਹਾਰਾਜ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਪਰਮਹੰਸ ਬ੍ਰਹਮ ਗਿਆਨੀ ਸਿੱਖ ਹੋਏ। ਭਾਈ ਪਾਰੋ ਜੁਲਕਾ ਬੜੇ ਪ੍ਰੇਮੀ ਸਨ ਗੁਰੂ ਸਾਹਿਬ ਦੇ। ਇਸ ਤਰ੍ਹਾਂ ਹੀ ਡੱਲੇਵਾਲ ਨਗਰ ਵਿੱਚ 72 ਬ੍ਰਹਮ ਗਿਆਨੀ ਮਹਾਂਪੁਰਸ਼ ਹੋਏ, ਤੇ ਸਾਰਾ ਨਗਰ ਗੁਰੂ ਨਾਲ ਪ੍ਰੇਮ ਕਰਨ ਵਾਲਾ, ਸ਼ਰਧਾ ਤੇ ਭਾਵਨਾ ਨਾਲ ਰਹਿਣ ਵਾਲੇ ਸਿੰਘ, ਤੇ ਗੁਰੂ ਪੰਥ ਦੇ ਵਿੱਚ ਵੀ ਉਹ ਆਪਣਾ ਲੰਮਾ ਸਮਾਂ ਯੋਗਦਾਨ ਪਾਉਂਦੇ ਰਹੇ। ਸੋ ਇਸ ਪ੍ਰਕਾਰ ਡੱਲੇਵਾਲ ਨਗਰ ਦੇ ਬਹੁਤ ਸਾਰੇ ਸਿੰਘ ਪੰਥ ਵਿੱਚ ਰਹਿੰਦੇ ਹਨ। ਉਹਨਾਂ ਦੇ ਵਿੱਚ ਭਾਈ ਗੁਰਦਿਆਲ ਸਿੰਘ ਜੀ ਹੋਏ ਨੇ, ਜਿਹੜੇ ਭਾਈ ਗੁਰਦਿਆਲ ਸਿੰਘ ਜੀ ਸਨ 12 ਮਿਸਲਾਂ ਵਿੱਚੋਂ ਇੱਕ ਮਿਸਲ ਸੀ ਜਿਸ ਮਿਸਲ ਦਾ ਨਾਮ ਡੱਲੇਵਾਲ ਮਿਸਲ ਹੈ, ਤੇ ਉਹ ਡੱਲੇਵਾਲ ਮਿਸਲ ਦੇ ਮੁਖੀ ਸਨ ਭਾਈ ਗੁਰਦਿਆਲ ਸਿੰਘ ਜੀ, ਤੇ ਇਹ 4 ਭਰਾ ਸਨ। ਬੜੇ ਵੱਡੇ ਸੋਹਣੇ ਸੋਹਣੇ ਨੌਜਵਾਨ ਸੂਰਬੀਰ ਯੋਧੇ, ਵੱਡੇ ਵੱਡੇ ਉਹਨਾਂ ਦੇ ਗਠਵੇਂ ਸਰੀਰ ਸਨ, ਤੇ ਵੇਖਣ ਦੀ ਉਂਝ ਆਪਦੇ ਸਨ ਜਿਵੇਂ ਕੋਈ ਰਾਜੇ ਮਹਾਰਾਜੇ ਹੋਵਣ। ਉਹਨਾਂ ਦੇ ਕੋਲ ਬੜੇ ਸੋਹਣੇ ਸੋਹਣੇ ਤੇ ਚੰਚਲ ਘੋੜੇ ਹਨ। ਜਦੋਂ ਸਿੰਘਾਂ ਨੇ ਆਖਿਆ, ਜਥੇਦਾਰ ਨੇ ਆਖਿਆ ਵੀ ਕੋਈ ਯੋਧਾ ਜਾਏ ਤੇ ਥਾਹ ਲਿਆਵੇ ਦਰਿਆ ਦੀ, ਉਹਨਾਂ 4 ਭਰਾਵਾਂ ਦੇ ਵਿੱਚੋਂ 2 ਜਿਹੜੇ ਭਰਾ ਸਨ ਉਹ ਕਹਿੰਦੇ ਵੀ ਮਹਾਰਾਜ ਤੁਹਾਡਾ ਹੁਕਮ ਹੋਵੇ ਤੇ ਅਸੀਂ ਜਾਂਦੇ ਹਾਂ, ਤੇ 2 ਭਰਾ ਜਿਹੜੇ ਦਰਿਆ ਦੇ ਪਾਣੀ ਦਾ ਅੰਦਾਜ਼ਾ ਲਾਉਣ ਵਾਸਤੇ ਚੱਲ ਪਏ। ਦਰਿਆ ਦਾ ਪਾਣੀ ਇੰਨਾ ਕੁ ਡੂੰਘਾ ਸੀ ਨਾ, ਜਦੋਂ ਉਹ ਘੋੜੇ ਲੈ ਕੇ ਗਏ ਤੇ ਨਾਲ ਹੀ ਰੁੜ ਗਏ ਗੋਤੇ ਖਾ ਕੇ ਵਿੱਚ। ਉਹਨਾਂ ਸਿੰਘਾਂ ਦਾ ਥੋ ਹੀ ਪਤਾ ਨਹੀਂ ਲੱਗਿਆ। ਗੁਰਦਿਆਲ ਸਿੰਘ ਦੇ ਭਾਈ ਹੋਈ, ਭਾਈ ਗੁਰਦਿਆਲ ਸਿੰਘ ਜੀ ਦੇ ਉਹ 2 ਭਰਾ ਸਨ, ਜਿਨ੍ਹਾਂ ਤੋਂ ਡੱਲੇਵਾਲ ਮਿਸਲ ਆਰੰਭ ਹੋਈ ਹੈ। 12 ਮਿਸਲਾਂ ਵਿੱਚੋਂ ਭਾਈ ਗੁਰਦਿਆਲ ਸਿੰਘ ਮੁਖੀ ਸਨ, ਤੇ ਉਹਨਾਂ ਦੇ ਉਹ 2 ਭਰਾ ਸਨ ਜਿਹੜੇ ਪਾਣੀ ਦੇ ਵਿੱਚ ਰੁੜ ਗਏ ਸਨ। 2 ਸਿੰਘਾਂ ਦੇ ਰੁੜਨ ਤੋਂ ਬਾਅਦ ਸਮੂਹ ਖਾਲਸੇ ਨੇ ਵਿਚਾਰ ਕੀਤੀ ਹੈ, ਖਾਲਸਾ ਜੀ ਸਾਡੇ ਸਿਰ ਦੇ ਉੱਪਰ ਬੜਾ ਭਾਰੀ ਵਕਤ ਆ ਗਿਆ, ਬੜੀ ਔਖੀ ਘੜੀ ਆ ਗਈ ਹੈ।
ਅਸੀਂ ਇਸ ਤਰ੍ਹਾਂ ਇਕੱਲੇ ਜਾਣੇ ਨਾ ਡੁੱਬ ਕੇ ਦਰਿਆ ਵਿੱਚ ਮਰ ਜਾਵਾਂਗੇ। ਗੁਰੂ ਤੁਰਕ ਸੰਗ ਲੈ ਦਸ ਭਾਏ। ਜੇ ਦਰਿਆ ਵਿੱਚ ਡੁੱਬ ਕੇ ਹੀ ਮਰਨਾ ਹੈ ਤੇ ਇਹਦੇ ਨਾਲੋਂ ਚੰਗਾ ਹੈ ਵੀ ਇੱਕ ਇੱਕ ਸਿੰਘ ਤੁਰਕਾਂ ਨਾਲ ਜੰਗ ਕਰੇ ਤੇ ਦਸਾਂ ਦਸਾਂ ਨੂੰ ਲੈ ਕੇ ਮਰ ਜਾਏ। ਫਿਰ ਦਰਿਆ ਵਿੱਚ ਡੁੱਬਣ ਦਾ ਫਾਇਦਾ ਥੋੜਾ ਹੈ, ਮਰਨਾ ਇੱਥੇ ਵੀ ਹੈ ਤੇ ਮਰਨਾ ਤੁਰਕਾਂ ਨਾਲ ਲੜ ਕੇ ਵੀ ਹੈ। ਵੀ ਆਪਾਂ ਇੱਕ ਇੱਕ ਸਿੰਘ ਤੁਰਕਾਂ ਨਾਲ ਲੜਾਂਗੇ ਤੇ ਇੱਕ ਇੱਕ ਸਿੰਘ ਦਸਾਂ ਦਸਾਂ ਨੂੰ ਮਾਰੇਗਾ ਨਾ, ਉੱਥੇ ਸ਼ਹਾਦਤ ਪ੍ਰਾਪਤ ਕਰਦੇ ਆਂ, ਦਰਿਆ 'ਚ ਡੁੱਬ ਕੇ ਨਹੀਂ ਆਪਾਂ ਮਰਨਾ। ਤਬਹਿ ਵਿਚਾਰਿਓ ਖਾਲਸੇ ਆਇਓ ਵੇਲਾ ਸੋਏ। ਗੁਰੂ ਕੇ ਖਾਲਸੇ ਨੇ ਇਹ ਵਿਚਾਰ ਕੀਤੀ ਹੈ ਕਿ ਸਿੰਘੋ ਹੁਣ ਉਹ ਵੇਲਾ ਉਹ ਸਮਾਂ ਆ ਗਿਆ ਹੈ। ਜੋ ਸ਼੍ਰੀ ਮੁਖ ਤੇ ਆਖਿਓ ਸਤਿਗੁਰ ਸਨਮੁਖ ਹੋਏ। ਜਿਹੜੇ ਬਚਨ ਮਹਾਰਾਜ ਨੇ ਕਹੇ ਸਨ ਸਤਿਗੁਰੂ ਕਲਗੀਧਰ ਜੀ ਨੇ, ਉਹਨਾਂ ਬਚਨਾਂ ਨੂੰ ਕਮਾਉਣ ਦਾ ਸਮਾਂ ਆ ਗਿਆ ਜੇ। ਆਪਾਂ ਗੁਰੂ ਦੇ ਬਚਨ ਕਮਾ ਕੇ ਕਲਗੀਧਰ ਜੀ ਦੇ ਸਨਮੁਖ ਰਹਿਣਾ ਹੈ। ਸਤਿਗੁਰੂ ਜੀ ਦਾ ਬਚਨ ਸੀ ਕਿ ਜਦੋਂ ਸਮਾਂ ਆਵੇ ਤੇ ਤੁਰਕਾਂ ਦੇ ਸਨਮੁਖ ਹੋ ਕਰਕੇ ਲੜਨਾ, ਪਿੱਠ ਨਹੀਂ ਵਿਖਾਉਣੀ, ਸਾਹਮਣੇ ਹੋ ਕੇ ਸ਼ਸਤਰ ਖਾ ਕੇ ਸ਼ਹੀਦ ਹੋ ਜਾਣਾ ਹੈ। ਜੋ ਪਈ ਸਿੰਧੋ ਮੁਖ ਕਰ ਮਰੈ ਸੂਜੂਰ। ਹਾਂਜੀ, ਸਿੰਘੋ ਮੁਖ ਕਰ ਮਰੈ ਸੂਸੂਰਾ। ਇਹ ਬਚਨ ਸੀ ਕਿ ਜਿਹੜਾ ਸਿੰਘ ਸਿੱਧਾ ਮੁਖ ਕਰਕੇ ਤੁਰਕਾਂ ਦੇ ਸਾਹਮਣੇ ਹੋ ਕੇ ਲੜੇਗਾ, ਭਾਵ ਤੁਰਕ ਨੂੰ ਪਿੱਠ ਨਹੀਂ ਵਿਖਾਵੇਗਾ। ਲਾਖ ਮੈਂ ਲੈਉ ਪੂਰਾ। ਜਿਹੜਾ ਇੱਕ ਸਿੰਘ ਸਿੱਧਾ ਮੂੰਹ ਕਰਕੇ ਤੁਰਕਾਂ ਨਾਲ ਲੜੇਗਾ ਤੇ ਮੁਖ ਤੇ ਸ਼ਸਤਰ ਖਾਏਗਾ, ਉਹਨੂੰ ਮੈਂ ਪੂਰਾ 1.25 ਲੱਖ ਦੇ ਵਿੱਚ ਗਿਣਾਂਗਾ, ਭਾਵ ਕਿ ਉਹ ਕੱਲਾ ਸਿੰਘ 1.25 ਲੱਖ ਦੇ ਬਰਾਬਰ ਹੈ ਜਿਹੜਾ ਇੱਕ ਸਿੰਘ ਤੁਰਕਾਂ ਦੇ ਨਾਲ ਸਨਮੁਖ ਹੋ ਕੇ ਸਾਹਮਣੇ ਉਹਨਾਂ ਨਾਲ ਭਿੜੇਗਾ। ਉਹ ਛੱਡੋ ਤਰ ਪੰਥ ਖਿਆਲ। ਇਸ ਕਰਕੇ ਸਿੰਘੋ ਹੁਣ ਆਪਾਂ ਇਹ ਬੋਲ ਪਗਾਉਣੇ ਨੇ ਵੀ ਤੁਰਕਾਂ ਨਾਲ ਸਾਹਮਣੇ ਹੋ ਕਰਕੇ ਜੰਗ ਕਰਨਾ ਹੈ। ਇਸ ਤਰ੍ਹਾਂ ਸਾਰੇ ਸਿੰਘਾਂ ਨੇ ਦਰਿਆ ਵਿੱਚੋਂ ਤਰ ਕੇ ਪਾਰ ਲੰਘਣ ਦਾ ਖਿਆਲ ਛੱਡ ਦਿੱਤਾ ਹੈ। ਕਰਿਓ ਪਾਤਸ਼ਾਹੀ ਫਿਰ ਸੁਖ ਨਾਲ। ਸਿੰਘੋ ਚਲੋ ਤੁਰਕਾਂ ਨਾਲ ਲੜੀਏ ਤੇ ਫਿਰ ਸੁੱਖਾਂ ਨਾਲ ਪਾਤਸ਼ਾਹੀ ਕਰਾਂਗੇ। ਦੋਹਰਾ ਬਚਨ ਕਹੇ ਜੋ ਖਾਲਸੇ ਲਏ ਪੰਥ ਸੋਈ ਮਾਨ। ਗੁਰੂ ਕੇ ਖਾਲਸੇ ਨੇ ਜੋ ਬਚਨ ਕੀਤੇ, ਜਥੇਦਾਰ ਨੇ ਜੋ ਬਚਨ ਕੀਤਾ, ਹੁਕਮ ਕਿਹਾ, ਸਮੂਹ ਖਾਲਸੇ ਪੰਥ ਨੇ ਉਸ ਹੁਕਮ ਨੂੰ ਸੱਤ ਕਰਕੇ ਮੰਨ ਲਿਆ ਹੈ। ਔਰ ਮੁਖ ਕਰ ਚੜੇ ਮੋੜਿਓ ਮੁਖ ਨਾ ਕਾਨ। ਗੁਰੂ ਕੇ ਸਿੰਘ ਜਿਹੜੇ ਸਨ ਚਾਰ ਚਫੇਰੇ ਮੁਖ ਕਰਕੇ ਵੈਰੀ ਉੱਪਰ ਜਾ ਚੜੇ, ਉਹਨਾਂ ਨੇ ਰੰਚਕ ਮਾਤਰ ਵੀ ਆਪਣਾ ਮੁਖ ਪਿਛਾਂ ਨਹੀਂ ਮੋੜਿਆ। ਚੋਪਈ ਜੇਹੂ ਵੱਲ ਪਹਾੜ ਤੇ ਖੜੇ। ਇਸ ਤਰ੍ਹਾਂ ਜਿਹੜੇ ਸਿੰਘ ਪਹਾੜ ਦੇ ਇਲਾਕੇ ਵੱਲ ਖੜੇ ਸਨ, ਕਰ ਪਹਾੜ ਸੋ ਚੜੇ। ਉਹ ਹਿੰਮਤ ਕਰਕੇ ਪਹਾੜੀ ਦੇ ਉੱਪਰ ਚੜਨ ਲੱਗ ਪਏ। ਅੱਗੇ ਖੜੀ ਪਹਾੜ ਸਿਪਾਹ। ਪਰ ਅੱਗੇ ਪਹਾੜੀ ਦੇ ਉੱਪਰ ਸਿਪਾਹੀ ਖੜੇ ਹੋਏ ਸਨ। ਸੋ ਦੇਵੇ ਨਹੀਂ ਸਿੰਘਨ ਰਾਹ। ਉਹ ਸਿੰਘਾਂ ਨੂੰ ਲੰਘਣ ਵਾਸਤੇ ਰਾਹ ਨਹੀਂ ਦਿੰਦੇ। ਮਾਰੇ ਪੱਥਰ ਇੱਟਾਂ ਬੰਦੂਕ। ਉੱਪਰੋਂ ਪੱਥਰ ਮਾਰਦੇ ਨੇ, ਇੱਟਾਂ ਮਾਰਦੇ ਸਿੰਘਾਂ ਤੇ, ਬੰਦੂਕਾਂ ਚਲਾ ਦਿੰਦੇ, ਗੋਲੀਆਂ ਸਿੰਘਾਂ ਨੂੰ ਮਾਰਦੇ ਹਨ। ਆਵੇ ਤੋਪਨ ਗੋਲ ਸੋ ਕੂਕ। ਉਤੋਂ ਛੂੰਕਦੇ ਹੋਏ ਤੋਪਾਂ ਦੇ ਗੋਲੇ ਸਿੰਘਾਂ ਵੱਲ ਆਉਂਦੇ ਹਨ। ਨਾਲ ਕਹਿਤਨ ਜਾਵੇ ਟੂਟ। ਹੁਣ ਜਿੱਥੇ ਉੱਪਰੋਂ ਇੱਟ ਵੱਜੇਗੀ ਆ ਕੇ ਜ਼ੋਰ ਨਾਲ, ਬਲ ਦੇ ਨਾਲ, ਗਤੀ ਵੀ ਜ਼ਿਆਦਾ ਹੁੰਦੀ ਹੈ ਨਾ ਉੱਪਰੋਂ ਸੱਟੀ ਹੋਈ ਚੀਜ਼ ਦੀ, ਉਹ ਜਿੱਥੇ ਵੀ ਸਿੰਘਾਂ ਦੇ ਵੱਜਦੀ ਹੈ ਤੇ ਉਹਨਾਂ ਦੇ ਤਨ ਤੋੜ ਦਿੰਦੀ ਹੈ। ਤੋਪ ਦਾ ਗੋਲਾ ਵੱਜਦਾ, ਕਦੀ ਗੋਲੀ ਵੱਜਦੀ ਹੈ, ਕਦੀ ਇੱਟਾਂ ਵੱਜਦੀਆਂ ਨੇ। ਇਸ ਤਰ੍ਹਾਂ ਜਿੱਥੇ ਜਿੱਥੇ ਸ਼ਸਤਰਾਂ ਦਾ ਵਾਰ ਲੱਗਦਾ, ਸਿੰਘਾਂ ਦਾ ਤਨ ਟੁੱਟ ਜਾਂਦਾ, ਸਰੀਰ ਟੁੱਟ ਜਾਂਦਾ ਹੈ। ਅੱਗੇ ਸਿਪਾਹੀ ਖੜੇ ਰਾਜਪੂਤ। ਅੱਗੇ ਰਾਜਪੂਤ ਸਿਪਾਹੀ ਪਹਾੜੀ ਖੜੇ ਹੋਏ ਹਨ। ਦੋਹਰਾ ਤੋ ਸਿੰਘਾਂ ਨੇ ਜੋਸ਼ ਕਰ ਲਿਓ ਮੋਰਚੋ ਮਾਰ। ਸਿੰਘ ਕਹਿੰਦੇ ਭਾਈ ਹੱਲਾ ਕਰੋ, ਏਦਾਂ ਨਹੀਂ ਗੱਲ ਬਣਨੀ। ਸਾਰੇ ਸਿੰਘਾਂ ਨੇ ਇਕੱਠੇ ਹੋ ਕੇ ਨਾ ਜੋਸ਼ ਦੇ ਨਾਲ ਹੱਲਾ ਮਾਰਿਆ। ਉਹ ਜਿੰਨੇ ਪਹਾੜੀ ਖੜੇ ਸਨ ਸਿੰਘਾਂ ਨੇ ਸਾਰੇ ਭਜਾ ਦਿੱਤੇ, ਉਹਨਾਂ ਦਾ ਮੋਰਚਾ ਖੋਹ ਲਿਆ ਹੈ। ਉਹ ਆਏ ਬਹੁਤੇ ਪੜੇ ਉਨ ਦੀਏ ਫੇਰ ਉਤਾਰ। ਪਰ ਖਾਲਸਾ ਜੀ ਮੁਸੀਬਤ ਟਲੀ ਨਹੀਂ ਸੀ। ਜੇ ਸਿੰਘਾਂ ਨੇ ਉੱਥੇ ਸੈਂਕੜੇ ਪਹਾੜੀ ਭਜਾਏ ਤੇ ਉਹਨਾਂ ਨਾਲੋਂ ਦੁੱਗਣੇ ਤਿੱਗਣੇ ਹੋਰ ਆ ਗਏ। ਉਹਨਾਂ ਨੇ ਫੇਰ ਸਿੰਘਾਂ ਨੂੰ ਥੱਲੇ ਲਾ ਦਿੱਤਾ। ਸਿੰਘਾਂ ਨੇ ਪਹਿਲਾ ਮੋਰਚਾ ਜਿਹੜਾ ਉਹ ਫਤਿਹ ਕਰ ਲਿਆ, ਮੁੜ ਕੇ ਹੋਰ ਪਹਾੜੀ ਆ ਗਏ, ਫਿਰ ਸਿੰਘਾਂ ਨੂੰ ਹੇਠਾਂ ਨੂੰ ਆਉਣਾ ਪਿਆ ਹੈ। ਚੋਪਈ ਤੋ ਸਿੰਘਾਂ ਫਿਰ ਕੀਓ ਉਪਾਉ। ਸਿੰਘਾਂ ਨੇ ਫੇਰ ਦੁਬਾਰਾ ਉਪਾਅ ਕੀਤਾ, ਯਤਨ ਕੀਤਾ। ਉੱਪਰ ਚੜਨ ਸੋ ਦਾਉ। ਪਹਾੜ ਦੇ ਉੱਪਰ ਚੜਨ ਦਾ ਦਾਸ ਸਿੰਘਾਂ ਨੇ ਤੱਕਿਆ। ਰੁਕੇ ਪਹਾੜ ਜੜਨ ਮੈਂ ਧਾਏ। ਜਿਹੜੇ ਪਹਾੜ ਸਨ ਉਹਨਾਂ ਦੀਆਂ ਜੜ੍ਹਾਂ ਦੇ ਵਿੱਚ ਸਿੰਘ ਚਲੇ ਗਏ, ਭਾਵ ਜਿਹੜਾ ਹੇਠਲਾ ਇਲਾਕਾ ਹੁੰਦਾ ਪਹਾੜ ਦਾ, ਉਹ ਹੇਠਲੇ ਇਲਾਕੇ ਦੇ ਵਿੱਚ ਸਿੰਘ ਚਲੇ ਗਏ ਹਨ। ਖੋਦ ਮਿੱਟੀ ਲੁਕਣ ਕੀਓ ਥਾਏ। ਸਿੰਘਾਂ ਨੇ ਜਾ ਕੇ ਮਿੱਟੀ ਖੋਦਣੀ ਸ਼ੁਰੂ ਕਰ ਦਿੱਤੀ। ਉਹਨਾਂ ਕੋਲ ਕਿਹੜਾ ਕਈਆਂ ਤੇ ਰੰਬੇ ਤੇ ਗੈਂਤੀਆਂ ਸਨ, ਸ਼ਸਤਰ ਹੀ ਸਨ ਕੋਲ। ਉਹ ਸ਼ਸਤਰਾਂ ਦੇ ਨਾਲ ਹੀ ਮਿੱਟੀਆਂ ਪੁੱਟਣ ਲੱਗ ਪਏ ਹਨ। ਸਿਰ ਲੁੱਟੇ
ਕੇ ਸੋ ਉੱਪਰ ਵਾਏ। ਉਹਨਾਂ ਨੇ ਉਸ ਤਰੀਕੇ ਨਾਲ ਮਿੱਟੀ ਪੁੱਟ ਲਈ ਸਿੰਘਾਂ ਨੇ ਵੀ ਉਹਨਾਂ ਦਾ ਸਿਰ ਲੁਕ ਜਾਏ, ਵੀ ਉੱਪਰੋਂ ਸ਼ਸਤਰ ਜਿਹੜਾ ਹੈ ਜੈਸੇ ਬੰਦੂਕ ਦੀ ਗੋਲੀ ਤੇ ਇੱਟਾਂ ਆਦਿਕ ਨਾ ਵੱਜਣ, ਇਸ ਤਰ੍ਹਾਂ ਸਿਰ ਲੁਕਾਉਣ ਜਿਹੜੀ ਜਗ੍ਹਾ ਬਣਾ ਲਈ। ਇਸ ਵੇਲੇ ਮਿੱਟੀ ਸਿੰਘਾਂ ਨੂੰ ਕੁਟਾਏ। ਇਸ ਵਿਧੀ ਨਾਲ ਸਿੰਘਾਂ ਨੇ ਮਿੱਟੀ ਪੁੱਟਣੀ ਸ਼ੁਰੂ ਕਰ ਦਿੱਤੀ ਹੈ। ਕਰਦਨ ਛੁਰੀਆਂ ਮਾਰ ਕਟਾਰੀ। ਕਰਦ ਸਨ ਉਹਨਾਂ ਦੇ ਕੋਲ ਛੁਰੀਆਂ ਤੇ ਕਟਾਰੀਆਂ ਆਦਿਕ, ਉਹਦੇ ਨਾਲ ਹੀ ਉਹ ਮਿੱਟੀ ਪੁੱਟਦੇ ਹਨ। ਨੇਜਨ ਬਰਛਨ ਸੰਗ ਤਲਵਾਰੀ। ਤਲਵਾਰਾਂ ਨਾਲ, ਨੇਜਿਆਂ ਨਾਲ, ਬਰਛੀਆਂ ਦੇ ਨਾਲ ਜਗ੍ਹਾ ਪੁੱਟਦੇ, ਮਿੱਟੀ ਪੁੱਟਦੇ ਹਨ। ਦੋਹਰਾ ਠਹਿਰ ਥਾਉ ਪਗ ਧਰਨ ਕਰ ਕੀਨੋ ਸਿੰਘਨ ਜੋਰ। ਇਸ ਤਰ੍ਹਾਂ ਠਹਿਰਨ ਵਾਸਤੇ ਤੇ ਪੈਰ ਰੱਖਣ ਵਾਸਤੇ ਸਿੰਘਾਂ ਨੇ ਜਗ੍ਹਾ ਬਣਾ ਲਈ ਉੱਥੇ, ਤੇ ਉਹਨਾਂ ਨੇ ਜ਼ੋਰ ਲਾ ਕੇ ਫਿਰ ਇਸ ਤਰ੍ਹਾਂ ਆਪਣੀ ਜਗ੍ਹਾ ਬਣਾ ਕੇ ਤੇ ਅੱਗੇ ਵਧਣ ਦਾ ਯਤਨ ਕੀਤਾ ਹੈ। ਚਾਹੇ ਚੜ੍ਹੈ ਤਿਨ ਥਾਂ ਖੜੇ ਅੜੇ ਪਿੜੇ ਤਿਨ ਘੋਰ। ਇਸ ਤਰ੍ਹਾਂ ਸਿੰਘ ਉੱਥੇ ਜਾ ਚੜੇ ਜਿੱਥੇ ਉਹ ਪਹਾੜੀ ਖੜੇ ਹੋਏ ਸਨ। ਫਿਰ ਗੁਰੂ ਕੇ ਸਿੰਘਾਂ ਨੇ ਜਾ ਕੇ ਉਹਨਾਂ ਨੂੰ ਘੇਰ ਕੇ ਤੇ ਉਹਨਾਂ ਨਾਲ ਭਿੜ ਕੇ ਜੰਗ ਕੀਤਾ ਹੈ। ਉਹ ਭਈ ਤਬ ਪਹਾੜੀਏ ਆਏ ਕਰ ਸ਼ੋਰ। ਇਹਨੇ ਨੂੰ ਪਹਾੜੀਏ ਫਿਰ ਸ਼ੋਰ ਕਰਕੇ ਆ ਗਏ, ਮਰਨੇ ਕੀਨੋ ਸਿੰਘਨ ਜੋਰ। ਤੇ ਮਗਰ ਸਾਧ ਸੰਗਤ ਜੀ ਸਿੰਘਾਂ ਦੇ ਪਿੱਛੇ ਦੌੜ ਪਏ। ਉਥੇ ਨਾਰੇ ਮਾਰਦੇ ਹੋਏ, ਜ਼ੋਰ ਲਾਉਂਦੇ ਹੋਏ, ਸ਼ੋਰ ਮਚਾਉਂਦੇ ਹੋਏ ਪਹਾੜੀਏ ਸਿੰਘਾਂ ਦੇ ਪਿੱਛੇ ਪੈ ਗਏ। ਸਿੰਘਨ ਹੱਥਾਂ ਸ਼ਸਤਰ ਛੁੱਟੇ। ਫਿਰ ਸਿੰਘਾਂ ਨੇ ਵੀ ਆਪਣੇ ਸ਼ਸਤਰ ਚਲਾਣੇ ਸ਼ੁਰੂ ਕਰ ਦਿੱਤੇ। ਲੱਗੇ ਪਰਬਤੀਆਂ ਨੂੰ ਫਿਰੇ ਅਪੁੱਠੇ। ਸਿੰਘਾਂ ਦੇ ਚਲਾਏ ਜਿਹੜੇ ਸ਼ਸਤਰ ਸਨ ਉਹ ਪਹਾੜੀਆਂ ਦੇ ਜਾ ਵੱਜੇ ਤੇ ਪਹਾੜੀ ਪਿਛਾਂ ਨੂੰ ਮੁੜ ਗਏ ਹਨ। ਕੈਸ ਸਿੰਘਨ ਬਹੁਤ ਦਬਾਈ। ਇਸ ਤਰ੍ਹਾਂ ਸਿੰਘਾਂ ਨੇ ਵੀ ਉਹਨਾਂ ਦੀ ਗੈਲ ਦਬਾ ਲਈ, ਭਾਵ ਉਹਨਾਂ ਦਾ ਪਿੱਛਾ ਦਬਾ ਲਿਆ। ਲਿਓ ਸੁਟਿੱਬਾ ਸਿੰਘਨ ਛੁਡਾਈ। ਇਸ ਤਰ੍ਹਾਂ ਪਹਾੜੀਏ ਭਜਾ ਕੇ ਤੇ ਸਿੰਘਾਂ ਨੇ ਉਹ ਟਿੱਬਾ ਜਿਹੜਾ ਸੀ ਉਹ ਛੁਡਾ ਲਿਆ ਪਹਾੜੀਆਂ ਦੇ ਕੋਲੋਂ। ਜੋਰੂ ਸਜਾ ਕੇ ਚੜ੍ਹੈ ਉਤਾਰੀ। ਹੁਣ ਸਿੰਘਾਂ ਵਾਸਤੇ ਨਵੀਂ ਮੁਸੀਬਤ ਫਿਰ ਖੜੀ ਹੋ ਗਈ। ਉਹ ਟਿੱਬਾ ਤੇ ਸਿੰਘਾਂ ਨੇ ਛੁਡਾ ਲਿਆ ਪਹਾੜੀਆਂ ਕੋਲੋਂ। ਜਿਹੜੇ ਸਜਾਦੇ ਸਨ, ਸਜਾਦੇ ਕਹਿੰਦੇ ਵੀ ਪੈਦਲ ਚੱਲਣ ਵਾਲੇ ਸਿਪਾਹੀ, ਜਿਨ੍ਹਾਂ ਨੂੰ ਪਿਆਦੇ ਕਹਿੰਦੇ ਨੇ। ਹੁਣ ਪਿਆਦੇ ਸਿਪਾਹੀ ਪੈਦਲ ਚੱਲਣ ਵਾਲੇ ਤਾਂ ਪਹਾੜ ਤੇ ਤੁਰ ਕੇ ਚੜ ਗਏ। ਮੁਸੀਬਤ ਖੜੀ ਹੋ ਗਈ ਘੋੜਿਆਂ ਵਾਸਤੇ। ਹੁਣ ਘੋੜੇ ਪਹਾੜ ਤੇ ਚੜ੍ਹਦੇ ਨਹੀਂ ਸਨ। ਇੱਕ ਹੋਰ ਨਵੀਂ ਮੁਸੀਬਤ ਸਿੰਘਾਂ ਵਾਸਤੇ ਫਿਰ ਖੜੀ ਹੋ ਗਈ। ਘੋੜੇ ਉਨ ਕੇ ਚੜ੍ਹੈ ਸੋ ਨਾਹੀ। ਪੈਦਲ ਸਿਪਾਹੀ ਚੜ ਗਏ ਪਰ ਸਿੰਘਾਂ ਦੇ ਘੋੜੇ ਪਹਾੜ ਤੇ ਨਹੀਂ ਚੜ੍ਹਦੇ। ਔਰਤ ਕਾਇਓ ਚੜ੍ਹ ਇਕ ਰਾਹੋ। ਤੇ ਸਿੰਘਾਂ ਨੇ ਫਿਰ ਹੋਰ ਰਸਤਾ ਜਿਹੜਾ ਸੀ ਉਹ ਤਕਾਇਆ ਵੀ ਆਪਾਂ ਉਸ ਰਸਤੇ ਰਾਹੀਂ ਅੱਗੇ ਨੂੰ ਨਿਕਲ ਜਾਈਏ। ਦਰਿਆਓ ਕਰ ਤਥਾ ਜਿਤਵਰ ਖਾਹੋ। ਸਿੰਘਾਂ ਨੇ ਰਸਤਾ ਕਿਹੜਾ ਲੱਭਿਆ? ਪਹਾੜ ਦੇ ਜਿਸ ਪਾਸੇ ਦਰਿਆ ਦੀ ਢਾਹ ਲੱਗਦੀ ਸੀ ਨਾ ਪਹਾੜ ਨੂੰ, ਜਿੱਧਰੋਂ ਨਾਲ ਖਹਿ ਕੇ ਦਰਿਆ ਲੰਘਦਾ ਸੀ ਪਹਾੜ ਦੇ, ਤੇ ਸਿੰਘਾਂ ਨੇ ਉਹ ਰਸਤਾ ਲੱਭ ਲਿਆ ਵੀ ਆਪਾਂ ਇਸ ਰਸਤੇ ਰਾਹੀਂ ਅਗਾਂਹ ਨੂੰ ਨਿਕਲ ਜਾਂਦੇ ਆ। ਕਿਉਂਕਿ ਉਹਨਾਂ ਨੂੰ ਉੱਥੋਂ ਅੱਗੇ ਜਾਣ ਦਾ ਰਾਹ ਚਾਹੀਦਾ ਸੀ। ਜੰਗਲੀ ਇਲਾਕਾ ਸੀ, ਪਹਾੜੀ ਇਲਾਕਾ ਸੀ। ਜਿਹੜੇ ਪਿੰਡਾਂ ਸ਼ਹਿਰਾਂ ਵਿੱਚੋਂ ਰਸਤਾ ਲੰਘਦਾ ਸੀ ਉਧਰੋਂ ਤਾਂ ਉਹ ਲੰਘਣ ਨਹੀਂ ਸੀ ਦਿੰਦੇ। ਇਸ ਕਰਕੇ ਉਹਨਾਂ ਨੇ ਇਹੋ ਜਿਹੀ ਜਗ੍ਹਾ ਵਿੱਚੋਂ ਸਿੰਘਾਂ ਨੂੰ ਲੰਘਣਾ ਪੈ ਰਿਹਾ ਸੀ। ਹੁਣ ਜਿਸ ਪਾਸੇ ਦਰਿਆ, ਸਿੰਘਾਂ ਨੇ ਉਸ ਪਾਸੇ ਨੂੰ ਰਸਤਾ ਤੱਕਿਆ ਹੈ। ਸ਼ਸਤਰ ਸਿਉ ਤੇ ਰਾਹ ਖੁਦਾਇਆ। ਹੁਣ ਉੱਥੇ ਰਾਹ ਤਾਂ ਬਣਿਆ ਨਹੀਂ ਸੀ, ਕੋਈ ਪੱਗ ਡੰਡੀ ਤਾਂ ਹੈ ਨਹੀਂ ਸੀ। ਸਿੰਘਾਂ ਨੂੰ ਸ਼ਸਤਰਾਂ ਨਾਲ ਰਾਹ ਪੁੱਟਣਾ ਪਿਆ ਲੰਘਣ ਵਾਸਤੇ। ਘੋੜੇ ਕੋ ਤੇ ਚਰਨ ਰਖਾਇਆ। ਪਹਿਲਾਂ ਰਾਹ ਪੁੱਟਦੇ ਨੇ, ਫਿਰ ਘੋੜੇ ਦੇ ਪੈਰ ਰਖਾਉਂਦੇ ਨੇ, ਘੋੜੇ ਨੂੰ ਹੌਲੀ ਹੌਲੀ ਅੱਗੇ ਤੋਰਦੇ ਹਨ। ਕੋਈ ਬਚੈ ਕੋਈ ਗਿਰ ਜਾਵੇ। ਪਰ ਮਸਲਾ ਇਹ ਖੜਾ ਹੋ ਗਿਆ ਵੀ ਘੋੜੇ ਸਮੇਤ ਹੀ ਸਿੰਘ ਡਿੱਗਣ ਲੱਗ ਗਏ ਦਰਿਆ ਦੇ ਵਿੱਚ। ਜਗ੍ਹਾ ਥੋੜੀ ਸੀ ਕਿਉਂਕਿ ਬਿਲਕੁਲ ਦਰਿਆ ਦੇ ਨਾਲ ਉਹ ਰਾਹ ਸੀਗਾ। ਤੇ ਜਦੋਂ ਘੋੜੇ ਦਾ ਪੈਰ ਰੱਖਦੇ ਨੇ, ਕਿਤੇ ਪੈਰ ਤਿਲਕ ਜਾਂਦਾ ਤੇ ਘੋੜੇ ਸਮੇਤ ਸਿੰਘ ਦਰਿਆ ਵਿੱਚ ਡਿੱਗ ਜਾਂਦੇ ਨੇ। ਕੋਈ ਬਚ ਜਾਂਦਾ, ਲੰਘ ਜਾਂਦਾ ਹੈ, ਕੋਈ ਦਰਿਆ ਵਿੱਚ ਡਿੱਗ ਜਾਂਦਾ ਹੈ। ਇਸ ਤਰ੍ਹਾਂ ਜਿਹੜੇ ਦਰਿਆ ਵਿੱਚ ਡਿੱਗਦੇ ਨਾਲ ਡੁੱਬ ਜਾਂਦੇ ਹਨ। ਹੁਣ ਜਿਹੜੇ ਪਿਛਲੇ ਸਿੰਘ ਸਨ ਉਹ ਅਗਲਿਆਂ ਨੂੰ ਨਹੀਂ ਮਿਲ ਸਕਦੇ, ਕਿਉਂਕਿ ਇੱਕ ਸਿੱਧਾ ਜਿਹਾ ਰਾਹ ਸੀਗਾ। ਕੋਈ ਉੱਥੇ ਚਾਰ ਚਫੇਰੇ ਘੁੰਮ ਕੇ ਤਾਂ ਜਾ ਨਹੀਂ ਸੀ ਸਕਦਾ, ਵੀ ਇੱਕ ਪੰਗਤ ਵਿੱਚ ਹੀ ਸਿੰਘ ਤੁਰ ਰਹੇ ਸਨ। ਪਿਛਲੇ ਸਿੰਘ ਅਗਲੇ ਸਿੰਘਾਂ ਨੂੰ ਨਹੀਂ ਮਿਲਦੇ। ਇਸ ਤਰ੍ਹਾਂ ਜਿੱਧਰ ਕਿਸੇ ਨੂੰ ਰਾਹ ਮਿਲਦਾ ਸੀ ਨਾ, ਉਸੇ ਪਾਸੇ ਨੂੰ ਸਿੰਘ ਚੱਲ ਪਏ ਹਨ। ਅੱਗੇ ਕਹਿੰਦੇ ਉਹਨਾਂ ਨੂੰ ਲੰਘਣ ਦੀ ਜਗ੍ਹਾ ਨਹੀਂ ਮਿਲਦੀ, ਵੀ ਕਿਹੜੇ ਪਾਸੇ ਜਾਈਏ। ਹੁਣ ਪਿੱਛੇ ਪਲਟ ਕੇ ਨਹੀਂ ਜਾ ਸਕਦੇ, ਕਿਉਂਕਿ ਪਿੱਛੇ ਵੀ ਫੌਜ ਸੀ ਸਿੰਘਾਂ ਦੀ, ਤੇ ਸਿੰਘਾਂ ਦੇ ਪਿਛਲੇ ਪਾਸੇ ਤੁਰਕ ਸਨ। ਨਾ ਹੁਣ ਉਹ ਪਿਛਾਂਹ ਜਾ ਸਕਦੇ ਨੇ ਤੇ ਅੱਗੇ ਜਾਣ ਨੂੰ ਸਿੰਘਾਂ ਨੂੰ ਰਾਹ ਨਹੀਂ ਲੱਭਦਾ। ਇਸ ਤਰ੍ਹਾਂ ਗੁਰੂ ਕੇ ਸਿੰਘਾਂ ਉੱਪਰ ਬੜੀ ਭੀੜ ਪੈ ਗਈ, ਮੁਸੀਬਤ ਪੈ ਗਈ, ਤੇ ਸਾਰਾ ਰਾਹ ਸਿੰਘਾਂ ਨਾਲ ਭਰ ਗਿਆ ਹੈ। ਘੋੜੇ ਤਿਲਕਦੇ ਜਾਂਦੇ ਨੇ, ਸਿੰਘ ਦਰਿਆ ਵਿੱਚ ਡਿੱਗ ਕੇ ਡੁੱਬੀ ਜਾ ਰਹੇ ਹਨ।
ਅਗਲੇ ਕਹਿ ਪਿਛਲੇ ਭਲੇ ਪਿਛਲੇ ਅਗਾਹਾਂ ਤਕਾਏ। ਹੁਣ ਜਿਹੜੇ ਅੱਗੇ ਸਿੰਘ ਸਨ ਮੂਰੇ ਮੂਰੇ ਜਾ ਰਹੇ ਸਨ ਜਗ੍ਹਾ ਪੁੱਟ ਕੇ, ਉਹ ਕਹਿੰਦੇ ਵੀ ਪਿਛਲੇ ਸਿੰਘ ਚੰਗੇ ਨੇ, ਵੀ ਉਹ ਸੌਖੇ ਨੇ। ਹੁਣ ਜਿਹੜੇ ਸਿੰਘ ਪਿੱਛੇ ਸਨ ਉਹ ਕਹਿੰਦੇ ਵੀ ਅਗਲੇ ਸਿੰਘ ਸੌਖੇ ਨੇ, ਵੀ ਚਲੋ ਅੱਗੇ ਨਿਕਲ ਗਏ। ਪਰ ਮੁਸੀਬਤ ਤਾਂ ਦੋਨਾਂ ਵਾਲਿਆਂ ਪਾਸੇ ਸੀ ਨਾ। ਅਗਲਿਆਂ ਨੂੰ ਪਿਛਲਿਆਂ ਦੀ ਖਬਰ ਨਹੀਂ ਸੀ ਤੇ ਪਿਛਲਿਆਂ ਨੂੰ ਅਗਲੇ ਸਿੰਘਾਂ ਦੀ ਖਬਰ ਨਹੀਂ ਸੀ ਵੀ ਉਹਨਾਂ ਤੇ ਮੁਸੀਬਤ ਕੀ ਹੈ। ਇਸ ਤਰ੍ਹਾਂ ਅੰਦਾਜ਼ਾ ਲਾਉਂਦੇ ਨੇ ਅਗਲੇ ਵਾਲੇ ਸਿੰਘ, ਇਹ ਅੰਦਾਜ਼ਾ ਲਾਉਂਦੇ ਵੀ ਪਿੱਛੇ ਵਾਲੇ ਸਿੰਘ ਸੌਖੇ ਹੋਣਗੇ, ਤੇ ਜਿਹੜੇ ਸਿੰਘ ਪਿੱਛੇ ਸਨ ਉਹ ਇਹ ਅੰਦਾਜ਼ਾ ਲਾਉਂਦੇ ਵੀ ਜਿਹੜੇ ਸਿੰਘ ਮੂਹਰੇ ਜਾਂਦੇ ਉਹ ਸੌਖੇ ਹੋਣਗੇ। ਉਹ ਕਿਸੇ ਨਾ ਕਹਿ ਸਕੈ ਲੱਗੇ ਰਹਤ ਜਾਵੇ। ਹੁਣ ਕੋਈ ਵੀ ਕੁਝ ਕਹਿ ਨਹੀਂ ਸੀ ਸਕਦਾ ਵੀ ਕੌਣ ਸੁੱਖ ਹੈ। ਜਿਵੇਂ ਕਿਸੇ ਨੂੰ ਰਾਹ ਮਿਲਦਾ ਹੋਵੇ ਉਹ ਤੁਰਦਾ ਜਾਂਦਾ ਹੈ। ਜੋ ਪਈ ਰਿਜ਼ਕ ਖਾਨ ਕੀ ਕੌਣ ਚਲਾਵੇ। ਸਾਧ ਸੰਗਤ ਜੀ ਉਥੇ ਪ੍ਰਸ਼ਾਦਾ ਛਕਣਾ, ਰਿਜ਼ਕ ਦੀ ਗੱਲ ਕੀ ਕਹੀਏ। ਪਾਣੀ ਪੀਣੋ ਨਹਿ ਬਣ ਆਵੇ। ਉਥੇ ਤਾਂ ਪਾਣੀ ਪੀਣਾ ਵੀ ਬਣ ਨਹੀਂ ਆਉਂਦਾ, ਪੀਣ ਵਾਸਤੇ ਪਾਣੀ ਨਹੀਂ ਮਿਲਦਾ, ਲੰਗਰ ਪਾਣੀ ਛਕਣਾ ਤਾਂ ਦੂਰ ਦੀ ਗੱਲ ਹੈ। ਵਿੱਚ ਕਲਾ ਸੁਧਰੀ ਸਰੀਰ। ਪਰ ਗੁਰੂ ਕੇ ਸਿੰਘਾਂ ਨੇ ਕੁਝ ਕਲਾ ਆਪਣੇ ਸਰੀਰ ਦੇ ਵਿੱਚ ਧਾਰਨ ਕੀਤੀ। ਗਿਰੇ ਨਾ ਚਲਨੋ ਧਰੇ ਸੁਧੀਰ। ਸਾਧ ਸੰਗਤ ਜੀ ਸਿੰਘ ਚੱਲਦੇ ਸਨ, ਭੁੱਖੇ ਸਨ, ਘੋੜੇ ਵੀ ਕਮਜ਼ੋਰ ਸਨ, ਪੈਰ ਤਿਲਕਣਾ ਤੇ ਵਿੱਚ ਜਾ ਡਿੱਗਣਾ, ਸੰਭਲ ਨਹੀਂ ਸਨ ਸਕਦੇ। ਸਰੀਰ ਜਿਹੜਾ ਹੈ ਬਿਨਾਂ ਪਾਣੀ ਤੋਂ ਬਿਨਾਂ ਪ੍ਰਸ਼ਾਦੇ ਤੋਂ ਧੀਰਜ ਨਹੀਂ ਧਰਦਾ। ਇੱਕ ਟਾਈਮ ਲੰਗਰ ਨਾ ਛਕੀਏ ਤੇ ਬੰਦਾ ਤਰਾ ਤਰਾ ਕਰਦਾ ਹੈ। 2-4 ਘੰਟੇ ਜਲ ਨਾ ਮਿਲੇ ਛਕਣ ਵਾਸਤੇ ਬੰਦਾ ਤਰਾ ਤਰਾ ਕਰਦਾ ਹੈ। ਉਹ ਕਈ ਦਿਨਾਂ ਦੇ ਭੁੱਖੇ ਪਿਆਸੇ ਸਨ, ਉਹ ਵੀ ਘੋੜਿਆਂ ਤੇ ਜੰਗ ਕਰ ਰਹੇ ਸਨ। ਤੇ ਇਹੋ ਜਿਹਾ ਸਮਾਂ ਸਿੰਘਾਂ ਤੇ ਆ ਗਿਆ ਕਿ ਧੀਰਜ ਨਹੀਂ ਧਰ ਸਕਦੇ। ਕਈ ਦਿਨ ਕੇ ਭੁੱਖੇ ਸਿੱਖ। ਕਈ ਦਿਨਾਂ ਦੇ ਉਹ ਭੁੱਖੇ ਭਾਣੇ ਸਿੰਘ ਹਨ। ਮੰਗਤ ਹੋਣ ਨਹਿ ਲੱਭੈ ਭਿਖ। ਸਾਧ ਸੰਗਤ ਜੀ ਕਹਿੰਦੇ ਮੰਗਿਆ ਭਿਖਿਆ ਵੀ ਨਾ ਮਿਲੇ, ਇਹੋ ਜਿਹਾ ਸਮਾਂ ਆ ਗਿਆ ਸਿੰਘਾਂ ਤੇ। ਸਗਵਾ ਮਾਰੈ ਦੇਖ ਸੁਖਾਏ। ਵੀ ਜੇ ਕਿਤੇ ਸਿੰਘਾਂ ਨੇ ਜਾਣਨ ਵੀ ਪਿੰਡਾਂ ਦੇ ਵਿੱਚ, ਗ੍ਰਾਮਾਂ ਵਿੱਚ, ਕਸਬਿਆਂ 'ਚ ਵੀ ਭਾਈ ਮਦਦ ਕਰ ਦਿਓ ਥੋੜੀ, ਵੀ ਲੰਗਰ ਪਾਣੀ ਛਕਣਾ ਹੈ, ਵੀ ਮਾਇਆ ਲੈ ਲਓ। ਹੁਣ ਉਹੋ ਜਿਹੇ ਸਮੇਂ 'ਚ ਮਾਇਆ ਵੀ ਕਿੱਥੇ ਸੀਗੀ, ਇਹੋ ਜਿਹਾ ਸਮਾਂ ਸੀਗਾ। ਖਰੀਦਦਾਰੀ ਕਰਨੀ ਤਾਂ ਦੂਰ ਦੀ ਗੱਲ, ਵੀ ਮੰਗਿਆ ਨਹੀਂ ਸੀ ਕੁਝ ਦਿੰਦਾ। ਜਦੋਂ ਕਿਸੇ ਕੋਲੋਂ ਕੁਝ ਮੰਗਣਾ, ਉਹਨਾਂ ਨੇ ਛਕਣ ਵਾਸਤੇ ਕੀ ਦੇਣਾ, ਬਲਕਿ ਸਿੰਘਾਂ ਨੂੰ ਵੇਖ ਕੇ ਉਹਨਾਂ ਨੇ ਮਾਰਨ ਪੈ ਜਾਣਾ। ਪਾਏ ਰਸੇ ਕੋਈ ਤੁਰਕਨ ਫੜਾਏ। ਕਈਆਂ ਨੇ ਰੱਸੇ ਪਾ ਲਏ ਸਿੰਘਾਂ ਨੂੰ ਤੇ ਤੁਰਕਾਂ ਕੋਲ ਗ੍ਰਿਫਤਾਰ ਕਰਾ ਦਿੱਤਾ। ਮਾਰਕ ਮਰਤੇ ਦੇਖ ਜਨ ਗਈ ਭਾਜ ਭੁੱਖ। ਤੁਰਕਾਂ ਨੂੰ ਮਰਦਿਆਂ ਵੇਖ ਕੇ ਸਿੰਘਾਂ ਦੀ ਭੁੱਖ ਹੀ ਦੂਰ ਹੋ ਗਈ, ਭੁੱਖ ਖਤਮ ਹੋ ਗਈ। ਮਨ ਦੇ ਵਿੱਚ ਸੰਤੋਖ ਆ ਗਿਆ ਗੁਰੂ ਕੇ ਖਾਲਸੇ ਦੇ। ਸੰਤੋਖ ਸੁਖਾਲਸੇ ਹਰੇ ਦੇਖ ਕੇ ਰੁੱਖ। ਉਥੋਂ ਦੇ ਹਰੇ ਰੁੱਖ ਦੇਖ ਕੇ ਨਾ ਜੰਗਲ ਦੇ ਮਨ 'ਚ ਸੰਤੋਖ ਆ ਗਿਆ ਸਿੰਘਾਂ ਦੇ, ਭੁੱਖ ਮਾਰੀ ਗਈ ਸਿੰਘਾਂ ਦੀ। ਇਹੋ ਜਿਹੇ ਗੁਰੂ ਕੇ ਪ੍ਰੇਮ ਵਿੱਚ ਭਿੱਜੇ ਹੋਏ, ਧਰਮ ਦੇ ਲਈ ਜੰਗ ਕਰਦੇ ਸਨ ਸਿੰਘ। ਆਖਿਆ ਵੀ ਭੁੱਖ ਸਾਡਾ ਕੀ ਵਿਗਾੜ ਲਏਗੀ ਗੁਰੂ ਕੇ ਸਿੱਖਾਂ। ਇਸ ਤਰ੍ਹਾਂ ਉਹਨਾਂ ਦੇ ਮਨ ਵਿੱਚ ਸੰਤੋਖ ਆ ਵਸਿਆ ਹੈ। ਉੱਪਰ ਚੜੇ ਸੋ ਖੜ ਰਹੇ ਸੁਨੋ ਧਰਮ ਕੀ ਬਾਤ। ਸਾਧ ਸੰਗਤ ਜੀ ਉੱਪਰ ਚੜੇ ਸੋ ਖੜ ਰਹੇ। ਹੁਣ ਜਿਹੜੇ ਸਿੰਘ ਤਾਂ ਉੱਪਰ ਚੜ ਗਏ, ਉਹ ਤਾਂ ਪਹਾੜੀ ਤੇ ਜਾ ਕੇ ਖਲੋ ਗਏ। ਹੁਣ ਜਿਹੜੇ ਸਿੰਘ ਥੱਲੇ ਸਨ ਉਹਨਾਂ ਸਿੰਘਾਂ ਦੀ ਗੱਲ ਸੁਣੋ। ਜਿਹੇ ਬਿਦ ਸੁਣੀ ਹਮ ਪਿਤਾ ਤੇ ਕਰੋ ਸੋ ਵਖਤ ਯਾਤ। ਭਾਈ ਰਤਨ ਸਿੰਘ ਜੀ ਕਹਿੰਦੇ ਜਿਵੇਂ ਮੈਂ ਆਪਣੇ ਪਿਤਾ ਭਾਈ ਰਾਏ ਸਿੰਘ ਕੋਲੋਂ ਗੱਲ ਸੁਣੀ ਹੈ ਨਾ, ਮੈਂ ਤੁਹਾਨੂੰ ਉਹ ਗੱਲ ਪ੍ਰਗਟ ਕਰਕੇ ਸੁਣਾਉਣਾ ਵੀ ਸਿੰਘਾਂ ਨਾਲ ਕੀ ਵਾਪਰਿਆ ਹੈ। ਜੋ ਪਈ ਨੀਹਲ ਤੁਰਕਨ ਪਾਇਓ ਜੋਰ। ਇਧਰ ਜਿਹੜਾ ਹੇਠਲਾ ਇਲਾਕਾ ਸੀ ਨਾ, ਜਿਹੜਾ ਉਤਰਾਈ ਵਾਲਾ ਇਲਾਕਾ ਹੁੰਦਾ ਨਾ ਪਹਾੜ ਦਾ ਹੇਠਲਾ, ਉਹਨੂੰ ਨੀਹਲ ਦਾ ਇਲਾਕਾ ਕਹਿੰਦੇ ਨੇ। ਹੁਣ ਉਹ ਨੀਹਲ ਦੇ ਇਲਾਕੇ ਦੇ ਵਿੱਚ ਜਿਹੜੇ ਸਿੰਘ ਖੜੇ ਹੋਏ ਸਨ, ਜਾਣਿਓ ਸਿੰਘਣ ਭਾਜਣ ਧੋਰ। ਉਹਨਾਂ ਨੇ ਸਿੰਘਾਂ ਤੇ ਜ਼ੋਰ ਪਾ ਲਿਆ। ਵੇਖੋ ਵੀ ਹੁਣ ਕਿੱਡੀ ਮੁਸੀਬਤ ਹੈ। ਮੈਂ ਕਈ ਵਾਰ ਸੋਚਦਾ ਸੀ, ਅੱਜ ਹੀ ਸੋਚੀ ਜਾਂਦਾ ਸੀ ਵੀ ਸਾਡੇ ਕੋਲੋਂ ਤਾਂ ਇਹਨਾਂ ਦੀ ਕਥਾ ਨਹੀਂ ਸੁਣ ਹੁੰਦੀ, ਇਹਨਾਂ ਵਰਗਾ ਜੀਵਨ ਜਿਉਣਾ ਤਾਂ ਬੜੀ ਦੂਰ ਦੀ ਗੱਲ ਹੈ। ਵੀ ਅਸੀਂ ਤਾਂ ਇਹਨਾਂ ਦੀ ਗੱਲ ਨਹੀਂ ਸੁਣ ਸਕਦੇ, ਸਾਨੂੰ ਮੁਸੀਬਤ ਪੈ ਜਾਂਦੀ ਆ ਵੀ ਜੇ ਸਾਨੂੰ ਘੰਟਾ, ਡੇਢ ਘੰਟਾ, 2 ਘੰਟੇ ਬਹਿ ਕੇ ਕਥਾ ਕੀਰਤਨ ਸੁਣਨਾ ਪਏ ਨਾ ਤੇ ਮੁਸੀਬਤ ਪੈ ਜਾਂਦੀ ਸਾਡੇ ਸਿਰ ਤੇ। ਉਹਨਾਂ ਨੇ ਮੁਸੀਬਤਾਂ ਝੱਲੀਆਂ। ਹਾਂ ਉਹ ਜ਼ਰੂਰ ਹੈ ਵੀ 2 ਘੰਟੇ ਟੀਵੀ ਮੂਹਰੇ ਬਹਿ ਕੇ ਝੱਖ ਜ਼ਰੂਰ ਮਾਰ ਲੈਂਦਾ ਬੰਦਾ। ਇੱਦਾਂ ਤਾਂ ਹੈ ਨਾ, ਫੋਨ ਤੇ ਝੱਖ ਮਾਰ ਲੈਂਦਾ। ਅੱਜ ਕੱਲ੍ਹ ਦੇ ਲੱਚਰ ਗਾਇਕ ਜਿਹੜੇ, ਉਹਨਾਂ ਲਈ ਝੱਖ ਮਾਰ ਲੈਂਦਾ, ਸੋਸ਼ਲ ਮੀਡੀਆ ਤੇ ਬਹਿ ਕੇ ਸਮਾਂ ਬਰਬਾਦ ਕਰ ਲੈਂਦਾ। ਪਰ ਗੁਰੂ ਦੀ ਗੱਲ ਤੇ ਖਾਲਸੇ ਪੰਥ ਦੀ ਗੱਲ ਸੁਣਨ ਦਾ ਸਮਾਂ ਸਾਡੇ ਕੋਲ ਨਹੀਂ। ਉਥੇ ਸਾਨੂੰ ਇਉਂ ਜਾ ਪਤਾ ਵੀ ਬਸ ਕਦੋਂ ਭੋਗ ਪਏ ਤੇ ਦੌੜੀਏ। ਖਾਲਸਾ ਜੀ ਇੰਨੀ ਮੁਸੀਬਤ ਕਿਸੇ ਨੇ ਝੱਲੀ ਹੋਏਗੀ।
ਇਹੋ ਜੀ ਮੁਸੀਬਤ, ਜੇਬ 'ਚ ਟਕਾ ਨਾ ਹੋਵੇ, ਖਾਣ ਨੂੰ ਭੋਜਨ ਨਾ ਹੋਵੇ, ਰਹਿਣ ਨੂੰ ਛੱਤ ਨਾ ਹੋਵੇ, ਤੇ ਜਿਵੇਂ ਪੱਤਾ ਪੱਤਾ ਸਿੰਘਾਂ ਦਾ ਵੈਰੀ ਵਾਲੀ ਗੱਲ ਹੋ ਗਈ ਵੀ ਹਰ ਇੱਕ ਚੀਜ਼ ਵੈਰੀ। ਤੁਸੀਂ ਵੇਖੋ ਕਿਤੇ ਦਰਿਆ 'ਚ ਸਿੰਘ ਡਿੱਗਦੇ ਨੇ, ਕਿਤੇ ਪਰਬਤਾਂ 'ਚ ਫਸੇ, ਕਿਤੇ ਪਹਾੜੀ ਮਾਰਦੇ, ਕਿਤੇ ਤੁਰਕ ਮਾਰਦੇ। ਇਹੋ ਜਿਹਾ ਸਿੰਘਾਂ ਤੇ ਸਮਾਂ ਆ ਗਿਆ ਕਿ ਉਹਨਾਂ ਸਿੰਘਾਂ ਦਾ ਇੰਨਾ ਕੁ ਨੁਕਸਾਨ ਇਸ ਘੱਲੂ ਘਾਰੇ ਵਿੱਚ ਹੋਇਆ ਤੇ ਕਹਿਣ ਕਥਨ ਤੋਂ ਪਰੇ ਹੈ। ਅੱਗੇ ਹੋਰ ਜਿਹੜੀ ਤਰਾਸਦੀ ਜੋ ਸਿੰਘਾਂ ਨਾਲ ਵਾਪਰੀ ਉਹ ਆਪਾਂ ਸੁਣਦੇ ਜੇ। ਭਾਈ ਰਤਨ ਸਿੰਘ ਕਹਿੰਦੇ ਨੀਹਲ ਤੁਰਕਨ ਪਾਇਓ ਜੋਰ, ਜਾਣਿਓ ਸਿੰਘ ਭਾਜਣ ਤੋਰ। ਹੇਠਲਾ ਇਲਾਕਾ ਸੀ, ਜ਼ੋਰ ਪਾ ਲਿਆ ਤੁਰਕਾਂ ਨੇ, ਜਿਹੜੇ ਹੇਠਾਂ ਸਨ ਸਿੰਘ। ਤੁਰਕਾਂ ਨੇ ਜਾਣ ਲਿਆ ਵੀ ਇਹਨਾਂ ਨੂੰ ਭੱਜਣ ਨੂੰ ਰਾਹ ਨਹੀਂ ਲੱਭਦਾ, ਇਹ ਪਿੱਛੇ ਜਾ ਨਹੀਂ ਸਕਦੇ ਤੇ ਮੂਹਰੇ ਵੀ ਨਹੀਂ ਜਾ ਸਕਦੇ, ਅੱਗੇ ਵੀ ਰਾਹ ਨਹੀਂ। ਹੁਣ ਉਹਨਾਂ ਨੇ ਜਾਣ ਲਿਆ ਵੀ ਇਹ ਵਿਚਕਾਰ ਫਸ ਗਏ ਹਨ। ਜਾਣਿਓ ਸਿੰਘਨ ਭਾਜਣ ਤੋਰ। ਉਹਨਾਂ ਨੇ ਜਾਣਿਆ ਵੀ ਸਿੰਘਾਂ ਕੋਲ ਹੁਣ ਭੱਜਣ ਦਾ ਮੌਕਾ ਨਹੀਂ ਤੇ ਨਾ ਰਾਹ ਹੈ। ਸਿੰਘਨ ਉੱਪਰ ਹੱਲਾ ਕਰਾਇਓ। ਤੁਰਕਾਂ ਨੇ ਸਿੰਘਾਂ ਦੇ ਉੱਪਰ ਹਮਲਾ ਕਰ ਦਿੱਤਾ। ਬਾਣ ਨਿਸ਼ਾਨ ਬਾਜੇ ਬਜਾਇਓ। ਉਹਨਾਂ ਨਗਾਰੇ ਛੱਡ ਕੇ ਨਾ ਜੰਗ ਦਾ ਬਿਗਲ ਵਜਾ ਦਿੱਤਾ। ਹੁਕਮ ਜੀਓ ਅਰ ਨਕੀਬ ਫਿਰਾਇਓ। ਲਖਪਤ ਰਾਏ ਨੇ ਹੁਕਮ ਦੇ ਕੇ ਫੌਜ ਦੇ ਵਿੱਚ ਜਿਹੜਾ ਨਕੀਬ ਹੋਕਾ ਦੇਣ ਵਾਲਾ ਫੇਰ ਦਿੱਤਾ। ਪਹਿਲੇ ਲੁੱਟ ਨਾ ਕਰਨੀ ਪਾਇਓ। ਆਖਦਾ ਵੀ ਕਿਸੇ ਨੇ ਸਿੰਘਾਂ ਦੀ ਪਹਿਲਾਂ ਲੁੱਟ ਨਹੀਂ ਕਰਨੀ, ਜਿੰਨੇ ਕੁ ਸਿੰਘ ਹੈ ਨਾ ਇਹਨਾਂ ਨੂੰ ਘੇਰੋ, ਕਿਸੇ ਨੇ ਸਿੰਘਾਂ ਦੀ ਲੁੱਟ ਨਹੀਂ ਕਰਨੀ। ਲਿਆਵੇ ਸਿੱਖਣ ਕੋ ਸਿਰ ਜੋਈ। ਮੈਂ ਤੁਹਾਨੂੰ ਪੈਸੇ ਦਿਆਂਗਾ, ਜਿਹੜਾ ਵੀ ਇੱਕ ਸਿੱਖ ਦਾ ਸਿਰ ਵੱਢ ਕੇ ਲੈ ਕੇ ਆਵੇਗਾ। 5 ਰੁਪਏ ਸਿਰ ਕਿਉ ਦੋਈ। ਲਖਪਤ ਰਾਏ ਕਹਿੰਦਾ 5 ਰੁਪਏ ਦਿਆਂਗਾ, ਇੱਕ ਸਿੰਘ ਦਾ ਸਿਰ ਵੱਢ ਕੇ ਲਿਆਓ, ਮੈਂ ਤੁਹਾਨੂੰ 5 ਰੁਪਏ ਇੱਕ ਸਿੰਘ ਦੇ ਸਿਰ ਦੇ ਦੇਵਾਂਗਾ। ਪਾਛੇ ਲੁੱਟ ਮਾਫ ਮੈਂ ਕਰੋ। ਉਸ ਤੋਂ ਬਾਅਦ ਫਿਰ ਮੈਂ ਤੁਹਾਡੀ ਲੁੱਟ ਵੀ ਮਾਫ ਕਰ ਦੇਵਾਂਗਾ। ਪਹਿਲਾਂ ਨਹੀਂ ਲੁੱਟਣਾ, ਪਹਿਲਾਂ ਸਿੰਘਾਂ ਦੇ ਸਿਰ ਵੱਢ ਕੇ ਲਿਆਓ ਤੇ ਬਾਅਦ ਵਿੱਚ ਜਿੱਥੇ ਸਿੰਘ ਜੋ ਕੁਝ ਵੀ ਉਹਨਾਂ ਪਾਸ ਹੈ ਉਹਨਾਂ ਦੀ ਲੁੱਟ ਤੁਹਾਨੂੰ ਮਾਫ ਕਰ ਲਵਾਂਗਾ, ਜੋ ਮਰਜ਼ੀ ਸਿੰਘਾਂ ਦਾ ਲੁੱਟ ਲਿਓ। ਡੇਰਾ ਸਭ ਜਬ ਕਤਲੋ ਕਰਾਓ। ਇਸ ਤਰ੍ਹਾਂ ਜਾ ਕੇ ਜਦੋਂ ਸਾਰਾ ਡੇਰਾ ਤੁਸੀਂ ਸਿੰਘਾਂ ਦਾ ਕਤਲ ਕਰ ਲਵੋਗੇ। ਪਹਿਲੇ ਲੁੱਟਣ ਕੋ ਤੋਂ ਪਰੇ। ਜੇ ਤੁਸੀਂ ਪਹਿਲਾਂ ਸਿੰਘਾਂ ਨੂੰ ਲੁੱਟਣ ਵਾਸਤੇ ਪੈ ਗਏ, ਮਤ ਕਤ ਭਾਜ ਸਿੰਘ ਫੇ ਵਰੇ। ਮਤਾ ਕਿਤੇ ਨਾ ਹੋਵੇ ਵੀ ਸਿੰਘ ਭੱਜ ਕੇ ਕਿਸੇ ਹੋਰ ਪਾਸੇ ਜਾ ਵੜਨ। ਇਸ ਕਰਕੇ ਪਹਿਲਾਂ ਨਹੀਂ ਲੁੱਟਣਾ, ਪਹਿਲਾਂ ਡੇਰਾ ਕਤਲ ਕਰੋ, ਬਾਅਦ ਵਿੱਚ ਲੁੱਟ ਲਿਓ। ਤਬ ਸਿੰਘਨ ਕੇ ਸਿਰ ਪਈ ਮਾਰ। ਇਸ ਤਰ੍ਹਾਂ ਦਾ ਹੁਕਮ ਸੁਣਦਿਆਂ ਸਾਰ ਫਿਰ ਸਿੰਘਾਂ ਦੇ ਸਿਰ ਤੇ ਮਾਰ ਪਈ ਹੈ। ਟੁੱਟਤ ਭਈ ਤੋਪ ਤਲਵਾਰ। ਤੋਪਾਂ ਤੇ ਤਲਵਾਰਾਂ ਚੱਲ ਪਈਆਂ ਸਿੰਘਾਂ ਉੱਪਰ। ਘੋੜਨ ਸੋ ਸਿਰ ਦਏ ਪਿਛਾਰੇ। ਉਹਨਾਂ ਨੇ ਘੋੜਿਆਂ ਦੀਆਂ ਫੇਟਾਂ ਮਾਰੀਆਂ, ਘੋੜਾ ਦੜਾ ਕੇ ਲਿਆਂਦੇ ਨੇ ਤੇ ਸਿੰਘਾਂ ਨੂੰ ਘੋੜੇ ਨਾਲ ਫੇਟ ਮਾਰਦੇ ਹਨ। ਤਬ ਸਿੰਘਨ ਕੀ ਸ਼ਸਤਰ ਸੰਭਾਰੇ। ਸਿੰਘ ਵੀ ਤਿਆਰ ਬਰ ਤਿਆਰ ਹੋ ਗਏ, ਉਹਨਾਂ ਨੇ ਆਪਣੇ ਸ਼ਸਤਰ ਸੰਭਾਲ ਲਏ। ਓਪਨ ਗੁਰ ਕੇ ਬਚਨ ਵਿਚਾਰੇ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਕਲਗੀਧਰ ਜੀ ਦੇ ਬਚਨਾਂ ਦੀ ਵਿਚਾਰ ਕੀਤੀ। ਓਠਾਂ ਦੇ ਵਿੱਚ ਅੱਗੇ ਸਿਧਾਰੇ। ਸਿੰਘ ਉੱਥੇ ਖਲੋ ਗਏ ਤੇ ਸਨਮੁਖ ਹੋ ਗਏ ਤੁਰਕਾਂ ਦੇ ਤੇ ਅੱਗੇ ਨੂੰ ਚੱਲ ਪਏ। ਤੁਰਕਨ ਹੱਲਾ ਫੇਟਾ ਕਰਿਓ। ਇਸ ਤਰ੍ਹਾਂ ਤੁਰਕਾਂ ਦਾ ਜਿਹੜਾ ਹੱਲਾ ਸੀ, ਸਿੰਘਾਂ ਨੇ ਉਹਨੂੰ ਵੀ ਫੇਟ ਮਾਰਨੀ ਸ਼ੁਰੂ ਕਰ ਦਿੱਤੀ ਹੈ। ਉਹਨਾਂ ਦਾ ਹੱਲਾ ਸਹਿ ਲਿਆ, ਆਪਣੇ ਆਪ ਦੇ ਖਲੋ ਗਏ ਨਾ ਇੱਕ ਜਗ੍ਹਾ ਤੇ ਇਸ ਤਰ੍ਹਾਂ ਉਹਨਾਂ ਦਾ ਹੱਲਾ ਰੋਕ ਕੇ ਤੇ ਫਿਰ ਉਹਨਾਂ ਤੇ ਹਮਲਾ ਕਰ ਦਿੱਤਾ। ਤੁਰਕਨ ਦਲ ਦੇ ਪਿੱਛੇ ਹਟ ਰਹਿਓ। ਸਿੰਘਾਂ ਨੇ ਇਹੋ ਜਿਹਾ ਹਮਲਾ ਕੀਤਾ ਕਿ ਤੁਰਕਾਂ ਦਾ ਜਿਹੜਾ ਦਲ ਸੀ ਉਹ ਪਿਛਾਂ ਨੂੰ ਭੱਜ ਗਿਆ ਹੈ। ਦੋਹਰਾ ਸੁਖਾ ਸਿੰਘ ਤਬ ਲੋਗ ਹੀ ਮੈਂ ਪਰੋ ਲਖੂ ਪਰ ਜਾਏ। ਭਾਈ ਸੁੱਖਾ ਸਿੰਘ ਜੀ ਮਾੜੀ ਕੰਬੋ ਕੇ ਮੱਸੇ ਰੰਗੜ ਦਾ ਸਿਰ ਵੱਢਣ ਵਾਲੇ ਭਾਈ ਮਤਾਬ ਸਿੰਘ ਜੀ ਨਾਲ ਇਹਨਾਂ ਦੀ ਆਪਾਂ ਪਿੱਛੇ ਕਥਾ ਸੁਣੀ, ਉਹਨਾਂ ਦੇ ਬਹਾਦਰੀ ਦੇ ਕਿੱਸੇ। ਇਸ ਘੱਲੂ ਘਾਰੇ ਵਿੱਚ ਭਾਈ ਸੁੱਖਾ ਸਿੰਘ ਜੀ ਵੀ ਸਨ ਤੇ ਭਾਈ ਸੁੱਖਾ ਸਿੰਘ ਜੀ ਕਹਿਣ ਲੱਗੇ ਵੀ ਸਿੰਘੋ ਲੱਖੂ ਦਾ ਪਤਾ ਲਾਓ ਵੀ ਕਿੱਥੇ ਹੈ, ਮੈਂ ਜਾਣਾ, ਮੈਂ ਉਹਦੇ ਤੇ ਜਾ ਕੇ ਨਾ ਹਮਲਾ ਕਰਕੇ ਉਹਦਾ ਗਾਟਾ ਲਾ ਦੇਣਾ। ਇੱਕ ਵਾਰ ਲੱਖੂ ਮਰ ਗਿਆ ਤੇ ਸਾਰੀ ਮੁਸੀਬਤ ਆਪੇ ਟਲ ਜਾਣੀ ਹੈ, ਕਿਉਂਕਿ ਜਦੋਂ ਕਮਾਂਡਰ ਮਰ ਜਾਏ ਤੇ ਫੌਜ ਭੱਜ ਜਾਂਦੀ ਹੈ, ਭਾਵੇਂ ਲੱਖਾਂ ਦੀ ਫੌਜ ਕਿਉਂ ਨਾ ਹੋਵੇ। ਇਸ ਕਰਕੇ ਲਖਪਤ ਰਾਏ ਦਾ ਸਿਰ ਮੈਂ ਜਾ ਕੇ ਵੱਢ ਦਿਆਂਗਾ। ਆਪਣੇ ਸੰਗ ਆਵੇ ਸੋ ਜੋ ਪਿੱਛੇ ਕਰੇ ਨਾ ਪਾਏ। ਹਾਂ, ਮੇਰੇ ਨਾਲ ਉਹ ਸਿੰਘ ਆਵੇ ਜਿਹੜਾ ਪਿੱਛੇ ਨਾ ਮੁੜਿਆ, ਕਿਉਂਕਿ ਲਖਪਤ ਰਾਏ ਦੇ ਤੱਕ ਜਾਣਾ ਜੰਗ ਕਰਦਿਆਂ ਬੜੀ ਔਖੀ ਗੱਲ ਸੀ। ਸਾਰੀ ਫੌਜ ਨੂੰ ਚੀਰਦਿਆਂ ਹੋਇਆਂ ਲਖਪਤ ਰਾਏ ਕੋਲ ਪਹੁੰਚਿਆ ਜਾ ਸਕਦਾ ਸੀ। ਇਸ ਕਰਕੇ ਮੇਰੇ ਨਾਲ ਕੇਵਲ ਉਹੀ ਸਿੰਘ ਜਾਣ ਜਿਹੜੇ ਪੈਰ ਨਾ ਪਿੱਛੇ ਪੁੱਟਣ ਆਪਣਾ। ਇਸ ਤਰ੍ਹਾਂ ਭਾਈ ਸੁੱਖਾ ਸਿੰਘ ਨੇ ਬਚਨ ਕਹੇ ਹਨ। ਜੋ ਪਈ ਸੁੱਖਾ ਸਿੰਘ ਤਬ ਸਦ ਹਲਕਾਰੇ। ਇਸ ਤਰ੍ਹਾਂ ਭਾਈ ਸੁੱਖਾ ਸਿੰਘ ਨੇ ਹਲਕਾਰੇ ਸੱਦ ਲਏ। ਰਹਿ ਦੀਵਾਨ ਜਹ ਦੱਸੋ ਸਾਰੇ। ਸਿੰਘੋ ਮੈਨੂੰ ਉਹ ਜਗ੍ਹਾ ਦੱਸੋ
ਇਹ ਜਿੱਥੇ ਦੀਵਾਨ ਆਪਣਾ ਡੇਰਾ ਲਾ ਕੇ ਬੈਠਾ ਹੋਇਆ ਹੈ, ਮੈਨੂੰ ਪਤਾ ਤਾਂ ਲੱਗੇ ਵੀ ਕਿੱਥੇ ਹੈ। ਹਲਕਾਰੇ ਕਹੀ ਸੁ ਹੱਥ ਨ ਆਵੇ। ਹਲਕਾਰੇ ਕਹਿਣ ਲੱਗੇ ਭਾਈ ਸੁੱਖਾ ਸਿੰਘ ਇਸ ਵਕਤ ਲਖਪਤ ਰਾਏ ਤੁਹਾਡੇ ਹੱਥ ਨਹੀਂ ਆਵੇਗਾ, ਉਹ ਭੋਜਨ ਕੇ ਮਨ ਮਤ ਰਹਾਵੇ। ਕਿਉਂਕਿ ਉਹ ਬਹੁਤ ਸਾਰੀਆਂ ਫੌਜਾਂ ਦੇ ਵਿੱਚ ਰਹਿੰਦਾ ਹੈ। ਘਣੀਆਂ ਫੌਜਾਂ ਨੇ, ਬਹੁਤੀਆਂ ਫੌਜਾਂ, ਉਹਨਾਂ ਤੱਕ ਤਾਂ ਪਹੁੰਚਣਾ ਬੜੀ ਕਠਿਨ ਬਾਤ ਹੈ। ਜੋ ਹਾਥੀ ਅੰਬਾਰੀ ਲਾਲ। ਉਹਨਾਂ ਉੱਚੇ ਹਾਥੀ ਦੇ ਉੱਪਰ ਬੈਠਾ ਤੇ ਲਾਲ ਰੰਗ ਦੀ ਅੰਬਾਰੀ ਉਹਦੇ ਤੇ ਪਾਈ ਹੋਈ ਹੈ। ਇਹ ਕਹਾਣ ਹੈ ਡਰਵਤ ਨਾਲ। ਉਥੇ ਰਹਿੰਦਾ ਹੈ, ਡਰਦਾ ਰਹਿੰਦਾ ਹਰ ਵਕਤ। ਚਾਰ ਚੁਫੇਰੇ ਫੌਜਾਂ ਦੇ ਸਖਤ ਪਹਿਰੇ ਹਨ, ਉਥੇ ਦਾ ਪੰਛੀ ਪਰ ਨਹੀਂ ਮਾਰ ਸਕਦਾ। ਤੁਹਾਡਾ ਪਹੁੰਚਣਾ ਬੜਾ ਕਠਿਨ ਹੈ। ਲਘੂ ਹਾਥੀ ਕੇ ਉੱਪਰ ਬਹੇ। ਉਹ ਲਘੂ ਹਾਥੀ ਛੋਟੇ ਹਾਥੀ ਦੇ ਉੱਪਰ ਬਹਿੰਦਾ ਹੈ। ਕਭੀ ਘੋੜਾ ਕਬ ਪਾਲਕੀ ਬਹੇ। ਕਾਰਨ ਛੋਟੇ ਹਾਥੀ ਤੇ ਉੱਚਾ ਨਹੀਂ ਨਾ ਵੀ ਕੋਈ ਦੂਰੋਂ ਗੋਲੀ ਨਹੀਂ ਮਾਰ ਸਕਦਾ। ਹਾਥੀ ਉੱਚਾ ਹੋਵੇ ਤੇ ਦੂਰੋਂ ਨਜ਼ਰ ਆਵੇ ਤੇ ਗੋਲੀ ਜਿੱਥੋਂ ਮਰਜ਼ੀ ਮਾਰ ਦਿਓ। ਛੋਟੇ ਹਾਥੀ ਤੇ ਬਹਿੰਦਾ, ਕਦੀ ਘੋੜੇ ਤੇ ਬਹਿ ਜਾਂਦਾ, ਕਦੀ ਪਾਲਕੀ ਵਿੱਚ ਬਹਿ ਜਾਂਦਾ, ਸਵਾਰੀ ਬਦਲਦਾ ਰਹਿੰਦਾ ਹੈ। ਰੱਖੇ ਚੁਫੇਰੇ ਪੈਦਲ ਘਨੀ। ਆਪਣੇ ਚਾਰ ਚੁਫੇਰੇ ਪੈਦਲ ਫੌਜ ਰੱਖਦਾ ਹੈ। ਅਸਵਾਰੀ ਫੌਜ ਹੈ ਬਣੀ। ਇਸ ਤਰ੍ਹਾਂ ਕਹਿੰਦੇ ਉਹ ਚਾਰ ਚੁਫੇਰੇ ਫੌਜ ਦਾ ਸਖਤ ਪਹਿਰਾ ਹੈ ਤੇ ਵਿਚਕਾਰ ਉਹਦੀ ਅਸਵਾਰੀ ਚੱਲਦੀ ਹੈ। ਅੱਗੇ ਰੱਖੇ ਊਠ ਜੰਬੂਰੇ। ਤੇ ਆਪਣੇ ਮੂਹਰਲੇ ਪਾਸੇ ਕਹਿੰਦੇ ਨੇ ਜੰਬੂਰੇ ਰੱਖਦਾ, ਜਿਹੜੇ ਆ ਉਹ ਛੋਟੀਆਂ ਤੋਪਾਂ ਊਠਾਂ ਆਦਿਕ ਨਾਲ ਜੋ ਖਿੱਚੀਆਂ ਜਾਂਦੀਆਂ ਹਨ। ਅੱਗੇ ਤੋਪਨ ਕੀ ਬਿਦ ਪੂਰੇ। ਤੇ ਮੂਹਰਲੇ ਪਾਸੇ ਘੋੜਿਆਂ ਨਾਲ ਖਿੱਚਣ ਵਾਲੀਆਂ ਤੋਪਾਂ ਲਾਈਆਂ ਨੇ, ਵੀ ਪੂਰੀ ਤਤਬੀਰ ਬਣਾਈ ਹੋਈ ਆ ਉਹਨੇ। ਕਿਤੇ ਬੰਦੂਕਾਂ ਨੇ, ਤੋਪਾਂ ਨੇ, ਜੰਬੂਰੇ ਨੇ, ਤੇ ਮੂਹਰਿਓਂ ਲੰਘਣਾ, ਫਿਰ ਜਾ ਕੇ ਲੱਖੂ ਦੇ ਨਾਲ ਕਿਤੇ ਹੱਥ ਪਏਗਾ ਤੇ ਤੋਪਾਂ ਨੂੰ ਲੰਘ ਕੇ ਅੱਗੇ ਜਾਣਾ ਬੜਾ ਕਠਿਨ ਹੈ। ਦੋਹਰਾ ਸੁੱਖਾ ਸਿੰਘ ਸੁ ਨਹਿ ਕਰਿਓ ਕਰੀ ਤਿਸੈ ਪੈ ਦੌੜ। ਭਾਈ ਸੁੱਖਾ ਸਿੰਘ ਜੀ ਕਹਿੰਦੇ ਜੋ ਮਰਜ਼ੀ ਹੋ ਜਾਏ ਸਿੰਘੋ, ਇੱਕ ਵਾਰ ਤਾਂ ਹਮਲਾ ਜ਼ਰੂਰ ਕਰਨਾ। ਲਖਪਤ ਰਾਏ ਨੇ ਸਿੰਘਾਂ ਦਾ ਜਥਾ ਲੈ ਕੇ ਭਾਈ ਸੁੱਖਾ ਸਿੰਘ ਚੱਲ ਪਏ, ਟਲੇ ਨਹੀਂ। ਕਰੀ ਤਿਸੈ ਪੈ ਦੌੜ, ਤੇ ਲਖਪਤ ਰਾਏ ਨੂੰ ਮਾਰਨ ਵਾਸਤੇ ਉਹਨਾਂ ਨੇ ਦੌੜ ਕੀਤੀ ਹੈ। ਜੰਬੂਰੇ ਕਾ ਗੋਲਾ ਲਗਿਓ ਦਈ ਟਾਂਗ ਤਿਸ ਤੋੜ। ਜਦੋਂ ਅੱਗੇ ਵਧੇ ਨਾ ਤੇ ਜੰਬੂਰ ਤੋਪ ਜਿਹੜੀ ਸੀ ਉਹਦਾ ਗੋਲਾ ਵੱਜਿਆ ਭਾਈ ਸੁੱਖਾ ਸਿੰਘ ਦੀ ਲੱਤ ਦੇ ਉੱਪਰ ਤੇ ਉਹਦੀ ਲੱਤ ਤੋੜ ਦਿੱਤੀ ਹੈ। ਚੋਪਈ ਟੁੱਟੀ ਟਾਂਗ ਦੇਹ ਬਹਿਬਲ ਭਈ। ਹੁਣ ਤੋਪ ਦਾ ਗੋਲਾ ਵੱਜਣ ਕਰਕੇ ਭਾਈ ਸੁੱਖਾ ਸਿੰਘ ਦੀ ਲੱਤ ਟੁੱਟ ਗਈ ਤੇ ਸਰੀਰ ਬੇਬਲ ਹੋ ਗਿਆ। ਹੱਡੀ ਟੁੱਟਦੀ ਤੇ ਦਰਦ ਬਹੁਤਾ ਹੁੰਦਾ, ਲੱਤ ਟੁੱਟ ਗਈ ਤੇ ਦੇਹੀ ਬੇਬਲ ਹੋ ਗਈ ਹੈ। ਪਹੁੰਚ ਨਾ ਸਕਿਓ ਮਨ ਕੀ ਮਨ ਰਹੀ। ਲਖਪਤ ਰਾਏ ਤਾਈਂ ਭਾਈ ਸੁੱਖਾ ਸਿੰਘ ਪਹੁੰਚ ਨਾ ਸਕੇ। ਮਨ ਦੀ ਗੱਲ ਮਨ ਵਿੱਚ ਹੀ ਰਹਿ ਗਈ ਹੈ। ਇੰਨੀ ਟੰਗ ਹੰਨੇ ਸਿਉ ਬੰਦ। ਵੇਖੋ ਕਿਹੋ ਜਿਹੇ ਸਿੰਘ ਸਨ। ਲੱਤ ਟੁੱਟ ਗਈ, ਉਹਨਾਂ ਨੇ ਆਪਣੀ ਲੱਤ ਜਿਹੜੀ ਸੀ ਨਾ, ਕਾਠੀ ਦਾ ਹੰਨਾ ਹੁੰਦਾ ਤੇ ਉੱਪਰਲੇ ਪਾਸੇ ਕਾਠੀ ਨਾਲ ਹੀ ਘੁੱਟ ਕੇ ਲੱਤ ਬੰਨ ਲਈ ਭਾਈ ਸੁੱਖਾ ਸਿੰਘ ਨੇ। ਆਗੇ ਅੱਗੇ ਨਾ ਚੜਿਓ ਫੰਦ। ਇਸ ਤਰ੍ਹਾਂ ਸਾਧ ਸੰਗਤ ਜੀ ਅੱਗੇ ਜਾਣਾ ਚਾਹੁੰਦੇ ਸਨ, ਪਰ ਅੱਗੇ ਵੱਧ ਨਹੀਂ ਸਕੇ, ਕਿਉਂਕਿ ਲੱਤ ਦੇ ਉੱਪਰ ਗੋਲਾ ਵੱਜਿਆ, ਲੱਤ ਟੁੱਟ ਗਈ। ਅੱਗੇ ਜਾਣਾ ਭਾਈ ਸੁੱਖਾ ਸਿੰਘ ਵਾਸਤੇ ਕਠਿਨ ਹੋ ਗਿਆ ਹੈ। ਮੈਂ ਸੁੱਖਾ ਸਿੰਘ ਪਾਛੇ ਮੁੜਾ। ਬੇਬਸ ਹੋ ਕੇ ਭਾਈ ਸੁੱਖਾ ਸਿੰਘ ਜੀ ਪਿਛਾਂਹ ਨੂੰ ਮੁੜ ਗਏ। ਕभी ਮੁੜੈ ਕभी ਹੋਰ ਹੈ ਖੜਾ। ਫਿਰ ਮੁੜ ਆਉਂਦੇ ਨੇ, ਚੱਲ ਮਨਾ ਚਲੀਏ, ਜਾ ਕੇ ਇੱਕ ਵਾਰੀ ਲਖਪਤ ਦਾ ਸਿਰ ਵੱਢ ਹੀ ਦਈਏ। ਪਰ ਫਿਰ ਖਲੋ ਜਾਂਦੇ ਨੇ, ਕਿਉਂ? ਦਰਦ ਬੜਾ ਹੁੰਦਾ ਆ, ਅੱਗੇ ਨਹੀਂ ਤੁਰਿਆ ਜਾਂਦਾ। ਘੋੜੇ ਨਾਲ, ਕਾਠੀ ਨਾਲ ਤਾਂ ਲੱਤ ਬੰਨੀ ਸੀ, ਘੋੜਾ ਤੁਰਦਾ ਤੇ ਲੱਤ ਹਿਲਦੀ ਹੈ। ਬੇਬਸ ਹੋ ਜਾਂਦੇ ਨੇ, ਫਿਰ ਖਲੋ ਜਾਂਦੇ ਹਨ। ਉਹ ਵੀ ਸਿੰਘ ਜੀ ਰਹੇ ਹਥਿਆਰ। ਫਿਰ ਵੀ ਭਾਵੇਂ ਜਿਹੋ ਜਿਹਾ ਮਰਜ਼ੀ ਸਮਾਂ ਆ ਗਿਆ, ਭਾਈ ਸੁੱਖਾ ਸਿੰਘ ਜੀ ਉੱਥੇ ਹਥਿਆਰ ਧਾਰ ਕੇ ਤਿਆਰ ਬਰ ਤਿਆਰ ਰਹਿੰਦੇ ਹਨ। ਪੱਟ ਕੋ ਤਪ ਕੇ ਬਲਹਿ ਸੰਭਾਲ। ਹਠੇ ਤਪੀ ਗੁਰੂ ਕੇ ਸਿੰਘ ਸਨ ਤੇ ਬਲ ਉਹਨਾਂ ਨੇ ਸੰਭਾਲਿਆ ਹੈ। ਜਹਾਂ ਹੋਏ ਸਿੰਘਨ ਕੀ ਭੀੜ। ਜਿਸ ਜਗ੍ਹਾ ਤੇ ਗੁਰੂ ਕੇ ਸਿੰਘਾਂ ਦੀ ਬਹੁਤੀ ਭੀੜ ਹੈ, ਕਹੀਂ ਸੁਡਾਹੇ ਜਾਹੇ ਸ਼ਰੀਰ। ਸਾਧ ਸੰਗਤ ਜੀ ਉੱਥੇ ਜਾ ਕਰਕੇ ਗੁਰੂ ਕੇ ਸਿੰਘ ਤੁਰਕਾਂ ਵਿੱਚ ਹਮਲਾ ਕਰਦੇ, ਸਰੀਰ ਢਾਹ ਦਿੰਦੇ ਹਨ। ਸੁਣੋ ਅਬ ਅਗਲੀ ਬਾਤ। ਭਾਈ ਰਤਨ ਸਿੰਘ ਜੀ ਕਹਿੰਦੇ, ਖਾਲਸਾ ਜੀ ਹੁਣ ਅਗਲੀ ਬਾਤ ਸਰਵਣ ਕਰੋ। ਕਿਛ ਪਰਬਤ ਕਿਛ ਨੀਹਲ ਘਾਟ। ਕੁਝ ਸਿੰਘ ਪਰਬਤ ਦੇ ਉੱਪਰ ਸਨ, ਜਿਹੜੇ ਸਜਾਦੇ ਪਿਆਦੇ ਸਿੰਘ ਸਨ, ਉਹ ਪਰਬਤ ਦੇ ਉੱਪਰਲੇ ਪਾਸੇ, ਤੇ ਕੁਝ ਸਿੰਘ ਸਨ ਉਹ ਪਰਬਤ ਦੇ ਹੇਠਲੇ ਪਾਸੇ ਹਨ। ਯੋ ਤਬ ਖਾਲਸੇ ਮਤਾ ਮਤਾਇਆ। ਫਿਰ ਗੁਰੂ ਕੇ ਖਾਲਸੇ ਪੰਥ ਨੇ ਗੁਰਮਤਾ ਕੀਤਾ ਹੈ ਕੇ ਤੁਰਕਨ ਜਾਗ ਭਜਾਇਆ। ਕਿ ਸਿੰਘੋ ਆਪਣੇ ਕੋਲੋਂ ਹੁਣ ਤੁਰਕਾਂ ਨੂੰ ਭਜਾਇਆ ਨਹੀਂ ਜਾ ਸਕਦਾ, ਵੀ ਆਪਣੀ ਗਿਣਤੀ ਥੋੜੀ ਹੈ ਤੇ ਲੱਖੂ ਦੁਸ਼ਟ ਇੱਥੇ ਲੱਖਾਂ ਦੀ ਫੌਜ ਸਾਰਾ ਮੁਲਖਈਆ ਇਕੱਠਾ ਕਰੀ ਬੈਠਾ ਹੈ, ਅਸੀਂ ਇਹਨੂੰ ਭਜਾ ਨਹੀਂ ਸਕਦੇ। ਇਹ ਬਹੁਤੇ ਹਮ ਹੈ ਅਤ
ਤੇ ਬਹੁਤੇ ਹਨ ਤੇ ਸਾਡੀ ਗਿਣਤੀ ਥੋੜੀ ਹੈ। ਭੁੱਖੇ ਹਮ ਉਹ ਭੁੱਖੇ ਘੋੜੇ, ਅਸੀਂ ਆਪ ਵੀ ਭੁੱਖੇ ਆ, ਕਈ ਦਿਨਾਂ ਦਾ ਲੰਗਰ ਪਾਣੀ ਛਕਿਆ ਹੋਇਆ ਹੈ, ਕਈ ਦਿਨ ਹੋ ਗਏ ਜਲ ਪਾਣੀ ਛਕੇ ਨੂੰ, ਤੇ ਭੁੱਖੇ ਵੀ ਸਾਡੇ ਘੋੜੇ ਵੀ ਹਨ। ਅਬ ਹਮ ਇੰਤੇ ਜਾਵੇ ਭਾਜ, ਹੁਣ ਚੰਗਾ ਸਮਾਂ ਤਾਂ ਇਹੀ ਹੈ ਵੀ ਆਪਾਂ ਮੌਕਾ ਵੇਖ ਕੇ ਨਾ ਇੱਥੋਂ ਭੱਜ ਜਾਈਏ। ਸੁੱਤੇ ਹੋਏ ਫਿਰ ਕਰਕੇ ਕਾਜ, ਤੇ ਇੱਕ ਵਾਰੀ ਜਦੋਂ ਸਿੱਧੇ ਜਿਹੇ ਹੋ ਜਾਵਾਂਗੇ ਨਾ, ਥੋੜਾ ਸਰੀਰ ਵੀ ਠੀਕ ਹੋ ਜਾਏਗਾ, ਤੇ ਫਿਰ ਹਮਲਾ ਕਰਾਂਗੇ ਤੁਰਕਾਂ ਦੇ ਉੱਪਰ। ਚਾਰੋਂ ਕੁੰਟਨ ਕੋ ਭੱਜ ਜਾਵੋ, ਇਸ ਕਰਕੇ ਸਿੰਘੋ 4 ਕੁੰਟਾਂ ਨੂੰ ਭੱਜ ਜਾਓ, ਜਿਹਨੂੰ ਜਿੱਧਰ ਰਾਹ ਮਿਲਦਾ ਨਾ ਉਧਰ ਨੂੰ ਚਲਾ ਜਾਵੇ। ਅਬ ਤੋਂ ਨੱਠ ਕਰ ਵਕਤ ਲੰਘਾਓ, ਹੁਣ ਤਾਂ ਨੱਠ ਕੇ ਆਪਣਾ ਵਕਤ ਕੱਢ ਲਓ। ਹੁਣ ਇੱਥੇ ਖੜ ਗਏ ਤੇ ਸਾਰੇ ਸਿੰਘ ਮਾਰੇ ਜਾਓਗੇ। ਤੇ ਕਈ ਵਿਦਵਾਨ ਲਿਖਦੇ ਵੀ ਕਿੰਨਾ ਕੁ ਸਿੰਘਾਂ ਦਾ ਜਥਾ ਸੀ, ਕਈਆਂ 50,000 ਗਿਣਤੀ ਲਿਖੀ, 40,000 ਸਿੰਘ ਜਿਹੜਾ ਸੀਗਾ ਇੱਥੇ ਸ਼ਹੀਦ ਹੋਇਆ। ਭਾਈ ਰਤਨ ਸਿੰਘ ਜੀ ਅੱਗੇ ਖੁਲਾਸਾ ਵੀ ਕਰਨਗੇ ਭਾਵੇਂ। ਹਾਲਾਂਕਿ ਜਿਹੜਾ ਦੂਜਾ ਘੱਲੂਘਾਰਾ ਹੋਇਆ ਸੀ, ਇੱਕ ਦਿਨ ਵਿੱਚ 25 ਤੋਂ 30,000 ਸਿੰਘ ਬਜ਼ੁਰਗ ਬੱਚੇ ਅਹਿਮਦ ਸ਼ਾਹ ਅਬਦਾਲੀ ਨੇ ਮਾਰੇ। ਸਾਨੂੰ ਕਥਾ ਅੱਗੇ ਆਏਗੀ, ਜਿਹੜਾ ਕੁਪਹੀੜਾ ਦੇ ਪਾਸ ਹੋਇਆ ਨਾ ਵੱਡਾ ਘੱਲੂਘਾਰਾ, ਪਰ ਇਹਦੇ ਵਿੱਚ ਗਿਣਤੀ ਅਲੱਗ-ਅਲੱਗ ਦੱਸੀ ਗਈ ਵੀ 40,000 ਸਿੰਘ ਸ਼ਹੀਦ ਹੋਏ। 6 ਮਹੀਨੇ ਦਾ ਸਮਾਂ ਲੱਗ ਗਿਆ। ਇਹ 1 2 4 ਦਿਨਾਂ ਦੀ ਕਥਾ ਨਹੀਂ। ਇਸ ਮੁਸੀਬਤ ਵਿੱਚੋਂ ਨਿਕਲਦਿਆਂ ਨੂੰ ਸਿੰਘਾਂ ਨੂੰ 6 ਮਹੀਨੇ ਲੱਗ ਗਏ। ਇਹੋ ਜਿਹਾ ਕਰੜਾ ਸਮਾਂ ਸੀ ਸਿੰਘਾਂ ਦੇ ਉੱਪਰ। ਤੇ ਖਾਲਸਾ ਜੀ ਸਿੰਘ ਕਹਿੰਦੇ ਨੇ ਵੀ ਹੁਣ ਤਾਂ ਮੌਕਾ ਜਿਹੜਾ ਹੈ ਇਹ ਸਾਡੇ ਪੱਖ ਦਾ ਨਹੀਂ। ਇੱਕ ਵਾਰੀ ਨਿਕਲ ਜਾਓ, ਜਦੋਂ ਸਿੱਧਾ ਹੋ ਜਾਏਗਾ ਨਾ ਸਾਰਾ ਕੁਝ, ਫਿਰ ਆਵਾਂਗੇ ਤੁਰਕਾਂ ਤੇ ਹਮਲਾ ਕਰਾਂਗੇ। ਹਮਕੋ ਨੱਠਣਾ ਗੁਰੂ ਬਤਾਇਆ, ਸਾਡੇ ਗੁਰੂ ਨੇ ਦੱਸਿਆ ਕਿ ਸਿੰਘੋ ਜਦੋਂ ਜ਼ੋਰ ਪੈ ਜਾਏ ਤੇ ਫਿਰ ਨੱਠ ਜਾਓ। 2.5 ਫੱਟ ਨੇ ਫੱਟ ਗਿਣਾਇਆ, 2.5 ਫੱਟ ਦੀ ਲੜਾਈ ਹੈ, 2.5 ਫੱਟ ਦੇ ਵਿੱਚੋਂ 1 ਫੱਟ ਗਿਣਿਆ ਗਿਆ ਹੈ। ਐਟਰ ਤੇ ਦੇਵਤੇ ਭੱਜ ਗਏ, ਜਦੋਂ ਦੈਂਤਾਂ ਦੇ ਨਾਲ ਜੰਗ ਹੋਇਆ ਤੇ ਦੇਵਤਿਆਂ ਨੇ ਵੇਖਿਆ ਸਾਡੀ ਹਾਰ ਹੋ ਰਹੀ ਹੈ, ਤੇ ਦੇਵਤੇ ਮੈਦਾਨੇ ਜੰਗ ਨੂੰ ਛੱਡ ਕੇ ਭੱਜ ਗਏ ਹਨ। ਆਪਣੇ ਦੇਸ਼ ਲੇਤ ਫਿਰ ਭਏ, ਫਿਰ ਦੁਬਾਰਾ ਮੁੜ ਕੇ ਆਏ। ਫਿਰ ਆ ਕੇ ਉਹਨਾਂ ਨੇ ਸਾਧ ਸੰਗਤ ਦੈਂਤਾਂ ਨਾਲ ਜੰਗ ਕੀਤਾ ਤੇ ਆਪਣਾ ਦੇਸ਼ ਵਾਪਸ ਲੈ ਲਿਆ ਹੈ। ਕ੍ਰਿਸ਼ਨ ਆਪ ਲੁਕ ਗਇਓ ਕਈ ਵਾਰ, ਜਰਾ ਸਿੰਧ ਦੇ ਨਾਲ ਜੰਗ ਕਰਦਿਆਂ ਕ੍ਰਿਸ਼ਨ ਆਪ ਕਈ ਵਾਰੀ ਲੁਕ ਗਏ ਹਨ। ਭਏ ਜੋ ਆਪ ਵਿਸ਼ਨ ਅਵਤਾਰ, ਭਾਵਾਂ ਕਿ ਕਿਹਾ ਗਿਆ ਵੀ ਆਪ ਵਿਸ਼ਨੂੰ ਦਾ ਅਵਤਾਰ ਸੀ, ਪਰ ਮੌਕਾ ਉਹਨਾਂ ਵੇਖਿਆ, ਮੌਕਾ ਪ੍ਰਸਤ ਸਨ, ਮੌਕਾ ਵੇਖਿਆ, ਜਰਾ ਸਿੰਧ ਨੂੰ ਛੱਡ ਕੇ ਭੱਜ ਗਏ। ਫਿਰ ਆਵਾਂਗੇ, ਫਿਰ ਆ ਕੇ ਹਮਲਾ ਕਰਾਂਗੇ, ਫਿਰ ਇਹਨੂੰ ਮਾਰ ਦਿਆਂਗੇ। ਪਸਮੰਤਰ ਤੇ ਸ਼ਿਵ ਗਏ ਭਾਜ, ਪਸਮੰਤਰ ਦੈਂਤ ਜਦੋਂ ਮਾਰਨ ਲੱਗਾ ਸ਼ਿਵ ਜੀ ਨੂੰ, ਤੇ ਸ਼ਿਵ ਜੀ ਆਪ ਭੱਜ ਗਏ ਉੱਥੋਂ। ਆਖਿਆ ਵੀ ਮੌਕਾ ਹੈ, ਜੇ ਖੜ ਗਿਆ ਤੇ ਮਾਰਿਆ ਜਾਵਾਂਗਾ, ਚੰਗਾ ਇਹੀ ਹੈ ਵੀ ਇੱਥੋਂ ਹੁਣੇ ਭੱਜ ਜਾਓ। ਫਿਰ ਆਪਣੋ ਕਰ ਲੀਨੋ ਕਾਜ, ਇਸ ਤਰ੍ਹਾਂ ਪਹਿਲਾਂ ਤਾਂ ਉਹ ਭੱਜ ਗਏ, ਪਰ ਉਹਨਾਂ ਨੇ ਮੁੜ ਕੇ ਆ ਕੇ ਆਪਣਾ ਕੰਮ ਕੀਤਾ, ਪਸਮੰਤਰ ਨੂੰ ਮਾਰਿਆ। ਉਹੀ ਕ੍ਰਿਸ਼ਨ ਜੀ ਜਿਹੜੇ ਕਈ ਵਾਰੀ ਭੱਜੇ, ਉਹਨਾਂ ਜਰਾ ਸਿੰਧ ਨੂੰ ਮਾਰਿਆ। ਇਸ ਪ੍ਰਕਾਰ ਸਾਧ ਸੰਗਤ ਜੀ ਇਹ ਮੌਕਾ ਵੇਖ ਕੇ ਹੀ ਵਕਤ ਵਿਚਾਰੇ ਸੋ ਬੰਦਾ ਹੋਏ। ਬਾਣੀ ਨੇ ਵੀ ਫੈਸਲਾ ਕੀਤਾ ਹੈ, ਸਿੰਘਾਂ ਨੇ ਆਖਿਆ ਵਕਤ ਵਿਚਾਰੋ ਭਾਈ, ਹੁਣ ਚੱਲੋ, ਫਿਰ ਮੁੜ ਕੇ ਆਵਾਂਗੇ ਤੇ ਇਹਨਾਂ ਦਾ ਘਾਤ ਕਰਾਂਗੇ। ਦੋਹਰਾ ਸੁੱਖਾ ਸਿੰਘ ਤੇ ਖਾਨ ਤੋਂ ਜੋ ਕੰਬੋ ਮਾੜੀ ਵਾਲ, ਭਾਈ ਸੁੱਖਾ ਸਿੰਘ ਜੀ ਜੋ ਤਖਾਨ ਸਨ ਤੇ ਮਾੜੀ ਕੰਬੋਕੇ ਦੇ ਰਹਿਣ ਵਾਲੇ ਸਨ। ਤੂੰ ਕੇ ਸਾਨੂੰ ਕਰ ਹੈ ਥੰਨੇ ਸਿੰਘਨ ਨਾਲ, ਉਹ ਕਿਸੇ ਤਰ੍ਹਾਂ ਲਖੂ ਦੇ ਸਾਹਮਣੇ ਜਾਣਾ ਚਾਹੁੰਦੇ ਸਨ, ਤੇ ਜਿੱਧਰ ਵੀ ਹੁਣ ਫੌਜ ਆਂਦੀ ਨਾ, ਜਾ ਕੇ ਲੜਾਈ ਕਰਦੇ ਵੀ ਕਦੇ ਮੌਕਾ ਮਿਲੇ ਮੈਨੂੰ ਤੇ ਮੈਂ ਵਿੱਚੋਂ ਨਿਕਲ ਕੇ ਤੇ ਲਖੂ ਦਾ ਸਿਰ ਵੱਢ ਦਿਆਂ। ਚੋਪਈ ਤਬਹਿ ਖਾਲਸੇ ਐਸ ਠਹਿਰਾਈ, ਇਸ ਤਰ੍ਹਾਂ ਗੁਰੂ ਕੇ ਖਾਲਸੇ ਨੇ ਇਹ ਵਿਚਾਰ ਕੀਤੀ ਹੈ। ਆਪ ਆਪਣੀ ਔਰ ਤਕਾਈ, ਆਖਿਆ ਵੀ ਸਿੰਘੋ ਜਿੱਧਰ ਕਿਸੇ ਨੂੰ ਰਾਹ ਮਿਲਦਾ ਉਧਰ ਨੂੰ ਚਲੇ ਜਾਓ। ਇਸ ਤਰ੍ਹਾਂ ਸਿੰਘਾਂ ਨੇ ਵਿਚਾਰ ਕੀਤੀ, ਜਿਹਨੂੰ ਜਿੱਧਰ ਰਾਹ ਮਿਲਿਆ ਉਧਰ ਨੂੰ ਤੁਰ ਪਿਆ ਹੈ। ਉਹ ਪਹਾੜੀ ਚੜਿਓ ਜਾਈ, ਪਰ ਖਾਲਸਾ ਜੀ ਜਿਹੜੇ ਘੋੜ ਸਵਾਰ ਸਨ, ਉਹਨਾਂ ਕੋਲੋਂ ਹੁਣ ਪਹਾੜੀ ਤੇ ਚੜਿਆ ਨਹੀਂ ਜਾਂਦਾ। ਤਿੰਨ ਸਿੰਘਨ ਸੋ ਐਸ ਸੁਣਾਈ, ਤੇ ਸਾਧ ਸੰਗਤ ਜੀ ਜਿਹੜੇ ਘੋੜ ਸਵਾਰ ਸਨ, ਉਹਨਾਂ ਨੇ ਸਿੰਘਾਂ ਨੂੰ ਇਹ ਗੱਲ ਆਖੀ। ਹਮ ਸੋ ਪਹਾੜੀ ਨਾਹੀਂ ਚੜਾਈ, ਆਖਦੇ ਸਿੰਘੋ ਸਾਡੇ ਕੋਲੋਂ ਪਹਾੜੀ ਤੇ ਚੜਿਆ ਨਹੀਂ ਜਾ ਰਿਹਾ, ਹਮਕੋ ਬਚਨ ਪਿਛੇ ਕੋ ਕਰਾਹੀ, ਤੇ ਫਿਰ ਅਸੀਂ ਤਾਂ ਹੁਣ ਪਿੱਛੇ ਰਹਾਂਗੇ, ਅਸੀਂ ਪਹਾੜੀ ਦੇ ਉੱਤੇ ਚੜ ਨਹੀਂ ਸਕਦੇ। ਤੇ ਫਿਰ ਉਹ ਜਿਹੜੇ ਸਿੰਘ ਪੈਦਲ ਚੱਲਣ ਵਾਲੇ, ਉਹ ਪਹਾੜੀ ਚੜ ਜਾਓ, ਪਹਾੜ ਘੋੜੇ ਤੇ ਚੜਿਓ ਨਾ ਜਾਵੇ, ਕਿਉਂਕਿ ਹਮਕੋ ਬਚਨ ਪਿੱਛੇ ਕੋ ਕਰਾਈ, ਅਸੀਂ ਤਾਂ ਹੀ ਬਚ ਸਕਦੇ ਹਾਂ ਜੇ ਪਿਛਾਂ ਮੁੜ ਸਕਦੇ ਹਾਂ। ਉੱਪਰ ਚੜਾਂਗੇ ਪਹਾੜ ਦੇ ਤੇ ਘੋੜੇ ਡਿੱਗ ਜਾਣਗੇ, ਮੌਤ ਹੋ ਜਾਏਗੀ।
ਇਸ ਪ੍ਰਕਾਰ ਪਹਾੜ ਘੋੜੇ ਤੇ ਚੜਿਓ ਨਾ ਜਾਵੇ, ਤੇ ਘੋੜੇ ਕੋਲੋਂ ਪਹਾੜ ਤੇ ਚੜਿਆ ਨਹੀਂ ਜਾਂਦਾ, ਬਿਨ ਘੋੜੇ ਹਮ ਕਿੱਕਰ ਧਾਵੇ, ਤੇ ਬਿਨਾਂ ਘੋੜਿਆਂ ਤੋਂ ਅਸੀਂ ਜਾ ਵੀ ਨਹੀਂ ਸਕਦੇ। ਜੇ ਘੋੜੇ ਨਾ ਹੋਣਗੇ ਤੇ ਜੰਗ ਕਿਵੇਂ ਕਰਾਂਗੇ? ਜੰਗ ਕਰਨ ਵਾਸਤੇ ਘੋੜੇ ਚਾਹੀਦੇ ਨੇ, ਘੋੜੇ ਵੀ ਇੱਥੇ ਨਹੀਂ ਛੱਡ ਸਕਦੇ। ਦੋਹਰਾ ਤਵੇ ਖਾਲਸੇ ਨੇ ਕਹੀ ਖਿੰਡੋ ਸੂ ਚਾਰੋ ਓਰ, ਫਿਰ ਗੁਰੂ ਕੇ ਖਾਲਸੇ ਪੰਥ ਨੇ ਗੁਰਮਤਾ ਕੀਤਾ, ਸਿੰਘੋ ਇਸ ਤਰ੍ਹਾਂ ਕਰੋ ਵੀ ਚਾਰ ਚੁਫੇਰੇ ਖਿੰਡ ਜਾਓ, ਵੀ ਇੱਕ ਜਗ੍ਹਾ ਤੇ ਨਾ ਖੜੋ, ਜਿੱਧਰ ਕਿਸੇ ਨੂੰ ਰਾਹ ਮਿਲਦਾ ਉਧਰ ਨੂੰ ਚਲੇ ਜਾਓ। ਫਿਰ ਮਾਝੇ ਹੋ ਏਕ ਠੇ ਆਨ ਮਚਾਵੇ ਸ਼ੋਰ, ਇਸ ਤਰ੍ਹਾਂ ਫਿਰ ਜਿਹੜਾ ਮਾਝੇ ਦਾ ਇਲਾਕਾ ਹੈ ਨਾ, ਆਪਾਂ ਮਾਝੇ ਦੇ ਇਲਾਕੇ ਵਿੱਚ ਫਿਰ ਇਕੱਠੇ ਹੋਵਾਂਗੇ ਤੇ ਫਿਰ ਸਾਰੇ ਸਿੰਘ ਮਿਲ ਕੇ ਸ਼ੋਰ ਮਚਾਵਾਂਗੇ, ਤੁਰਕਾਂ ਦਾ ਨਾਸ਼ ਕਰਾਂਗੇ। ਚੌਪਈ ਤਬ ਸੁੱਖਾ ਸਿੰਘ ਕਰੀ ਸਲਾਹ, ਇਸ ਤਰ੍ਹਾਂ ਭਾਈ ਸੁੱਖਾ ਸਿੰਘ ਜੀ ਨੇ ਸਲਾਹ ਕੀਤੀ ਹੈ ਆਓ ਹਮ ਸੰਗ ਪਿਛਲੇ ਦਾਏ, ਕਿ ਸਿੰਘੋ ਤੁਸੀਂ ਮੇਰੇ ਪਿੱਛੇ ਪਿੱਛੇ ਆ ਜਾਓ। ਜੋ ਹੈ ਕੋ ਸਜਾਦਾ ਸਿੰਘ, ਜਿਹੜਾ ਕੋਈ ਸਜਾਦਾ ਸਿੰਘ ਹੈ, ਭਾਵ ਪੈਦਲ ਚੱਲਣ ਵਾਲਾ ਹੈ, ਚੜੋ ਪਹਾੜੀ ਕਰੋ ਨਾ ਢਿੱਲ, ਢਿੱਲ ਨਾ ਕਰੋ, ਤੁਸੀਂ ਝਟ ਪਹਾੜੀ ਤੇ ਚੜ ਜਾਓ ਤੇ ਇੱਥੋਂ ਚਲੇ ਜਾਓ। ਜੋ ਸਵਾਰ ਸੁ ਹਮ ਸੰਗ ਆਵੋ, ਤੇ ਜਿਹੜੇ ਅਸਵਾਰ ਘੋੜੇ ਤੇ ਸਵਾਰ ਸਿੰਘ ਨੇ ਉਹ ਮੇਰੇ ਨਾਲ ਆ ਜੋ ਜਾਓ। ਪਹਾੜਨ ਪੈਰ ਨਾ ਪਾਵੋ, ਘੋੜ ਸਵਾਰਾਂ ਨੇ ਪਹਾੜਾਂ ਵਿੱਚ ਪੈਰ ਨਹੀਂ ਪਾਣਾ, ਤੁਸੀਂ ਮੇਰੇ ਨਾਲ ਆਓ ਤੇ ਬਾਕੀ ਪੈਦਲ ਸਿੰਘ ਪਹਾੜ ਤੇ ਚੜ ਜਾਓ। ਚਾਲਕ ਚੜੇ ਪਹਾੜ ਤੇ ਆਦੇ, ਭਾਈ ਸੁੱਖਾ ਸਿੰਘ ਜੀ ਕਹਿੰਦੇ ਜਿੰਨੀ ਦੇਰ ਤੱਕ ਪਿਆਦੇ ਸਿੰਘ ਪਹਾੜ ਤੇ ਨਹੀਂ ਚੜਦੇ, ਤੋਲਕ ਹਮਨੇ ਛੱਡ ਉਨ ਜਾਦੇ, ਉਨੀ ਦੇਰ ਤੱਕ ਅਸੀਂ ਵੀ ਨਹੀਂ ਜਾਵਾਂਗੇ। ਅਸੀਂ ਇੱਥੇ ਖਲੋਤੇ ਹਾਂ ਉਹਨਾਂ ਸਿੰਘਾਂ ਦੀ ਮਦਦ ਵਾਸਤੇ, ਤੁਸੀਂ ਪਹਾੜ ਚੜੋ ਤੇ ਚਲੇ ਜਾਓ। ਜਦੋਂ ਸਾਰੇ ਪੈਦਲ ਸਿੰਘ ਚਲੇ ਜਾਣਗੇ ਤੇ ਫਿਰ ਉਸ ਤੋਂ ਬਾਅਦ ਅਸੀਂ ਇੱਥੋਂ ਜਾਵਾਂਗੇ। ਦੋਹਰਾ ਜਬ ਸੁੱਖਾ ਸਿੰਘ ਖਾਲਸੇ ਉਹ ਦਿਓ ਫਰਮਾਏ, ਇਸ ਤਰ੍ਹਾਂ ਜਦੋਂ ਭਾਈ ਸੁੱਖਾ ਸਿੰਘ ਨੇ ਸਮੂਹ ਖਾਲਸੇ ਨੂੰ ਇਹ ਬਚਨ ਆਖਿਆ ਹੈ, ਬੇਟਾ ਮਿਲਿਓ ਨਾ ਬਾਪ ਕੋ, ਭਾਈ ਮਿਲਿਓ ਨਾ ਭਾਏ, ਬਸ ਫਿਰ ਸਿੰਘਾਂ ਨੇ ਵਿਚਾਰਿਆ ਵੀ ਹੁਣ ਭੱਜ ਚਲੀਏ ਇੱਥੋਂ। ਤੇ ਭਾਈ ਸਾਹਿਬ ਕਹਿੰਦੇ ਬੇਟਾ ਮਿਲਿਓ ਨਾ ਬਾਪ ਕੋ, ਬੇਟਾ ਬਾਪ ਨੂੰ ਨਹੀਂ ਮਿਲਿਆ, ਭਾਈ ਭਰਾ ਨੂੰ ਹੀ ਮਿਲਿਆ, ਭਾਵ ਜਿਵੇਂ ਕਿਸੇ ਨੂੰ ਰਸਤਾ ਮਿਲਿਆ ਉਧਰ ਨੂੰ ਹੋ ਤੁਰਿਆ ਹੈ। ਜਬ ਸੁੱਖਾ ਸਿੰਘ ਨੇ ਲੱਖੇ ਚੜੇ ਸਜਾਦੇ ਪਹਾੜ, ਜਦੋਂ ਭਾਈ ਸੁੱਖਾ ਸਿੰਘ ਨੇ ਜਾਣਿਆ ਵੀ ਹੁਣ ਸਜਾਦੇ ਸਿੰਘ ਪਹਾੜ ਤੇ ਚੜ ਗਏ ਹਨ, ਦਰਿਆ ਸੋ ਬੰਨ ਤੁਲੇ ਬੜੇ ਸੁਹੋਣੇ ਪਾਰ, ਕੁਝ ਜਿਹੜੇ ਸਿੰਘ ਸਨ ਨਾ ਉਹਨਾਂ ਨੇ ਤੁਲਾ ਬੰਨ ਲਿਆ, ਜਿਵੇਂ ਉਹ ਸਰਾੜ ਆਦਿਕ ਹੁੰਦੀ ਆ ਉਹ ਲੈ ਕੇ ਤੇ ਬਾਂਸ ਦੇ ਡੰਡੇ ਆਦਿਕ ਲੈ ਕੇ ਨਾ, ਇੱਕ ਬੇੜੀ ਹੁੰਦੀ ਇੱਕ ਤੁਲਹਾ ਹੁੰਦੀ ਆ, ਉਹ ਬਾਂਸ ਦੇ ਡੰਡੇ ਲੈ ਕੇ ਤੇ ਉਹਦੇ ਨਾਲ ਸਰਾੜ ਜੀ ਬੰਨ ਕੇ ਤੇ ਸਿੰਘ ਉਹਦੇ ਉੱਤੇ ਚੜ ਕੇ ਤੇ ਦਰਿਆ ਨੂੰ ਪਾਰ ਕਰ ਗਏ ਹਨ। ਜੋ ਪਈ ਤਬ ਸੁੱਖਾ ਸਿੰਘ ਕਰੀ ਸਲਾਹ, ਇਧਰ ਭਾਈ ਸੁੱਖਾ ਸਿੰਘ ਨੇ ਸਲਾਹ ਕੀਤੀ ਹੈ ਉੱਪਰ ਪਰਿਏ ਜਾਏ, ਕਿ ਸਿੰਘੋ ਚਲੋ ਹੁਣ ਇੱਕ ਵਾਰੀ ਜਾਂਦਿਆਂ ਜਾਂਦਿਆਂ ਲੱਖੂ ਤੇ ਹਮਲਾ ਕਰ ਦਈਏ। ਜੋ ਦੇਵੇ ਕੋ ਹਮੇ ਬਤਾਏ, ਜੇਕਰ ਕੋਈ ਮੈਨੂੰ ਦੱਸ ਦੇ ਨਾ ਵੀ ਲੱਖੂ ਹੈ ਕਿੱਥੇ, ਕਿੱਥੇ ਉਹਨੇ ਡੇਰਾ ਲਾਇਆ ਹੈ, ਸੈ ਮਾਰੋ ਕਹਿ ਰਹੋ ਮਰਾਏ, ਜਾਂ ਤਾਂ ਉਹਨੂੰ ਮਾਰ ਦਿਆਂਗਾ ਤੇ ਜਾਂ ਫਿਰ ਮੈਂ ਆਪ ਮਰ ਜਾਵਾਂਗਾ। ਤਵੇ ਜਨਾਵਾ ਐਸੇ ਕਹੀ, ਫਿਰ ਜਿਹੜੇ ਸਿਆਣੇ ਸਿੰਘ ਸਨ ਉਹ ਭਾਈ ਸੁੱਖਾ ਸਿੰਘ ਨੂੰ ਕਹਿਣ ਲੱਗੇ, ਅਬ ਹਮ ਲੜਨੇ ਹਿੰਮਤ ਨਹੀਂ, ਆਖਣ ਲੱਗੇ ਸੁੱਖਾ ਸਿੰਘ ਹੁਣ ਸਾਡੇ ਕੋਲ ਲੜਨ ਦੀ ਹਿੰਮਤ ਨਹੀਂ, ਆਪਾਂ ਇਹਨਾਂ ਦੇ ਨਾਲ ਜੰਗ ਨਹੀਂ ਕਰ ਸਕਦੇ। ਅਬ ਹਮ ਚਲੋ ਇਹਾਂ ਤੇ ਦੌੜ, ਸਾਡੇ ਲਈ ਭਲੀ ਗੱਲ ਇਹੀ ਆ ਵੀ ਆਪਾਂ ਇੱਥੋਂ ਦੌੜ ਚੱਲੀਏ। ਮੁਲਕ ਮਾਲਵੇ ਕਰਾਇਓ ਗੋਰ, ਆਪਾਂ ਮਾਲਵੇ ਦਾ ਜਿਹੜਾ ਮੁਲਕ ਹੈ ਨਾ ਉਧਰ ਨੂੰ ਚੱਲਦੇ ਆਂ, ਉੱਥੇ ਜਾ ਕੇ ਕੁਝ ਸਮਾਂ ਆਰਾਮ ਕਰਾਂਗੇ, ਲੰਗਰ ਪਾਣੀ ਛਕਾਂਗੇ, ਫਿਰ ਤਿਆਰ ਬਰ ਤਿਆਰ ਹੋ ਕੇ ਆ ਜਾਵਾਂਗੇ। ਦੋਹਰਾ ਫੌਜ ਸੁ ਆਗੇ ਬਹੁਤ ਹੈ ਕਿਮ ਕਰ ਲੰਘਿਓ ਜਾਏ, ਅੱਗੇ ਫੌਜ ਬਹੁਤ ਜ਼ਿਆਦੀ ਹੈ, ਤੋਪਾਂ ਬੀੜੀਆਂ ਹੋਈਆਂ ਨੇ, ਬੰਦੂਕਾਂ ਨੇ, ਦੱਸੋ ਕਿਵੇਂ ਇਹਨਾਂ ਨੂੰ ਲੰਘ ਕੇ ਆਪਾਂ ਆ ਜਿਹੜਾ ਲਖਪਤ ਆਇਆ ਉਹਦੇ ਪਾਸ ਜਾਵਾਂਗੇ, ਕਿਵੇਂ ਉਹਨੂੰ ਮਾਰਾਂਗੇ। ਕੋਪ ਜੰਬੂਰੇ ਪਹੁੰਚਣੇ ਨਹੀਂ ਵੇਹਲ ਕਿਤ ਜਾਏ, ਇਹਨਾਂ ਨੇ ਤੋਪ ਜੰਬੂਰੇ ਚਿਣੇ ਹੋਏ ਨੇ, ਵੇਲੀ ਨਹੀਂ, ਕੋਈ ਜਗ੍ਹਾ ਨਹੀਂ ਇੱਥੋਂ ਲੰਘਣ ਦੀ। ਜੋ ਪਈ ਕੋ ਕਹੈ ਕੋ ਰਾਤ ਕਾਇਓ, ਹਾਂਜੀ, ਜੋ ਪਈ ਕੋ ਕਹੈ ਕੋ ਰਾਤ ਕਾਓ, ਕਊ ਸਿੰਘ ਕਹਿਣ ਲੱਗਾ ਵੀ ਇਸ ਤਰ੍ਹਾਂ ਕਰੋ ਵੀ ਆਪਣਾ ਰਾਹ ਵੇਖੋ ਤੇ ਇੱਥੋਂ ਚਲੀਏ। ਥੋੜੀ ਫੌਜ ਵੱਲੋਂ ਨੱਠ ਜਾਓ, ਜਿਹੜੇ ਪਾਸੇ ਥੋੜੀ ਫੌਜ ਹੈ ਨਾ ਆਪਾਂ ਉਸ ਰਸਤੇ ਲੰਘ ਜਾਂਦੇ ਹਾਂ। ਕੋ ਕਹੈ ਦਰਿਆ ਮੈਂ ਵੜੋ, ਕਊ ਸਿੰਘ ਕਹਿਣ ਲੱਗਾ ਵੀ ਆਪਾਂ ਦਰਿਆ ਵਿੱਚ ਵੜ ਜਾਂਦੇ ਹਾਂ। ਕੋ ਕਹੈ ਫਿਰ ਪਹਾੜੀ ਚੜੋ, ਕੋਈ ਸਿੰਘ ਕਹਿੰਦਾ ਵੀ ਪਹਾੜੀਆਂ ਤੇ ਚੜ ਜਾਓ। ਦੋਹਰਾ ਤਬ ਸੁੱਖਾ ਸਿੰਘ ਨੇ ਕਹਿਓ ਲੋਕ ਛਿਪ ਕਿਸੈ ਬਚਾਹੇ, ਫਿਰ ਭਾਈ ਸੁੱਖਾ ਸਿੰਘ ਜੀ ਕਹਿਣ ਲੱਗੇ ਸਿੰਘੋ ਲੁੱਕ ਛਿਪ ਕੇ ਹੁਣ ਬਚਾ ਨਹੀਂ ਹੋਣਾ, ਬਿਨਾ ਲੜਾਈ ਕੇ ਕੀਏ ਹਮਰੋ
ਨਾਹੀਂ ਨਿਭਾਹੇ। ਲੜਾਈ ਕੀਤੇ ਤੋਂ ਬਿਨਾ ਸਾਡਾ ਹੁਣ ਨਿਭਾਅ ਹੋਣਾ ਹੀ ਨਹੀਂ, ਇੱਕ ਵਾਰ ਤਾਂ ਜੰਗ ਕਰਨੀ ਪਏਗੀ। ਇਸ ਤਰ੍ਹਾਂ ਭਾਈ ਸੁੱਖਾ ਸਿੰਘ ਜੀ ਇਹਨਾਂ ਦੇ ਨਾਲ ਜੰਗ ਕਰਕੇ ਤੇ ਇੱਥੋਂ ਅੱਗੇ ਜਾਣਗੇ। ਤੇ ਜੋ ਵਰਤਾਰਾ ਸਿੰਘਾਂ ਨਾਲ ਵਰਤੇਗਾ ਆਪਾਂ ਕੱਲ ਦੇ ਪ੍ਰਕਰਨ ਵਿੱਚ ਸਰਵਣ ਕਰਾਂਗੇ। ਇਹ ਘੱਲੂਘਾਰਾ ਇਹੋ ਜਿਹੇ 6 ਮਹੀਨੇ ਦਾ ਸਮਾਂ ਸੀ ਜਿਹੜਾ ਸਿੰਘਾਂ ਤੇ ਗੁਜ਼ਰਿਆ, ਬੜਾ ਕਠਿਨ ਤੇ ਮੁਸੀਬਤ ਵਾਲਾ ਸਮਾਂ ਸੀ। ਪਲ ਪਲ ਹਰੇਕ ਕਦਮ ਦੇ ਉੱਪਰ ਮੁਸੀਬਤ ਹੀ ਸੀ, ਖਤਰਾ ਹੀ ਮੰਡਰਾਉਂਦਾ ਸੀ ਸਿੰਘਾਂ ਦੇ ਉੱਪਰ। ਪਰ ਫਿਰ ਵੀ ਗੁਰੂ ਦੀ ਕਿਰਪਾ ਦੇ ਨਾਲ ਇਹੋ ਜਿਹੇ ਮੁਸੀਬਤ ਵਾਲੇ ਸਮੇਂ ਦੇ ਵਿੱਚੋਂ ਵੀ ਸਿੰਘ ਨਿਕਲੇ ਤੇ ਲੱਖੂ ਵਰਗੇ ਪਾਪੀਆਂ ਨੂੰ ਸਜ਼ਾ ਗੁਰੂ ਕੇ ਸਿੰਘਾਂ ਨੇ ਦਿੱਤੀ। ਇਹ ਪ੍ਰਸੰਗ ਅੱਗੇ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਚੁੱਕਾਂ ਦੀ ਖਿਮਾ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ, ਹੇ ਸਮਰੱਥ ਅਗੰਮ ਪੂਰਨ ਮੋਹਿ ਮਇਆ ਧਾਰ, ਅੰਧਕੂਪ ਮਹਾ ਭਿਆਨ ਨਾਨਕ ਪਾਰ ਉਤਾਰ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਓ, ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ, ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰ ਉਤਾਰਨ। ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰ ਉਤਾਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।